ਧਰਮ ਬੰਦਾ ਧਰਮ ਵਾਲੇ ਪਾਸੇ ਕਿਉਂ ਜਾਂਦਾ ਹੈ? ਉਹ ਜਾਂਦਾ ਹੈ ਉਦੋਂ ਜਾਂਦਾ ਹੈ ਜਦੋਂ ਉਹਨਾਂ ਨੂੰ ਸਿਸਟਮ ਜਿਹੜਾ ਹੈਗਾ ਉਹ ਮਜਬੂਰ ਕਰਦਾ ਹੈ। ਔਰ ਇਸ ਕਰਕੇ ਸਿਸਟਮ ਅਸੀਂ ਇੱਦਾਂ ਦਾ ਬਣਾ ਦਈਏ, ਸਮਾਜ ਹੀ ਇੰਨਾ ਵਧੀਆ ਬਣਾ ਦਈਏ ਕਿ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਣ ਦੀ ਲੋੜ ਨਹੀਂ। ਇੱਕ ਮਤਲਬ ਹਰਿਆਣੇ ਦਾ ਐਸਡੀਐਮ ਸ਼ਰੇਆਮ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਸਿਰਾਂ ਤੇ ਟਾਂਗਾ ਮਾਰੋ। ਇਹ ਕਿਹੜੀ ਆਜ਼ਾਦੀ ਹੈ? ਔਰ ਤੁਸੀਂ ਰਸ਼ੀਆ ਦੀ ਐਗਜ਼ਾਮਪਲ ਪਹਿਲਾਂ ਆਪਾਂ ਲਵਾਂਗੇ ਕਿ ਰਸ਼ੀਆ ਨੂੰ ਤੋੜਨ ਦੇ ਵਿੱਚ ਅਮਰੀਕਨ ਸਾਮਰਾਜਵਾਦ ਦਾ ਪੂਰੇ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ ਸ਼ੁਰੂ ਤੋਂ ਲੈ ਕੇ। ਇੱਕ ਦਿਨ ਵੀ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ, 70 ਸਾਲਾਂ ਦੀ ਜਿਹੜੀ ਆਪਾਂ ਇਨਕਲਾਬ ਤੋਂ ਬਾਅਦ ਆਪਾਂ ਜਿਹੜਾ ਗੱਲ ਕਰਾਂਗੇ ਤਾਂ ਇੱਕ ਵੀ ਦਿਨ ਐਸਾ ਨਹੀਂ ਸੀਗਾ ਕਿ ਜਾਂ ਤਾਂ ਲੜਾਈ ਹੋਵੇ ਜਾਂ ਲੜਾਈ ਦੀ ਤਿਆਰੀ ਸੀਗੀ। ਕੋਲਡ ਵਾਰ ਵੀ ਉਹਨਾਂ ਨੂੰ ਕਹਿ ਦਿੱਤਾ ਹੈ। ਕਿਉਂਕਿ ਤਰੱਕੀ ਨੂੰ ਜਦੋਂ ਅਸੀਂ ਡਿਫਾਈਨ ਕਰਦੇ ਹਾਂ ਕਿ ਤਰੱਕੀ ਅਡਾਨੀਆਂ ਬਾਨੀਆਂ ਦੀ ਚਾਹੁੰਦੇ ਹਾਂ ਜਾਂ ਆਮ ਲੋਕਾਂ ਦੀ ਚਾਹੁੰਦੇ ਹਾਂ। ਜੇ ਤਾਂ ਅਸੀਂ ਅਡਾਨੀਆਂ ਬਾਨੀਆਂ ਦੀ ਚਾਹੁੰਦੇ ਹਾਂ ਫਿਰ ਤਾਂ ਉਹ ਗਲੋਬਲਾਈਜੇਸ਼ਨ ਦੇ ਰਾਹੀਂ ਆਏਗੀ, ਮੋਦੀ ਸਾਹਿਬ ਦੇ ਰਾਹੀਂ ਆਏਗੀ। ਜੋ ਕਾਂਗਰਸ ਦੀਆਂ ਪਾਲਿਸੀਆਂ ਨੇ 1990 ਤੋਂ ਬਾਅਦ ਦੀਆਂ ਉਹ ਰਹੀਆਂ ਨੇ, ਉਹਨਾਂ ਦੀਆਂ ਪਾਲਿਸੀਆਂ ਦੇ ਰਾਹੀਂ ਆਏਗੀ। ਜੇ ਅਸੀਂ ਲਾਜ਼ਮੀ ਤੌਰ ਤੇ ਕਿਸਾਨਾਂ ਦੀ ਤਰੱਕੀ ਚਾਹੁੰਦੇ ਹਾਂ, ਗਰੀਬਾਂ ਦੀ ਤਰੱਕੀ ਚਾਹੁੰਦੇ ਹਾਂ, ਮਜ਼ਦੂਰਾਂ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਇਹਦੇ ਪੈਰਲਲ ਇੱਕ ਨਵੀਂ ਇਕਨੋਮਿਕ ਜਿਹੜਾ ਹੈਗਾ ਉਹ ਇਕਨੋਮੀ ਖੜੀ ਕਰਨੀ ਪਏਗੀ। ਆਪਾਂ ਅੱਜ ਜੇ ਕੈਪੀਟਲਿਸਟ ਸਿਸਟਮ ਦੇ ਜਿਹੜੇ ਗਾਣੇ ਸੁਣੀਏ ਉਹ ਕੀ ਕਹਿੰਦੇ ਨੇ ਕਿ ਖਾਓ ਪੀਓ ਐਸ਼ ਕਰੋ ਮਿੱਤਰੋ। ਉਹ ਤਾਂ ਚਾਹੁੰਦੇ ਨੇ ਵੀ ਤੁਸੀਂ ਖਾਓ ਪੀਓ ਆਨੰਦ ਲਓ, ਠੀਕ ਹੈ ਨਾ। ਇਸ ਕਰਕੇ ਤੁਸੀਂ ਇਹਨਾਂ ਚੱਕਰਾਂ 'ਚ ਨਾ ਪਾਓ, ਜੋੜਨ ਦੇ ਚੱਕਰਾਂ 'ਚ ਨਾ ਪਾਓ। ਅੰਕੜੇ ਨੇ ਉਹ ਕਹਿ ਰਹੇ ਨੇ ਕਿ 80% ਲੋਕ ਤਾਂ ਉਹ ਨੇ ਜਿਹੜੇ 20 ਰੁਪਏ ਤੇ ਗੁਜ਼ਾਰਾ ਕਰ ਰਹੇ ਨੇ। ਤੁਸੀਂ ਜੇ 20 ਰੁਪਏ ਤੇ ਗੁਜ਼ਾਰਾ ਇਸ ਸਿਸਟਮ ਦੇ ਵਿੱਚ ਹੋ ਰਿਹਾ ਹੈ ਤਾਂ ਉਹਦੇ ਵਿੱਚੋਂ ਕਿਹੜੇ ਵਿਗਿਆਨੀ ਨਿਕਲ ਸਕਦੇ ਆ, ਕਿਹੜੇ ਮਤਲਬ ਵੱਡੇ ਲੋਕ ਨਿਕਲ ਸਕਦੇ ਆ ਜਿਹੜਾ 20 ਰੁਪਏ ਤੇ ਗੁਜ਼ਾਰਾ ਕਰ ਰਿਹਾ। 80-85 ਕਰੋੜ ਲੋਕ ਤੁਹਾਡੇ ਜਿਹੜੇ ਨੇ, ਉਹਨਾਂ 'ਚੋਂ ਤੁਸੀਂ ਕਿੱਦਾਂ ਦੇ ਬੰਦੇ ਕੱਢੋਗੇ ਆਪਾਂ ਨੂੰ ਪਤਾ ਹੈ। ਔਰ ਚਾਈਨਾ ਜਿਹੜਾ ਸੀਗਾ, ਚਾਈਨਾ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਬਚ ਸਕਦੇ ਹਾਂ ਤਾਂ ਲਾਜ਼ਮੀ ਤੌਰ ਤੇ ਜੇਕਰ ਉਹ ਪ੍ਰੋਪੇਗੈਂਡਾ ਕਰਨਗੇ, ਜੇ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਮੰਨ ਲਓ ਬਾਕੀ ਜਿਹੜੀਆਂ ਸਾਮਰਾਜੀ ਮੁਲਕਾਂ ਦੇ ਮੀਡੀਆ ਨੂੰ, ਤਾਂ ਲਾਜ਼ਮੀ ਤੌਰ ਤੇ ਉਹ ਆਪਣਾ ਪ੍ਰੋਪੇਗੈਂਡਾ ਕਰਨਗੇ ਕਿ ਸਾਡਾ ਲੈਨਨ ਇੱਦਾਂ ਦਾ ਸੀਗਾ, ਮਾਓ ਇੱਦਾਂ ਦਾ ਸੀਗਾ। ਤੁਸੀਂ ਕਹੋਗੇ ਸਾਡਾ ਗੁਰੂ ਨਾਨਕ ਸਾਹਿਬ ਇੱਦਾਂ ਦੇ ਸੀਗੇ, ਸਾਡੇ ਗੁਰੂ ਗੋਬਿੰਦ ਸਿੰਘ ਇੱਦਾਂ ਦੇ ਸੀਗੇ, ਸਾਡੇ ਸ਼ਹੀਦੇ ਆਦਮ ਭਗਤ ਸਿੰਘ ਇੱਦਾਂ ਦੇ ਸੀਗੇ, ਸਾਡੇ ਊਧਮ ਸਿੰਘ ਇੱਦਾਂ ਦੇ। ਸਾਡੇ ਕੋਲੇ ਆਪਣੇ ਬਹੁਤ ਸਾਰੇ ਚਿਹਰੇ ਨੇ, ਆਪਣੇ ਬਹੁਤ ਸਾਰੇ ਲੀਡਰ ਨੇ ਜਿਹੜੇ ਅਸੀਂ ਉਹਨਾਂ ਦੀ ਐਗਜ਼ਾਮਪਲਾਂ ਦੇ ਸਕਦੇ ਹਾਂ। ਇਕਨੋਮਿਕ ਫੋਰਸਿਸ ਮੇਕਸ ਅ ਹਿਸਟਰੀ, ਤੇ ਇਕਨੋਮਿਕ ਹਿਸਟਰੀ ਦੇ ਨਾਲ ਅੱਗੇ ਜਾ ਕੇ ਉਸ ਤੋਂ ਵਿਚਾਰ ਬਣਦੇ ਨੇ, ਵਿਚਾਰਾਂ ਤੋਂ ਲੀਡਰ ਪੈਦਾ ਹੁੰਦੇ ਨੇ, ਲੀਡਰ ਤੋਂ ਅੱਗੇ ਜਾ ਕੇ ਲਹਿਰਾਂ ਬਣਦੀਆਂ ਨੇ, ਲਹਿਰਾਂ ਤੋਂ ਇੱਕ ਨਵਾਂ ਸਿਸਟਮ, ਇੱਕ ਨਵਾਂ ਸਮਾਜ ਸਿਰਜਦਾ ਹੈ। ਇਹ ਕਥਨ ਸਨ ਮਾਰਕਸ ਦੇ। ਅੱਜ ਦੀ ਡਾਇਲੋਗ ਟਾਈਮ ਦੇ ਮੰਚ ਤੇ ਜਿਹੜੇ ਵਿਸ਼ੇ ਨੂੰ ਅਸੀਂ ਛੂਹਣ ਜਾ ਰਹੇ ਹਾਂ ਉਹ ਮਾਰਕਸਿਜ਼ਮ ਹੈ। ਦੁਨੀਆ ਦੇ ਬਹੁਤ ਵੱਡੇ ਖਿੱਤੇ ਤੇ ਇੱਕ ਟਾਈਮ ਤਾਂ ਬਹੁਤ ਵੱਡਾ ਏਰੀਆ ਸੀ ਜਿੱਥੇ ਮਾਰਕਸਿਜ਼ਮ ਜਾਂ ਲੈਫਟਾਂ ਦੀ ਗਵਰਨਮੈਂਟ ਹੁੰਦੀ ਸੀ, ਪਰ ਅੱਜ ਉਹ ਮਾਰਕਸਿਜ਼ਮ ਉਸ ਲੈਵਲ ਤੇ ਨਹੀਂ ਆ ਜੋ ਕਿ ਅੱਜ ਤੋਂ 40, 50, 60 ਸਾਲ ਪਹਿਲਾਂ ਹੁੰਦਾ ਸੀ। ਵਰਲਡ ਦੇ ਵਿੱਚ ਇੱਕ ਦੂਜੀ ਧਿਰ ਹੁੰਦੀ ਸੀ ਕੈਪੀਟਲਿਜ਼ਮ ਦੇ ਸਾਹਮਣੇ, ਪਰ ਉਹ ਸਾਨੂੰ ਉਸ ਤਰੀਕੇ ਦੇ ਨਾਲ ਅੱਜ ਸਾਨੂੰ ਨਜ਼ਰ ਨਹੀਂ ਆਉਂਦੀ। ਤੇ ਇਸੇ ਹੀ ਵਿਸ਼ੇ ਦੇ ਉੱਪਰ ਗੱਲ ਕਰਨ ਦੇ ਲਈ ਅੱਜ ਮੇਰੇ ਨਾਲ ਡਾਕਟਰ ਭੀਮਇੰਦਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਤੋਂ ਨੇ। ਮੈਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦਾ ਹਾਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਅਮਰਿੰਦਰ ਜੀ। ਡਾਕਟਰ ਜੀ ਨੇ PhD ਜਿਹੜੀ ਕੀਤੀ ਹੈ, PhD ਲਿਟਰੇਚਰ ਐਂਡ ਪੋਲਿਟਿਕਸ, ਮੀਨਸ ਕਿ ਜਿਹੜਾ ਸਾਡਾ ਸਾਹਿਤ ਆ ਤੇ ਉਹਦਾ ਪੋਲਿਟਿਕਸ ਨਾਲ ਕੀ ਸੰਬੰਧ ਹੈ ਉਹਦੇ ਉੱਤੇ ਕੀਤੀ ਹੋਈ ਹੈ। ਤੇ ਮੈਨੂੰ ਲੱਗਦਾ ਹੈ ਕਿ ਉਹ ਮਾਰਕਸਿਜ਼ਮ, ਕਿਉਂਕਿ ਜਿਹੜਾ ਮੈਨੂੰ ਇਹ ਲੱਗਦਾ ਕਿ ਖੱਬੀਆਂ ਧਿਰਾਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਲਿਟਰੇਚਰ ਬਹੁਤ ਇੱਕ ਜ਼ਰੂਰੀ ਅੰਗ ਹੈ, ਕਿਉਂਕਿ ਉਸ ਤੋਂ ਬਿਨਾਂ ਜਿਹੜਾ ਮਾਰਕਸਿਜ਼ਮ ਆ ਜਾਂ ਲੈਫਟ ਆ ਉਹ ਸਰਵਾਈਵ ਨਹੀਂ ਕਰਦਾ ਕਿ ਜਦੋਂ ਤੱਕ ਉਹਨਾਂ ਕੋਲ ਰੰਗਮੰਚ ਹੋ ਗਿਆ ਜਾਂ ਜਿੰਨੇ ਆਈਡੀਓਲੋਜਿਕ ਹੋ ਗਏ ਨੇਗੇ, ਵੱਖ-ਵੱਖ ਜਿੰਨੇ ਵੀ ਸਮਾਜ ਦੇ ਵਿਸ਼ੇ ਹੁੰਦੇ ਨੇ ਉਹਨਾਂ ਤੇ ਇੱਕ ਉਹਨਾਂ ਦੀ ਆਪਣੀ ਨਜ਼ਰ ਹੁੰਦੀ ਹੈ। ਤੇ ਇਸੇ ਹੀ ਸੰਬੰਧ ਵਿੱਚ ਡਾਕਟਰ ਸਾਹਿਬ ਜੇ ਤੁਹਾਨੂੰ ਇਹ ਪੁੱਛਣਾ ਹੋਵੇ ਕਿ ਜਿਹੜਾ ਲਿਟਰੇਚਰ ਆ ਉਹ ਮਾਰਕਸਿਜ਼ਮ ਜਿਹੜਾ ਉਸ ਨੂੰ ਕਿਵੇਂ ਦੇਖਦਾ ਹੈ, ਕਿ ਉਸ ਦਾ ਤੁਸੀਂ ਸੰਬੰਧ ਕਿਵੇਂ ਜੋੜਦੇ ਹੋ ਲਿਟਰੇਚਰ ਤੇ ਮਾਰਕਸਿਜ਼ਮ ਦਾ? ਜੀ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਇਸ ਬਹੁਤ ਮਹੱਤਵਪੂਰਨ ਵਿਸ਼ੇ ਦੇ ਉੱਤੇ ਡਾਇਲੌਗ ਕੀਤਾ ਹੈ, ਕਿਉਂਕਿ ਮੈਂ ਪੰਜਾਬ ਦੀ ਧਰਤੀ ਤੇ ਬੈਠਾ ਔਰ ਪੰਜਾਬ ਦੀ ਧਰਤੀ ਜਿਹੜੀ ਹੈਗੀ ਹੈ ਗੁਰੂ ਨਾਨਕ ਸਾਹਿਬ ਦੀ ਵਰਸੋਈ ਧਰਤੀ ਹੈ। ਗੁਰੂ ਨਾਨਕ ਸਾਹਿਬ ਨੇ ਇਸੇ ਸਬੰਧ ਦੇ ਵਿੱਚ ਕਿਹਾ ਸੀਗਾ ਕਿ
जब लग दुनिया रही है नानक किच सुनिया किच कही है। यानी कि पंजाब दी धरती एक ऐसी सरजमीन है ये ਜਿਹੜੀ ਡਾਇਲੌਗ ਦੇ ਉੱਤੇ ਨਿਰਭਰ ਕਰਦੀ ਹੈ, ਡਾਇਲੌਗ ਨੂੰ ਬਹੁਤ ਮਹੱਤਤਾ ਦਿੰਦੀ ਹੈ। ਗੁਰੂ ਸਾਹਿਬ ਨੇ 4 ਉਦਾਸੀਆਂ ਕੀਤੀਆਂ ਔਰ ਉਹਨਾਂ ਉਦਾਸੀਆਂ ਦਾ ਮਕਸਦ ਵੀ ਇਹੀ ਸੀਗਾ ਕਿ ਵੱਖ-ਵੱਖ ਥਾਵਾਂ ਤੇ ਜਾ ਕੇ ਵੱਖ-ਵੱਖ ਵਰਗਾਂ ਨੂੰ ਮਿਲ ਕੇ ਵੱਖ-ਵੱਖ ਧਾਰਮਿਕ ਨੁਮਾਇੰਦਿਆਂ ਨੂੰ ਮਿਲ ਕੇ ਆਪਣੀ ਗੱਲ ਕਹੀ ਵੀ ਜਾਵੇ ਔਰ ਉਹਨਾਂ ਦੀ ਸੁਣੀ ਵੀ ਜਾਵੇ ਔਰ ਉਹਦੇ ਵਿੱਚੋਂ ਕੋਈ ਨਵਾਂ ਰਸਤਾ ਲੱਭਿਆ ਜਾਵੇ। ਔਰ ਇਹੀ ਮਾਰਕਸਵਾਦ ਹੈ। ਇੱਥੋਂ ਹੀ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ ਕਿ ਮਾਰਕਸਵਾਦ ਕੋਈ ਪਹਿਲੀ ਗੱਲ ਤਾਂ ਕੋਈ ਕੱਟੜ ਵਿਚਾਰਧਾਰਾ ਨਹੀਂ ਹੈ ਕਿ ਇਹਨੂੰ ਜਿਹੜਾ ਬਣਾ ਦਿੱਤਾ ਜਾਂਦਾ ਹੈ ਕਿ ਇਹ ਬਿਲਕੁਲ ਇਹਦੇ ਵਿੱਚ ਇਹੀ ਗੱਲਾਂ ਜੋ ਲਿਖੀਆਂ ਨੇ ਇਹੀ ਗੱਲਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਨੇ। ਇੱਥੋਂ ਹੀ ਆਪਾਂ ਗੱਲ ਨੂੰ ਸਮਝਾਂਗੇ ਕਿ ਮਾਰਕਸ ਨੇ ਕਿਹਾ ਸੀਗਾ ਕਿ ਜਿਹੜਾ ਮਨੁੱਖ ਹੈ ਔਰ ਮਨੁੱਖ ਤੇ ਜਾਨਵਰ ਦੇ ਵਿੱਚ ਕੀ ਫਰਕ ਹੈ, ਮੈਂ ਲਿਟਰੇਚਰ ਨਾਲ ਜੋੜ ਕੇ ਸਮਝਣ ਦੀ ਕੋਸ਼ਿਸ਼ ਕਰਾਂਗਾ। ਉਹਨਾਂ ਨੇ ਕਿਹਾ ਸੀਗਾ ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ, ਮਾਰਕਸ ਦੇ ਨਾਲ ਇੱਕ ਬਹੁਤ ਵੱਡੇ ਵਿਦਵਾਨ ਡਾਰਵਿਨ ਦਾ ਨਾਮ ਸੁਣਿਆ ਹੋਏਗਾ ਜਿਨ੍ਹਾਂ ਨੇ ਬਹੁਤ ਵੱਡੀ ਥਿਉਰੀ ਦਿੱਤੀ ਹਿਊਮਨ ਐਵੋਲੂਸ਼ਨ ਕਿਵੇਂ ਹੋਇਆ। ਤਾਂ ਉਹਨਾਂ ਨੇ ਕਿਹਾ ਕਿ ਮੈਨ ਇਜ਼ ਐਨੀਮਲ ਬਟ ਐਨੀਮਲ ਵਿਦ ਅ ਡਿਫਰੈਂਸ, ਕਿ ਇਹ ਡਾਰਵਿਨ ਦਾ ਕਥਨ ਹੈ ਕਿ ਮਨੁੱਖ ਜਿਹੜਾ ਹੈਗਾ ਜਾਨਵਰ ਹੈ ਬਟ ਜਾਨਵਰ ਨਾਲੋਂ ਵੱਖਰਾ ਹੈ। ਹੁਣ ਇਹ ਵੱਖਰਤਾ ਕੀ ਹੈ ਜਿਹੜਾ ਉਹਨਾਂ ਨੇ ਇਸ਼ਾਰਾ ਕਰ ਰਹੇ ਨੇ ਕਿ ਵੱਖਰਤਾ ਜਾਨਵਰ ਨਾਲੋਂ ਕੀ ਹੈ, ਜੋ ਜਾਨਵਰ ਕਰਦਾ ਉਹ ਮਨੁੱਖ ਕਰਦਾ। ਸੋ ਪਰ ਵੱਖਰਤਾ ਉਹਨਾਂ ਨੇ ਦੱਸੀ ਕਿ ਵੱਖਰਤਾ ਸਾਡੇ ਕੋਲੇ ਨੇਚਰ ਵੱਲੋਂ ਕੁਦਰਤ ਵੱਲੋਂ ਦਿੱਤੀਆਂ ਕੁਝ ਗਲੋਰੀਅਸ ਸੈਂਸਸ ਨੇ। ਉਹ ਗਲੋਰੀਅਸ ਸੈਂਸਸ ਕੀ ਨੇ? ਸੈਂਸ ਆਫ ਮਿਊਜ਼ਿਕ, ਸੈਂਸ ਆਫ ਲਿਟਰੇਚਰ, ਸੈਂਸ ਆਫ ਆਰਟ, ਸੈਂਸ ਆਫ ਹਿਸਟੀਰੀਓਗ੍ਰਾਫੀ, ਸੈਂਸ ਆਫ ਪਲੇ ਰਾਈਟਿੰਗ। ਯਾਨੀ ਕਿ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਗਲੋਰੀਅਸ ਸੈਂਸਸ ਇਹ ਨੇ ਕਿ ਜਿਹੜਾ ਮਨੁੱਖ ਨਾਲੋਂ ਜਿਹੜਾ ਪਸ਼ੂ ਨਾਲੋਂ ਵੱਖਰਾ ਇਸ ਲਈ ਹੈ ਕਿਉਂਕਿ ਸਾਡੇ ਕੋਲ ਇਹ ਜਿਹੜੀਆਂ ਚੀਜ਼ਾਂ ਨੇ। ਜੇ ਮਨੁੱਖ ਜਿਹੜਾ ਹੈਗਾ ਕਲਾ ਤਸਵੀਰ ਬਣਾ ਸਕਦਾ ਹੈ, ਜਾਨਵਰ ਉਹ ਨਹੀਂ ਬਣਾ ਸਕਦਾ। ਮਨੁੱਖ ਕਵਿਤਾ ਲਿਖ ਸਕਦਾ ਹੈ, ਮਨੁੱਖ ਕਹਾਣੀ ਲਿਖ ਸਕਦਾ ਹੈ, ਮਨੁੱਖ ਨੋਵਲ ਲਿਖ ਸਕਦਾ ਹੈ, ਮਨੁੱਖ ਨਾਟਕ ਖੇਡ ਸਕਦਾ ਹੈ, ਜਿਹੜੀ ਕਿ ਜਾਨਵਰ ਨੂੰ ਨਹੀਂ ਦਿੱਤੀਆਂ ਗਈਆਂ ਕੁਦਰਤ ਨੇ। ਇਹ ਸਾਨੂੰ ਵੱਖਰਤਾ ਦਿੱਤੀ ਗਈ ਹੈ। ਔਰ ਮਾਰਕਸ ਨੇ ਕਿਹਾ ਕਿ ਅਸਲੀ ਮਨੁੱਖ ਉਹ ਹੈ ਜਿਹੜਾ ਇਹਨਾਂ ਵੱਖਰਤਾਵਾਂ ਦੇ ਸਹਾਰੇ ਜਿਉਂਦਾ ਹੈ, ਜਿਹੜਾ ਇਹਨਾਂ ਗਲੋਰੀਅਸ ਸੈਂਸਸ ਦੇ ਸਹਾਰੇ ਜਿਉਂਦਾ ਹੈ, ਜਿਹੜਾ ਨਹੀਂ ਉਹ ਮਨੁੱਖ ਨਹੀਂ ਹੈ ਜਿਹੜਾ ਪੈਸੇ ਦੇ ਸਹਾਰੇ ਜਿਉਂਦਾ ਹੈ। ਪੂੰਜੀ ਸਾਨੂੰ ਜਿਹੜਾ ਇਹ ਪੂੰਜੀਵਾਦੀ ਸਿਸਟਮ ਹੈ ਇਹ ਸਾਨੂੰ ਪੈਸੇ ਦੇ ਸਹਾਰੇ ਜਿਉਣ ਲਈ ਮਜਬੂਰ ਕਰਦਾ ਹੈ ਕਿ ਤੁਹਾਡੇ ਕੋਲੇ ਪੈਸਾ ਹੈ ਤਾਂ ਤੁਸੀਂ ਮਨੁੱਖ ਹੋ। ਪਰ ਮਾਰਕਸ ਨੇ ਕਿਹਾ ਕਿ ਅਸਲੀ ਮਨੁੱਖ ਉਹ ਹੈ ਜਿਹੜਾ ਪੈਸੇ ਦੀ ਬਜਾਏ ਇਹਨਾਂ ਗਲੋਰੀਅਸ ਸੈਂਸਸ ਦੇ ਸਹਾਰੇ ਜਿਉਂਦਾ। ਸੋ ਇਸ ਕਰਕੇ ਮਨੁੱਖ ਹੋਣ ਦਾ ਮਤਲਬ ਹੀ ਇਹੀ ਹੈ ਕਿ ਸਾਡੇ ਕੋਲੇ ਆਰਟ ਹੈ, ਸਾਡੇ ਕੋਲੇ ਕਲਾ ਹੈ, ਸਾਡੇ ਕੋਲੇ ਸਾਹਿਤ ਹੈ, ਸਾਡੇ ਕੋਲੇ ਕਹਾਣੀ ਹੈ, ਸਾਡੇ ਕੋਲੇ ਨੋਵਲ ਹੈ। ਸੋ ਇਸ ਕਰਕੇ ਮਾਰਕਸਿਜ਼ਮ ਦੇ ਵਿੱਚ ਇਹਨਾਂ ਚੀਜ਼ਾਂ ਨੂੰ, ਇਹਨਾਂ ਆਰਟਸ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਮਾਰਕਸ ਨੇ ਖੁਦ ਜਿਹੜੀਆਂ ਨੇ ਲਵ ਪੋਇਮਸ ਲਿਖੀਆਂ ਨੇ, ਬਹੁਤ ਸਾਰਾ ਉਹਨਾਂ ਨੇ ਲਿਟਰੇਚਰ ਨਾਲ ਪਿਆਰ ਕਰਦੇ ਸੀਗੇ ਔਰ ਉਹਨਾਂ ਦੇ ਜਿਹੜੇ ਮੈਂ ਕਹਾਂਗਾ ਕਿ ਪਸੰਦੀਦਾ ਜਿਹੜੇ ਰਾਈਟਰ ਸੀਗਾ ਉਹ ਸ਼ੇਕਸਪੀਅਰ ਉਹਨਾਂ ਦੇ ਬਹੁਤ ਵੱਡੇ ਪਸੰਦੀਦਾ ਨਾਟਕਕਾਰ ਸੀਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਮਾਰਕਸ ਨੇ ਔਰ ਮਾਰਕਸਵਾਦੀਆਂ ਨੇ ਹਮੇਸ਼ਾ ਸਾਹਿਤ ਨੂੰ, ਲਿਟਰੇਚਰ ਨੂੰ, ਕਲਾਵਾਂ ਨੂੰ ਬੜਾਵਾ ਦਿੱਤਾ ਹੈ ਔਰ ਆਪਣੀ ਗੱਲ ਕਹਿਣ ਦਾ ਮਕਸਦ ਜਿਹੜਾ ਹੈਗਾ, ਜੇ ਆਪਾਂ ਇਹਨੂੰ ਕਹੀਏ ਕਿ ਆਪਣੀ ਜਿਵੇਂ ਤੁਸੀਂ ਗੱਲ ਕਰ ਸਕਦੇ ਹੋ, ਲੋਕਾਂ ਦੀ ਗੱਲ ਕਰਨੀ ਹੈ ਤਾਂ ਤੁਸੀਂ ਲਿਟਰੇਚਰ ਦੇ ਰਾਹੀਂ ਜਿਹੜਾ ਹੈਗਾ ਵੱਧ ਪ੍ਰਭਾਵਸ਼ੀਲ ਤਰੀਕੇ ਦੇ ਨਾਲ ਕਰਨੀ ਹੈ। ਜੇ ਆਪਾਂ ਕਹੀਏ ਕਿ ਅੱਜ ਦੇ ਦੌਰ ਦੇ ਵਿੱਚ ਆਪਾਂ ਕਿਸਾਨੀ ਦੀ ਸੰਘਰਸ਼ ਦੀ ਗੱਲ ਕਰ ਲਈਏ ਤਾਂ ਕਿਸਾਨੀ ਦੇ ਸੰਘਰਸ਼ ਨੂੰ ਕਿਹਨਾਂ ਨੇ ਅੱਗੇ ਲਿਆਂਦਾ? ਉਹਨਾਂ ਗਾਇਕਾਂ ਨੇ ਜਿਹੜੇ ਗਾਇਕ ਕਿਸਾਨੀ ਦੀਆਂ ਸਟੇਜਾਂ ਤੋਂ ਬਹੁਤ ਕ੍ਰਾਂਤੀਕਾਰੀ ਖੂਬਸੂਰਤ ਜਿਹੜੇ ਗੀਤ ਉਹਨਾਂ ਨੇ ਗਾਏ ਔਰ ਲੋਕਾਂ ਦੇ ਵਿੱਚ ਉਤਸ਼ਾਹਿਤ ਕੀਤਾ। ਇਸੇ ਤਰ੍ਹਾਂ ਤੁਸੀਂ ਸਿੱਖ ਇਨਕਲਾਬ ਦੇਖ ਲਓ। ਸਿੱਖ ਇਨਕਲਾਬ ਦੀ ਮਹੱਤਤਾ ਇਸ ਦੇ ਵਿੱਚ ਹੀ ਹੈ ਕਿਉਂਕਿ ਸਿੱਖ ਗੁਰੂ ਸਾਹਿਬਾਨ ਨੇ ਜਿਹੜੇ ਢਾਡੀ ਵਾਰਾਂ ਦੀ ਪਰੰਪਰਾ ਸ਼ੁਰੂ ਕੀਤੀ। ਉਹਨਾਂ ਨੇ ਖੁਦ ਜਿਹੜਾ ਹੈਗਾ ਆਪਾਂ ਦੇਖਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਕੇ ਆਪਾਂ ਵੱਖ-ਵੱਖ ਗੁਰੂਆਂ ਦੇ ਵੱਲ ਦੇਖੀਏ ਤਾਂ ਆਪਣਾ ਜਿਹੜਾ ਪ੍ਰਚਾਰ, ਆਪਣੇ ਵਿਚਾਰਾਂ ਨੂੰ ਅੱਗੇ ਲਿਜਾਣ ਦਾ ਜੋ ਕਾਰਜ ਹੈ ਉਹ ਕਵਿਤਾ ਦੇ ਰਾਹੀਂ ਕੀਤਾ ਹੈ। ਸੋ ਇਸ ਕਰਕੇ ਹਮੇਸ਼ਾ ਹੀ ਸਾਹਿਤ ਜਿਹੜਾ ਹੁੰਦਾ ਹੈ ਉਹ ਕ੍ਰਾਂਤੀਕਾਰੀ ਰੁਚੀਆਂ ਦੇ ਵਿੱਚ, ਕ੍ਰਾਂਤੀਕਾਰੀ ਜਿਹੜੇ ਅੱਗੇ ਕਾਰਜ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ। ਸੋ ਮਾਰਕਸਵਾਦੀਆਂ ਨੇ ਵੀ ਇਸ ਤੋਂ ਸਿੱਖਿਆ ਹੈ। ਸੋ ਇਸ ਕਰਕੇ ਜਿਹੜੇ ਵੀ ਅੱਗੇ ਬਦਲਾਅ ਆਉਣਗੇ
ਉਹਦੇ ਵਿੱਚ ਸਾਹਿਤ ਦਾ ਰੋਲ, ਕਵਿਤਾ ਦਾ ਰੋਲ, ਕਹਾਣੀ ਦਾ ਰੋਲ, ਨਾਵਲ ਦਾ ਰੋਲ, ਨਾਟਕਾਂ ਦਾ ਰੋਲ ਜਿਹੜਾ ਹੈਗਾ ਬਹੁਤ ਮਹੱਤਵਪੂਰਨ ਪਹਿਲਾਂ ਵੀ ਸੀਗਾ ਔਰ ਅਗਲੇ ਦਿਨਾਂ ਦੇ ਵਿੱਚ ਵੀ ਹੋਏਗਾ। ਅਮਰਿੰਦਰ ਜੀ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੱਖ-ਵੱਖ ਯਾਨੀ ਕਿ ਸਾਹਿਤ ਦੇ ਨਾਲ ਵਿੱਚ ਤੁਸੀਂ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ, ਫਿਰ ਜਿਹੜੇ ਅਜੋਕਾ ਕਿਸਾਨ ਮੂਵਮੈਂਟ ਚੱਲ ਰਹੀ ਹੈ ਉਹਦੇ ਵਿੱਚ ਗਾਇਕਾਂ ਦਾ ਰੋਲ ਨੂੰ ਬਹੁਤ ਘੱਟ ਸ਼ਬਦਾਂ ਦੇ ਵਿੱਚ ਇਸ ਨੂੰ ਸਮੋਇਆ। ਤੇ ਪਰ ਹੁਣ ਜੇ ਆਪਾਂ ਥੋੜਾ ਜਿਹਾ ਸੀਰੀਅਸ ਮੁੱਦੇ ਵੱਲ ਚੱਲੀਏ ਕਿ ਜਿਹੜਾ ਜੇ ਆਪਾਂ ਸਿੰਪਲ ਸਮਝਣਾ ਹੋਵੇ ਇੱਕ ਆਮ ਬੰਦੇ ਨੇ ਕਿ ਉਹਨੂੰ ਜ਼ਿਆਦਾ ਮਾਰਕਸਿਜ਼ਮ ਨਹੀਂ ਪਤਾ ਹੈਗਾ, ਪਰ ਉਹਨੇ ਇਹ ਸਮਝਣਾ ਹੋਵੇ ਕਿ ਮਾਰਕਸਿਜ਼ਮ ਦਾ ਅਰਥ ਸ਼ਾਸਤਰ ਕੀ ਆ, ਉਹਨਾਂ ਦਾ ਜਿਹੜੀ ਇਕੋਨਮੀ ਆ ਉਹ ਕਿਵੇਂ ਚੱਲੇਗੀ, ਯਾਨੀ ਕਿ ਜਿਹੜੀ ਆਪਾਂ ਹਿਸਟਰੀ ਦੇ ਵਿੱਚ ਚੱਲੀ ਹੈ, ਜਿਹੜੀ ਕਿ ਸੋਵੀਅਤ ਸੰਘ ਦੇ ਵਿੱਚ ਚੱਲੀ ਸੀਗੀ, ਉਹਦੇ ਵਿੱਚ ਜੇ ਤੁਸੀਂ ਕੁਝ ਬਰੀਫ ਦੱਸੋ ਕਿ ਉਹ ਇਕੋਨਮੀ ਕਿਵੇਂ ਦੀ ਹੋਊਗੀ। ਅਮਰਿੰਦਰ ਜੀ ਦੇਖੋ, ਪਹਿਲੀ ਗੱਲ ਤਾਂ ਜੇ ਆਪਾਂ ਇੱਕ ਲਾਈਨ ਦੇ ਵਿੱਚ ਗੱਲ ਸਮਝਣੀ ਹੋਵੇ ਤਾਂ ਉਹ ਇਹ ਹੈ ਕਿ ਅੱਜ ਦੇ ਦੌਰ ਦੇ ਵਿੱਚ ਵੀ ਜਿਹੜੇ ਆਮ ਲੋਕ ਨੇ, ਜਿਹੜੇ ਗਰੀਬ ਲੋਕ ਨੇ, ਕਿਸੇ ਵੀ ਖਿੱਤੇ ਦੇ, ਮੈਂ ਇਕੱਲੇ ਹਿੰਦੁਸਤਾਨ ਦੇ ਜਾਂ ਕਿਸੇ ਪੰਜਾਬ ਦੇ ਜਾਂ ਪਾਕਿਸਤਾਨ ਦੇ ਜਾਂ ਇੱਕ ਖਿੱਤੇ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਪੂਰੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੀ ਗੱਲ ਕਰ ਰਿਹਾ। ਇਹਦਾ ਮਤਲਬ ਇਹ ਹੈ ਕਿ ਇਹਨਾਂ ਮੁਲਕਾਂ ਦੇ ਗਰੀਬ ਲੋਕ ਜਿਹੜੇ ਨੇ ਉਹ ਇੱਕ ਚੰਗੀ ਜ਼ਿੰਦਗੀ ਜੀ ਸਕਦੇ ਨੇ ਜੇਕਰ ਪਲੈਨਡ ਇਕੋਨਮੀ ਅਸੀਂ ਇੱਥੇ ਸਥਾਪਿਤ ਕਰ ਦਾਂਗੇ। ਇੱਕ ਲਾਈਨ ਹੈ, ਮਾਰਕਸ ਨੇ ਕਿਹਾ ਕਿ ਮੌਜੂਦਾ ਸਿਸਟਮ ਦੇ ਵਿੱਚ, ਚਾਹੇ ਉਹ ਪੂੰਜੀਵਾਦ ਪਹਿਲਾਂ ਦਾ ਮਾਰਕਸ ਵੇਲੇ ਦਾ ਸੀਗਾ, ਚਾਹੇ ਅੱਜ ਦਾ ਗਲੋਬਲਾਈਜੇਸ਼ਨ ਦਾ ਸਿਸਟਮ ਹੈ ਜਿਹਨੂੰ ਅਸੀਂ ਅੱਜ ਨਵ ਸਾਮਰਾਜ ਕਹਿੰਦੇ ਨੇ, ਬਹੁਤ ਸਾਰੇ ਇਹਨੂੰ ਨਾਮ ਦਿੰਦੇ ਆ, ਲਿਬਰਲਾਈਜੇਸ਼ਨ ਕਹਿੰਦੇ ਆ, ਪ੍ਰਾਈਵੇਟਾਈਜੇਸ਼ਨ ਕਹਿੰਦੇ ਆ। ਇਸ ਸਿਸਟਮ ਦੇ ਵਿੱਚ ਵੀ ਆਮ ਲੋਕਾਂ ਨੂੰ ਇੱਕ ਚੰਗੀ ਜ਼ਿੰਦਗੀ ਜਿਉਣਾ, ਜਿਵੇਂ ਮੈਂ ਕਿਹਾ ਕਿ ਆਰਟ ਦੇ ਸਹਾਰੇ, ਨੇਚਰ ਦੇ ਸਹਾਰੇ, ਜਾਂ ਇੱਕ ਚੰਗੀ ਜਿਹੜੀ ਜ਼ਿੰਦਗੀ ਜਿਉਣ ਦੇ ਪੈਮਾਨੇ ਨੇ ਉਹਦੇ ਮੁਤਾਬਕ ਉਹਨੂੰ ਚੰਗੀ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਪਹਿਲੀ ਗੱਲ ਤਾਂ ਇਸ ਨੂੰ ਸਾਨੂੰ ਸਮਝ ਲੈਣਾ ਚਾਹੀਦਾ। ਔਰ ਜਿਹੜੇ ਇਹ ਸਾਮਰਾਜੀ ਮੁਲਕ ਜਾਂ ਸਾਮਰਾਜੀ ਜਿਹੜੇ ਲੋਕ ਨੇ ਇਹ ਕਹਿੰਦੇ ਨੇ ਕਿ ਬੇਰੁਜ਼ਗਾਰੀ ਇਸ ਲਈ ਆ ਕਿਉਂਕਿ ਆਬਾਦੀ ਵੱਧ ਗਈ, ਬੇਰੁਜ਼ਗਾਰੀ ਇਸ ਲਈ ਆ ਕਿਉਂਕਿ ਇੱਥੇ ਜਿਹੜਾ ਨੇ ਲੋਕ ਕੰਮ ਨਹੀਂ ਕਰਦੇ। ਯਾਨੀ ਕਿ ਇਸ ਤਰ੍ਹਾਂ ਦੇ ਜਿਹੜੀ ਹੈਗੇ ਭਰਮ ਭੁਲੇਖਿਆਂ ਦੇ ਵਿੱਚ ਜਿਹੜੀ ਇਕੋਨਮੀ ਨੂੰ ਰੱਖਿਆ ਜਾਂਦਾ ਹੈ, ਉਸ ਦੀ ਬਜਾਏ ਮਾਰਕਸਵਾਦ ਜਾਂ ਮਾਰਕਸ ਨੇ ਇਹ ਕਿਹਾ ਕਿ ਇਸ ਸਿਸਟਮ ਕੋਲੇ ਜਾਂ ਇਸ ਪੂੰਜੀਵਾਦੀ ਪ੍ਰਬੰਧ ਦੇ ਵਿੱਚ ਬਹੁਤ ਕੁਝ ਹੈ ਜਿਹੜਾ ਇਸ ਸਿਸਟਮ ਤੋਂ ਵੱਖਰੇ ਹੋ ਕੇ, ਯਾਨੀ ਕਿ ਪਲੈਨਡ ਇਕੋਨਮੀ ਦੇ ਰਾਹੀਂ ਜੇ ਅਸੀਂ ਪਲੈਨਿੰਗ ਕਰ ਲਾਂਗੇ, ਜੇ ਸਾਡਾ ਪੈਸਾ ਅਡਾਨੀਆਂ ਅਬਾਨੀਆਂ ਕੋਲੇ ਜਾਂ ਜਿਹੜਾ ਮਲਟੀਨੇਸ਼ਨਲ ਕੰਪਨੀਆਂ ਜਾਂ ਜਿਹੜਾ ਕਾਰਪੋਰੇਟ ਵਰਲਡ ਹੈ, ਜੇਕਰ ਉਹਨਾਂ ਕੋਲੇ ਇਕੱਠਾ ਹੋਣ ਦੀ ਬਜਾਏ ਇਹ ਸਾਰਾ ਪੈਸਾ ਲੋਕਾਂ ਦੇ ਉੱਤੇ ਲੱਗੇਗਾ, ਲੋਕਾਂ ਦੇ ਰੁਜ਼ਗਾਰ ਲਈ ਲੱਗੇਗਾ, ਲੋਕਾਂ ਦੀਆਂ ਕਲਾਵਾਂ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਲੱਗੇਗਾ, ਲੋਕਾਂ ਨੂੰ ਚੰਗਾ ਜੀਵਨ ਜਿਉਣ ਦੇ ਲਈ ਜਿਹੜਾ ਹੈਗਾ ਉਹ ਪੈਸਾ ਉਹਨਾਂ ਦੇ ਉੱਤੇ ਲੱਗੇਗਾ, ਲੋਕਾਂ ਨੂੰ ਚੰਗਾ ਰੁਜ਼ਗਾਰ ਔਰ ਚੰਗੀ ਸਿਹਤ, ਚੰਗੀ ਸਿੱਖਿਆ ਦੇਣ ਦੇ ਲਈ ਲੱਗੇਗਾ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਇੱਕ ਜਿਹੜਾ ਹੈਗਾ ਚੰਗਾ ਸਮਾਜ ਬਣ ਸਕਦਾ ਹੈ, ਵਧੀਆ ਸਮਾਜ ਬਣ ਸਕਦਾ ਹੈ, ਔਰ ਜਿਹਦੇ ਵਿੱਚ ਸਾਰੇ ਲੋਕ ਜਿਹੜੇ ਨੇ ਬਰਾਬਰੀ ਦਾ ਅਧਿਕਾਰ ਜਿਹੜੇ ਨੇ ਉਹ ਮਿਲ ਸਕਦਾ ਸਭ ਨੂੰ। ਔਰ ਜੇਕਰ ਇਹੀ ਸਿਸਟਮ ਚੱਲਦਾ ਰਿਹਾ, ਉਹਨਾਂ ਨੇ ਕਿਹਾ, ਤਾਂ ਫਿਰ ਜਿਹੜਾ ਹੈਗਾ ਬਹੁਤ ਸਾਰੀਆਂ ਸਮੱਸਿਆਵਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਨੇ, ਹੁਣ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਸਕਦੀਆਂ ਨੇ। ਸੋ ਪਹਿਲੀ ਗੱਲ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਮਾਰਕਸ ਨੇ ਜਿਹੜੀ ਇੱਕ ਪਲੈਨਡ ਇਕੋਨਮੀ ਦੀ ਜਿਹੜੀ ਹੈਗੀ ਲੋੜ ਮਹਿਸੂਸ ਕੀਤੀ। ਪਲੈਨਡ ਇਕੋਨਮੀ ਦਾ ਕੀ ਮਤਲਬ ਹੈ? ਪਲੈਨਡ ਇਕੋਨਮੀ ਦਾ ਮਤਲਬ ਹੈ ਕਿ ਹਰ ਮੁਲਕ ਦੇ ਕੋਲੇ, ਤੁਹਾਡੇ ਕੋਲੇ ਰਿਸੋਰਸਸ ਕਿਹੜੇ ਹੈ, ਸਰੋਤ ਕੀ ਨੇ ਜਿੱਥੋਂ ਤੁਹਾਨੂੰ ਜਿਹੜੇ ਨੇ ਰॉ ਮਟੀਰੀਅਲ ਮਿਲ ਸਕਦਾ ਹੈ ਜਾਂ ਹੋਰ ਸਾਧਨ ਜਿਹੜੇ ਨੇ ਉਹ ਮਿਲ ਸਕਦੇ ਨੇ, ਤੇ ਤੁਹਾਡੀਆਂ ਲੋੜਾਂ ਕੀ ਨੇ। ਇਹਨਾਂ ਲੋੜਾਂ ਨੂੰ ਔਰ ਰਿਸੋਰਸਸ ਨੂੰ ਮਿਲਾਇਆ ਜਾਏ ਔਰ ਉਹਦੇ ਵਿੱਚੋਂ ਪਲੈਨਡ ਇਕੋਨਮੀ ਜਿਹੜੀ ਹੈਗੀ ਆ ਕੱਢੀ ਜਾਏ। ਉਸ ਨੂੰ ਉਹਨਾਂ ਨੇ ਕਿਹਾ ਕਿ ਜੇ ਆਪਾਂ ਅੱਜ ਦੇ ਦੌਰ ਦੇ ਵਿੱਚ ਇਸ ਇਕੋਨਮੀ ਨੂੰ ਨਾਂ ਦੇਣਾ ਹੋਵੇ ਤਾਂ ਇਹਨੂੰ ਕਹਾਂਗੇ ਸੋਸ਼ਲਿਸਟਿਕ ਓਰੀਐਂਟਡ ਆਟੋਨੋਮਸ ਇਕਨੋਮਿਕ ਡਿਵੈਲਪਮੈਂਟ। ਜੇ ਇਹਨੂੰ ਨਾਮ ਦੇਣਾ ਹੋਵੇ ਤਾਂ ਇਹਦਾ ਨਾਮ ਹੈ ਕਿ ਸੋਸ਼ਲਿਸਟਿਕ ਓਰੀਐਂਟਡ ਆਟੋਨੋਮਸ ਇਕਨੋਮਿਕ ਡਿਵੈਲਪਮੈਂਟ। ਇਹਨੂੰ ਨਾਮ ਜਿਹੜਾ ਹੈਗਾ ਵੱਖਰੀ ਇਕੋਨਮੀ ਨੂੰ, ਪਲੈਨਡ ਇਕੋਨਮੀ ਨੂੰ ਦਿੱਤਾ ਜਾ ਸਕਦਾ ਹੈ। ਇਹਦਾ ਮਤਲਬ ਇਹੀ ਹੈ ਕਿ ਰਿਸੋਰਸਿਸ ਔਰ ਲੋਕਾਂ ਦੀਆਂ ਲੋੜਾਂ ਨੂੰ ਤੁਹਾਨੂੰ ਜ਼ਰੂਰ ਸਮਝਣਾ ਹੋਏਗਾ ਕਿ ਲੋਕ ਕੀ ਚਾਹੁੰਦੇ ਨੇ। ਹੁਣ ਮੰਨ ਲਓ ਆਪਾਂ ਅੱਜ ਦੀ ਗੱਲ ਕਰੀਏ ਕਿ ਅੱਜ ਹਿੰਦੁਸਤਾਨ ਦੇ ਲੋਕ ਕੀ ਚਾਹੁੰਦੇ ਨੇ, ਚੰਗਾ ਰੁਜ਼ਗਾਰ ਚਾਹੁੰਦੇ ਨੇ, ਚੰਗੀ ਐਜੂਕੇਸ਼ਨ ਚਾਹੁੰਦੇ ਨੇ, ਚੰਗੀ ਜਿਹੜੀ ਹੈਗੀ ਹੈਲਥ ਚਾਹੁੰਦੇ ਨੇ, ਚੰਗਾ ਵਾਤਾਵਰਨ ਚਾਹੁੰਦੇ ਨੇ, ਸ਼ੁੱਧ ਪਾਣੀ ਚਾਹੁੰਦੇ ਨੇ, ਸ਼ੁੱਧ ਹਵਾ ਚਾਹੁੰਦੇ ਨੇ। ਪਰ ਸਾਨੂੰ ਦਿੱਤਾ ਕੀ ਜਾ ਰਿਹਾ? ਦਿੱਤਾ ਉਹ ਕਹਿੰਦੇ ਨੇ ਕਿ ਨਾ ਤਾਂ ਤੁਹਾਡੇ ਕੋਲ ਰੁਜ਼ਗਾਰ ਤੁਹਾਨੂੰ ਦਿੱਤਾ ਜਾ ਰਿਹਾ, ਨਾ ਚੰਗੀ ਸਿਹਤ ਦਿੱਤੀ ਜਾ ਰਹੀ ਹੈ, ਨਾ ਚੰਗੀ ਐਜੂਕੇਸ਼ਨ ਦਿੱਤੀ ਜਾ ਰਹੀ ਹੈ।
ਕਿਉਂਕਿ ਪ੍ਰਾਈਵੇਟਾਈਜੇਸ਼ਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਮਨੁੱਖ ਤੋਂ ਖੋਹ ਲਈਆਂ ਗਈਆਂ ਨੇ, ਆਮ ਲੋਕਾਂ ਤੋਂ ਖੋਹ ਲਈਆਂ ਗਈਆਂ ਨੇ। ਸਿਰਫ ਜਿਹਦੇ ਕੋਲੇ ਪੈਸਾ ਹੈ ਉਹ ਐਜੂਕੇਸ਼ਨ ਲੈ ਸਕਦਾ ਹੈ, ਜਿਹਦੇ ਕੋਲੇ ਪੈਸਾ ਹੈ ਉਹ ਚੰਗੀ ਸਿਹਤ, ਚੰਗੀਆਂ ਦਵਾਈਆਂ ਖਰੀਦ ਸਕਦਾ ਹੈ। ਜਿਹੜੇ ਗਰੀਬ ਲੋਕ ਨੇ, ਆਮ ਲੋਕ ਨੇ, ਉਹ ਇਹਨਾਂ ਚੀਜ਼ਾਂ ਤੋਂ ਵਾਂਝੇ ਹੁੰਦੇ ਜਾ ਰਹੇ ਨੇ ਔਰ ਲਗਾਤਾਰ। ਜੀ 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 ਅਮਰਿੰਦਰ ਜੀ, ਆਪਾਂ ਜੇ ਇੱਕ ਦੀ ਕੋਈ ਐਗਜ਼ਾਮਪਲ ਮੈਨੂੰ ਦੱਸ ਦਿਓ ਕਿ ਜਿਹੜੇ ਵਿਊਅਰਸ ਨੂੰ ਵੀ ਸਮਝਣ 'ਚ ਸੌਖਾ ਹੋਵੇ ਕਿ ਜਿਹੜੀ ਸੋਵੀਅਤ ਦੇ ਵਿੱਚ ਸੀ ਉਹਨਾਂ ਨੇ ਉੱਥੇ ਜਿਹੜੀ ਇਕੋਨਮੀ ਚਲਾਈ ਆ, ਕਿ ਇੱਕ ਦੋ ਕੋਈ ਇਹੋ ਜਿਹੀਆਂ ਐਗਜ਼ਾਮਪਲਸ ਜਿਵੇਂ ਲੋਕਾਂ ਦੇ ਘਰਾਂ ਦੇ ਨਾਲ ਸੰਬੰਧਿਤ ਹੋਣ, ਜਾਂ ਕੋਈ ਪਬਲਿਕ ਕੋਈ ਜਿਵੇਂ ਹਸਪੀਟਲ ਹੁੰਦੇ ਨੇ, ਪਬਲਿਕ ਹਸਪੀਟਲ ਹੁੰਦੇ ਨੇ, ਜਾਂ ਹੋਰ ਕੋਈ ਇਹੋ ਜਿਹਾ ਕੋਈ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਐਗਜ਼ਾਮਪਲ ਹੈ ਕਿ ਜਿਹਦੇ ਨਾਲ ਉਹ ਟੈਕਸ ਸਿਸਟਮ ਉਹਨਾਂ ਦਾ ਕਿਵੇਂ ਚੱਲਿਆ ਸੀਗਾ, ਟੈਕਸ ਸਿਸਟਮ ਤੇ ਉਹਨਾਂ ਦੀ ਜਿਹੜੀਆਂ ਗਵਰਨਮੈਂਟ ਵੱਲੋਂ ਪ੍ਰੋਵਾਈਡਡ ਸਰਵਿਸਿਜ਼ ਸੀ ਉਹਨਾਂ ਦੇ ਵਿੱਚ ਉਹ ਕਿਵੇਂ ਉਸ ਨੂੰ ਸੰਭਾਲ ਕੇ ਰੱਖਦੇ ਸਨ, ਕਿਵੇਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦੇ ਸਨ? ਜੀ ਜੀ, ਬਹੁਤ ਅੱਛਾ ਪੁਆਇੰਟ ਹੈ। ਪਹਿਲੀ ਗੱਲ ਤਾਂ ਦੇਖੋ, ਮਾਰਕਸ ਨੂੰ ਲੈ ਕੇ ਜਾਂ ਮਾਰਕਸਿਜ਼ਮ ਨੂੰ ਲੈ ਕੇ ਬਹੁਤ ਸਾਰੀ ਦੁਨੀਆ ਦੇ ਵਿੱਚ ਐਕਸਪੈਰੀਮੈਂਟਸ ਹੋਏ, ਔਰ ਇਹ ਯੂਰਪ ਦੇ ਵਿੱਚ ਵੀ ਹੋਏ, ਜਰਮਨ 'ਚ ਹੋਏ, ਫਰਾਂਸ 'ਚ ਹੋਏ, ਇੰਗਲੈਂਡ 'ਚ ਹੋਏ, ਔਰ ਇੱਥੋਂ ਤੱਕ ਕਿ ਅਮਰੀਕਾ 'ਚ ਵੀ ਕੋਸ਼ਿਸ਼ ਕੀਤੀ ਗਈ। ਔਰ ਪਰ ਨਤੀਜਾ ਕੀ ਨਿਕਲਿਆ? ਪਰ ਮਾਰਕਸ ਨੇ ਕਿਹਾ ਸੀਗਾ ਕਿ ਜਿਹੜਾ ਇਤਿਹਾਸ ਹੁੰਦਾ, ਹਿਸਟਰੀ ਹੁੰਦੀ ਹੈ, ਇਹ ਤੁਹਾਡੇ ਨਾਲ ਟ੍ਰਿਕ ਖੇਡਦੀ ਹੈ, ਔਰ ਇਹ ਮਾਰਕਸ ਨਾਲ ਵੀ ਟ੍ਰਿਕ ਖੇਡਿਆ ਗਿਆ ਹਿਸਟਰੀ ਨੇ। ਔਰ ਜਿਸ ਕਿਸਮ ਦੀ ਉਹਨਾਂ ਨੂੰ ਉਮੀਦ ਸੀਗੀ ਕਿ ਯੂਰਪ ਦੇ ਵਿੱਚ, ਕਿਉਂਕਿ ਉਸ ਵੇਲੇ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਆਪਣੀ ਪੂਰੇ ਉੱਪਰ ਸੀਗਾ, ਪੂਰੇ ਸਿਖਰ ਤੇ ਸੀਗਾ, ਚਰਮ ਸੀਮਾ ਤੇ ਸੀਗਾ, ਉੱਥੇ ਉਹਨਾਂ ਨੂੰ ਲੱਗਦਾ ਸੀਗਾ ਸ਼ਾਇਦ ਯੂਰਪ ਦੇ ਵਿੱਚ ਇਨਕਲਾਬ ਸਭ ਤੋਂ ਪਹਿਲਾਂ ਆਏਗਾ। ਪਰ ਇਤਿਹਾਸ ਨੇ ਟ੍ਰਿਕ ਖੇਡਿਆ। ਉੱਥੋਂ ਦੇ ਜਿਹੜੇ ਕਮਿਊਨਿਸਟ ਲੀਡਰ ਸੀਗੇ ਉਹ ਜਿਹੜੇ ਸੱਤਾਵਾਨ ਲੋਕਾਂ ਦੇ ਨਾਲ ਮਿਲ ਗਏ, ਔਰ ਉਹ ਜਿਹੜਾ ਹੈਗਾ ਉਹ ਇਨਕਲਾਬ ਪਿੱਛੇ ਚਲਾ ਗਿਆ। ਉਹ ਪੋਲਿਟਿਕਸ ਨੇ ਸਮਝੌਤਾ ਕੀਤਾ ਆਪਣੇ ਹਾਕਮਾਂ ਦੇ ਨਾਲ, ਜਿਹਦੇ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ, ਜਿਹੜਾ ਅੱਜ ਆਪਾਂ ਕਹਿੰਦੇ ਹਾਂ ਕਿ ਵੈਲਫੇਅਰ ਸਟੇਟ ਦੀ ਗੱਲ ਕਰਦੇ ਹਾਂ, ਜਦੋਂ ਉਹਨਾਂ ਨੇ ਕਿਹਾ ਤੁਸੀਂ ਇਨਕਲਾਬ ਨਾ ਕਰੋ, ਤੁਸੀਂ ਵੈਲਫੇਅਰ ਸਟੇਟ ਲੈ ਲਓ। ਔਰ ਯੂਰਪ ਦੇ ਵਿੱਚ ਉਸ ਕਰਕੇ ਜਿਹੜਾ ਹੈਗਾ ਅੱਜ ਜਿਹੜੀ ਵੈਲਫੇਅਰ ਆਪਾਂ ਸਟੇਟ ਯੂਰਪ ਦੀ ਦੇਖ ਰਹੇ ਹਾਂ, ਹਾਲਾਂਕਿ ਟੁੱਟ ਰਹੀ ਆ ਹੁਣ, ਇਹ ਨਹੀਂ ਹੈ ਕਿ ਵੈਲਫੇਅਰ ਸਟੇਟ ਅੱਜ ਉਸੇ ਕਿਸਮ ਦੀ ਹੈ ਜਿਸ ਕਿਸਮ ਦੀ ਪਹਿਲਾਂ ਸੀਗੀ, ਪਰ ਟੁੱਟਣ ਦੇ ਬਾਵਜੂਦ ਉਸ ਵੇਲੇ ਇਹ ਕਿਹਾ ਗਿਆ ਕਿ ਤੁਸੀਂ ਇਨਕਲਾਬ ਨਾ ਕਰੋ, ਸਾਡੇ ਉੱਤੇ ਗੋਲੀਆਂ ਨਾ ਚਲਾਇਓ, ਤੁਹਾਡੇ ਨਾਲ ਅਸੀਂ ਸਮਝੌਤਾ ਕਰ ਲੈਂਦੇ ਹਾਂ, ਔਰ ਤੁਹਾਨੂੰ ਅਸੀਂ ਬਹੁਤ ਵਧੀਆ ਚੀਜ਼ਾਂ ਜੋ ਤੁਸੀਂ ਚਾਹੁੰਦੇ ਹੋ ਅਸੀਂ ਉਹ ਤੁਹਾਨੂੰ ਵੈਲਫੇਅਰ ਸਟੇਟ ਦੇ ਰਾਹੀਂ ਦੇਵਾਂਗੇ। ਪਰ ਕੁਝ ਕੰਟਰੀਜ਼ ਦੇ ਵਿੱਚ ਜਿਹੜਾ ਸੀਗਾ ਉਹ ਆਇਆ ਕਿੱਥੇ? ਬਿਲਕੁਲ ਪਛੜੇ ਮੁਲਕ ਦੇ ਵਿੱਚ। ਜਿਵੇਂ ਆਪਾਂ ਹੁਣ ਰੂਸ ਦੀ ਗੱਲ ਕਰਦੇ ਹਾਂ, ਰੂਸ ਉਸ ਵੇਲੇ ਜਿਹੜਾ ਸੀਗਾ ਦੁਨੀਆ ਦਾ ਪਛੜਿਆ ਹੋਇਆ ਮੁਲਕ ਸੀਗਾ, ਔਰ ਚਾਹੇ ਉਹ ਫਿਊਡਲ ਸਿਸਟਮ ਉੱਥੇ ਲਾਗੂ ਸੀਗਾ, ਜ਼ਾਰ ਜਿਹੜੇ ਸੀਗੇ ਉਹ ਉੱਥੇ ਸੱਤਾਵਾਨ ਸੀਗੇ, ਔਰ ਇਸੇ ਤਰ੍ਹਾਂ ਬਹੁਤ ਥੋੜਾ ਜਿਹੜਾ ਜਿਸ ਕਿਸਮ ਦਾ ਜਿਹੜਾ ਸੈਕੰਡਰੀ ਕੈਪੀਟਲਿਜ਼ਮ ਸੀਗਾ, ਸਰਮਾਏਦਾਰੀ ਪ੍ਰਬੰਧ ਸੀਗਾ, ਉਹ ਉੱਥੇ ਆ ਰਿਹਾ ਸੀਗਾ। ਕਿਸੇ ਨੂੰ ਉਮੀਦ ਨਹੀਂ ਸੀਗਾ, ਈਵਨ ਇੱਥੋਂ ਤੱਕ ਕਿ ਲੈਨਨ ਨੂੰ ਵੀ ਉਮੀਦ ਨਹੀਂ ਸੀਗੀ ਕਿ ਰੂਸ ਦੇ ਵਿੱਚ ਇਨਕਲਾਬ ਆ ਜਾਏਗਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸਟਰਗਲ ਕਰ ਰਿਹਾ, ਕੋਈ ਗੱਲ ਨਹੀਂ, ਆ ਵੀ ਸਕਦਾ, ਨਹੀਂ ਵੀ ਆ ਸਕਦਾ, ਪਰ ਆਇਆ ਉੱਥੇ। ਔਰ ਹੁਣ ਕੀ ਹੈ ਕਿ ਆਇਆ ਪਛੜੇ ਮੁਲਕ ਦੇ ਵਿੱਚ। ਹੁਣ ਤੁਸੀਂ ਦੇਖੋਗੇ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਉਹਨਾਂ ਪਾਲਿਸੀਆਂ ਦੇ ਨਾਲ, ਉਸ ਇਨਕਲਾਬ ਦੇ ਕਰਕੇ ਜੋ 1917 ਦੇ ਵਿੱਚ ਆਉਂਦਾ, ਤਾਂ ਉਹ ਪਛੜਿਆ ਹੋਇਆ ਮੁਲਕ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਉਹ ਦੁਨੀਆ ਦੀ ਸਭ ਤੋਂ ਇੱਕ ਮਹਾਸ਼ਕਤੀ ਬਣਿਆ, ਅੱਜ ਵੀ ਮਹਾਸ਼ਕਤੀ ਬਣਿਆ ਹੋਇਆ। ਰੂਸ ਜਿਹੜਾ ਸੀਗਾ ਉਹਨਾਂ ਪਾਲਿਸੀਆਂ ਦੇ ਕਰਕੇ ਉਹਨੂੰ ਪਛੜੇ ਮੁਲਕ ਦੇ ਵਿੱਚੋਂ ਕੱਢ ਕੇ ਜਿਹੜਾ ਸੀਗਾ ਉਹਨਾਂ ਨੂੰ, ਉਸ ਮੁਲਕ ਦੇ ਲੋਕਾਂ ਨੂੰ ਇੱਕ ਪੂਰੀ ਦੁਨੀਆ ਦੇ ਵਿੱਚ ਇੱਕ ਮਹਾਸ਼ਕਤੀ ਬਣਾਇਆ। ਕਿੰਨਾ ਨੇ? ਲੋਕਾਂ ਨੇ। ਔਰ ਉਹਨਾਂ ਨੇ ਬਦਲਾਅ ਕੀ ਕੀਤੇ? ਉਹਨਾਂ ਨੇ ਕਿਹਾ ਕਿ ਹਰ ਚੀਜ਼ ਜਿਹੜੀ ਹੋਏਗੀ ਹੁਣ ਪੂੰਜੀ ਦੇ ਆਧਾਰਿਤ ਨਹੀਂ ਹੋਏਗੀ, ਹੁਣ ਮੁਨਾਫੇ ਦੇ ਆਧਾਰਿਤ ਨਹੀਂ ਹੋਏਗੀ। ਜੋ ਵੀ ਚੀਜ਼ ਹੋਏਗੀ, ਚਾਹੇ ਉਹ ਫੈਕਟਰੀਆਂ ਨੇ, ਫੈਕਟਰੀਆਂ ਦੇ ਉੱਤੇ ਜਿਹੜੇ ਮਜ਼ਦੂਰਾਂ ਦਾ ਕਬਜ਼ਾ ਹੋਏਗਾ, ਮਜ਼ਦੂਰ ਇਹਨਾਂ ਫੈਕਟਰੀਆਂ ਨੂੰ ਚਲਾਉਣਗੇ, ਸਰਕਾਰ ਇਹਨਾਂ ਫੈਕਟਰੀਆਂ ਨੂੰ ਚਲਾਏਗੀ। ਇਸੇ ਤਰ੍ਹਾਂ ਜਿਹੜੀਆਂ ਜ਼ਮੀਨਾਂ ਨੇ, ਕਈ ਵਾਰੀ ਬਹੁਤ ਸਾਰਾ ਜਿਹੜੇ ਨੇ ਦੋਸ਼ ਵੀ ਲੱਗਦੇ ਨੇ ਕਿ ਤੁਸੀਂ ਬਹੁਤ ਸਾਰਾ ਜਿਹੜਾ ਹੈਗਾ ਮਨੁੱਖੀ ਜਾਨਾਂ ਦਾ ਘਾਣ ਕੀਤਾ। ਉਹ ਇਸ ਲਈ ਘਾਣ ਕੀਤਾ ਗਿਆ ਕਿਉਂਕਿ ਜਿਹੜੇ ਉੱਥੋਂ ਦੇ ਜ਼ਗੀਰਦਾਰ ਲੋਕ ਸੀਗੇ, ਜਿਹੜੇ ਕਿ ਵੱਡੇ ਜਿਨ੍ਹਾਂ ਕੋਲੇ ਹਜ਼ਾਰਾਂ ਏਕੜ ਜ਼ਮੀਨ ਸੀਗੀ, ਉਹ ਆਪਣੀ ਜ਼ਮੀਨ ਨਹੀਂ ਸੀ ਛੱਡ ਰਹੇ। ਬਹੁਤ ਕੋਸ਼ਿਸ਼ਾਂ ਹੋਈਆਂ ਕਿ ਤੁਸੀਂ ਆਪਣੀ ਜ਼ਮੀਨ ਛੱਡੋ, ਅਸੀਂ ਇਹਨਾਂ ਨੂੰ ਲੋਕਾਂ ਦੀ ਜ਼ਮੀਨ ਦੇਣਾ ਚਾਹੁੰਦੇ ਹਾਂ, ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨਾਂ ਦੇਣਾ ਚਾਹੁੰਦੇ ਹਾਂ, ਜਿੱਥੇ ਉਹ ਆਪਣਾ ਹਲ ਵਾਹ ਰਹੇ ਨੇ, ਆਪਣੀ ਖੇਤੀਬਾੜੀ ਕਰ ਰਹੇ ਨੇ। ਪਰ ਉਹਨਾਂ ਜ਼ਗੀਰਦਾਰਾਂ ਨੇ ਨਹੀਂ ਛੱਡੀਆਂ, ਔਰ ਅਖੀਰ ਨੂੰ ਫਿਰ ਉਹਨਾਂ ਦੇ ਉੱਤੇ
ਵੱਡੇ ਸਟੈਪ ਜਿਹੜੇ ਸੀਗੇ ਸਰਕਾਰ ਨੂੰ ਲੈਣੇ ਪਏ। ਸੋ ਕਹਿਣ ਦਾ ਮਤਲਬ ਹੈਗਾ ਇੱਕ ਪਾਸੇ ਜਿਹੜੀਆਂ ਕਾਰਖਾਨੇ ਸੀਗੇ, ਇੰਡਸਟਰੀ ਸੀਗੀ, ਉਹਨਾਂ ਨੂੰ ਸਟੇਟ ਦੇ ਅੰਡਰ ਕੀਤਾ ਗਿਆ, ਔਰ ਦੂਜੇ ਪਾਸੇ ਜਿਹੜੀਆਂ ਜ਼ਮੀਨਾਂ ਸੀ, ਖੇਤੀਬਾੜੀ ਸੀਗੀ, ਉਹ ਵੀ ਛੋਟੀਆਂ ਛੋਟੀਆਂ ਸੋਵੀਅਤ ਬਣਾ ਕੇ ਉਹਨਾਂ ਨੂੰ, ਉਹਨਾਂ ਦੀ ਜ਼ਿੰਮੇਵਾਰੀ ਕਿਸਾਨਾਂ ਨੂੰ ਸੌਂਪੀ ਗਈ, ਔਰ ਇੱਕ ਕੋਆਪਰੇਟਿਵ ਖੇਤੀ ਦਾ ਮਾਡਲ, ਕੋਆਪਰੇਟਿਵ ਮਾਡਲ ਜਿਹੜਾ ਹੈਗਾ ਖੇਤੀਬਾੜੀ ਦਾ, ਉਹ ਪਹਿਲੀ ਵਾਰੀ ਜਿਹੜਾ ਹੈਗਾ ਰਸ਼ੀਆ ਦੇ ਵਿੱਚ ਲਿਆਂਦਾ ਗਿਆ, ਰੂਸ ਦੇ ਵਿੱਚ ਲਿਆਂਦਾ ਗਿਆ, ਔਰ ਜਿਹਦੇ ਕਰਕੇ ਚਾਹੇ ਉੱਥੋਂ ਦੀ ਜਿਹੜੀ ਖੇਤੀਬਾੜੀ ਨੰਬਰ 1 ਤੇ ਪਹੁੰਚੀ, ਔਰ ਇਸੇ ਤਰ੍ਹਾਂ ਉੱਥੋਂ ਦਾ ਜਿਹੜਾ ਇੰਡਸਟਰੀਲਾਈਜੇਸ਼ਨ ਹੋਈ, ਉਹਦੇ ਨਾਲ ਉੱਥੋਂ ਦਾ ਜਿਹੜਾ ਉਹ ਬਹੁਤ ਸਾਰੀਆਂ ਚੀਜ਼ਾਂ ਉੱਥੇ ਬਣਨ ਲੱਗੀਆਂ, ਔਰ ਨਤੀਜਾ ਇਹ ਹੋ ਗਿਆ ਕਿ ਦੁਨੀਆ ਦਾ ਪਹਿਲੇ ਜਿਹੜੇ 25-30 ਸਾਲ ਨੇ ਰੂਸ ਦੇ, ਉਹਦੇ ਨਾਲ ਕੀ ਹੋਏਗਾ ਕਿ ਦੁਨੀਆ ਦੀਆਂ ਪਹਿਲੇ ਜਿਹੜੇ ਮੁਲਕਾਂ ਦੇ ਵਿੱਚ ਆ ਗਿਆ। ਇਸੇ ਤਰ੍ਹਾਂ ਆਪਾਂ ਚਾਈਨਾ ਦੀ ਗੱਲ ਕਰ ਲਓ, ਜਦੋਂ ਮਾਓ ਨੇ 1949 ਦੇ ਵਿੱਚ ਇੱਥੇ ਇਨਕਲਾਬ ਲਿਆਂਦਾ, ਤਾਂ ਅਗਲੇ 20-25 ਸਾਲਾਂ ਦੇ ਵਿੱਚ ਇਹੀ ਪਛੜਿਆ ਹੋਇਆ ਮੁਲਕ, ਜਿਹਨੂੰ ਅਫੀਮਚੀਆਂ ਦਾ ਮੁਲਕ ਕਿਹਾ ਜਾਂਦਾ ਸੀਗਾ, ਔਰ ਉੱਥੋਂ ਦੇ ਜਿਹੜੇ ਅੰਗਰੇਜ਼ ਸਾਮਰਾਜ ਸੀਗਾ, ਉਹਨਾਂ ਨੇ ਚੀਨੀਆਂ ਨੂੰ ਅਫੀਮ ਤੇ ਲਾ ਦਿੱਤਾ ਸੀਗਾ, ਅਫੀਮਚੀ ਬਣਾ ਦਿੱਤਾ ਸੀਗਾ। ਤਾਂ ਉੱਥੋਂ ਕੱਢ ਕੇ ਉਹ ਅੱਜ ਆਪਾਂ ਦੇਖ ਰਹੇ ਹਾਂ ਕਿ ਅੱਜ ਜੇ ਚੀਨ ਅੱਗੇ ਹੈ ਤਾਂ ਉਹ ਮਾਓ ਦੀਆਂ ਪਾਲਿਸੀਆਂ ਕਰਕੇ ਅੱਗੇ ਹੈ। ਸੋ ਉੱਥੇ ਕੀ ਨਾਰਾ ਦਿੱਤਾ, ਕਿਉਂਕਿ ਚੀਨ ਦੀ ਜਦੋਂ ਆਪਾਂ ਐਗਜ਼ਾਮਪਲ ਲੈਂਦੇ ਹਾਂ ਤਾਂ ਚੀਨ ਦੇ ਵਿੱਚ ਮਾਓ ਨੇ ਬਹੁਤ ਖੂਬਸੂਰਤ ਨਾਰਾ ਦਿੱਤਾ, ਸਲੋਗਨ ਦਿੱਤਾ। ਉਸ ਵੇਲੇ ਉਹਨਾਂ ਨੇ ਕਿਸਾਨ ਨੂੰ ਕਿਹਾ, ਕਿਉਂਕਿ ਕਿਸਾਨੀ ਦਾ ਮੁਲਕ ਸੀਗਾ ਸਾਡੇ ਵਾਂਗ, ਭਾਰਤ ਵਾਂਗ ਚੀਨ ਵੀ ਜਿਹੜਾ ਸੀਗਾ ਕਿਸਾਨੀ ਵਾਲਾ ਮੁਲਕ ਸੀਗਾ। ਤਾਂ ਉਹਨਾਂ ਨੇ ਕਿਹਾ ਕਿ ਲੀਵ ਐਗਰੀਕਲਚਰ, ਡੋਂਟ ਲੀਵ ਵਿਲੇਜ। ਕਿਸਾਨੀ ਨੂੰ ਨਾਰਾ ਦਿੱਤਾ ਕਿ ਤੂੰ ਖੇਤੀ ਛੱਡਦੀ ਪਰ ਪਿੰਡ ਨਾ ਛੱਡੀ, ਕਿਉਂਕਿ ਉਹਨਾਂ ਨੇ ਕਿਹਾ ਮੈਂ ਪਿੰਡ ਦੇ ਵਿੱਚ ਤੇਰੇ ਕੋਲੇ ਉਹ ਸਹੂਲਤਾਂ ਲੈ ਕੇ ਆਵਾਂਗਾ ਜਿਹੜੀਆਂ ਸ਼ਹਿਰ ਦੇ ਵਿੱਚ ਇੱਕ ਸ਼ਹਿਰੀ ਨੂੰ ਮਿਲਦੀਆਂ ਨੇ। ਯਾਨੀ ਕਿ ਮੈਂ ਤੇਰੇ ਕੋਲ ਇੰਡਸਟਰੀ ਲੈ ਕੇ ਆਊਂਗਾ, ਮੈਂ ਤੇਰੇ ਕੋਲੇ ਇੱਥੇ ਹੀ ਪਿੰਡ ਦੇ ਵਿੱਚ ਹੀ ਤੇਰੇ ਕੋਲੇ ਸਕੂਲ ਲੈ ਕੇ ਆਊਂਗਾ, ਤੇਰੇ ਕੋਲ ਕਾਲਜ ਲੈ ਕੇ ਆਊਂਗਾ, ਤੇ ਤੈਨੂੰ ਇੱਥੇ ਚੰਗੇ ਹਸਪੀਟਲ ਬਣਾ ਕੇ ਦਊਂਗਾ। ਸੋ ਤੈਨੂੰ ਪਿੰਡ ਛੱਡਣ ਦੀ ਲੋੜ ਨਹੀਂ ਹੈ, ਸ਼ਹਿਰ ਚ ਆਉਣ ਦੀ ਲੋੜ ਨਹੀਂ ਹੈ, ਤੈਨੂੰ ਸਾਰਾ ਕੁਝ ਉਹ ਡਾਕਟਰ ਭੀਮਿੰਦਰ ਸਿੰਘ ਜੀ, ਇੱਕ ਇੱਥੇ ਹੁਣ ਕੁਐਸਚਨ ਬਣਦਾ, ਤੁਸੀਂ ਬਹੁਤ ਵਧੀਆ ਗੱਲ ਦੱਸੀ ਕਿ ਮਾਓ ਸਾਹਿਬ ਨੇ ਕਿਹਾ ਕਿ ਮੈਂ ਪਿੰਡਾਂ ਵਿੱਚ ਆਊਂਗਾ, ਤੁਹਾਡੇ ਜਿਹੜੇ ਹਸਪੀਟਲ ਲੈ ਕੇ ਆਊਂਗਾ, ਜੋ ਤਰ੍ਹਾਂ ਦਾ ਇਨਫਰਾਸਟ੍ਰਕਚਰ ਪਿੰਡਾਂ ਦੇ ਵਿੱਚ ਬਣੂਗਾ। ਪਰ ਸਾਡੇ ਅਕਸਰ ਕੀ ਇੱਕ ਕਿ ਮਿੱਥ ਆ ਜਾਂ ਸੱਚ ਹੈ ਕਿ ਜਦੋਂ ਵੀ ਕੋਈ ਇੰਡਸਟਰੀ ਪਿੰਡਾਂ ਚ ਆਉਣੀ ਚਾਹੁੰਦੀ ਹੈ ਤਾਂ ਉਦੋਂ ਅਕਸਰ ਮੈਂ ਦੇਖਿਆ ਕਿ ਇੰਡੀਆ ਦੇ ਵਿੱਚ ਕਿ ਜਿਹੜਾ ਲੈਫਟ ਹੈ ਉਹ ਉਸਨੂੰ ਆਉਣ ਤੋਂ ਰੋਕਦਾ ਹੈ। ਮਤਲਬ ਕਿ ਉਹ ਭਾਵੇਂ ਸਰਕਾਰੀ ਹੋਵੇ, ਮਤਲਬ ਜਦੋਂ ਕੋਈ ਜ਼ਮੀਨ ਅਕਵਾਇਰ ਕਰਨੀ ਹੈ ਉਹ ਭਾਵੇਂ ਸਰਕਾਰ ਕਰ ਰਹੀ ਹੋਵੇ, ਈਵਨ ਕਿ ਸੜਕਾਂ ਵੱਡੀਆਂ ਕਰਨੀਆਂ ਹੋਣ, ਜਾਂ ਉੱਥੇ ਕਿਸਾਨ ਯੂਨੀਅਨਾਂ ਆ ਕੇ ਉਹਨੂੰ ਰੋਕ ਦਿੰਦੀਆਂ ਨੇਗੀਆਂ ਜਾਂ ਦਖਲ ਦਿੰਦੀਆਂ ਨੇ, ਉਹਨੂੰ ਫਿਰ ਤੁਸੀਂ ਉਸ ਨਾਲ ਕਿੱਦਾਂ ਜਸਟੀਫਾਈ ਕਰੋਗੇ ਕਿ ਮਾਓ ਦੀ ਸਟੇਟਮੈਂਟ ਨੂੰ ਤੇ ਜਿਹੜੇ ਕਿ ਲੈਫਟ ਆ ਉਹਨਾਂ ਦੇ ਜਿਹੜਾ ਵਿਵਹਾਰ ਆ ਗਵਰਨਮੈਂਟ ਦੇ ਨਾਲ ਇਸ ਤਰ੍ਹਾਂ ਦਾ ਕਿ ਲੋਕਾਂ ਨੂੰ ਰੋਕਣਾ, ਰੈਜ਼ਿਸਟ ਕਰਨਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜੀ ਅਮਰਿੰਦਰ ਜੀ, ਬਹੁਤ ਹੀ ਵਧੀਆ ਸਵਾਲ ਔਰ ਮਹੱਤਵਪੂਰਨ ਸਵਾਲ ਹੈ। ਹੁਣ ਆਪਾਂ ਕੀ ਕਹਿੰਦੇ ਆ ਕਿ ਜਿਹੜੀ ਤਰੱਕੀ ਹੁੰਦੀ ਹੈ, ਤਰੱਕੀ ਦੋ ਤਰ੍ਹਾਂ ਦੀ ਹੈ। ਇੱਕ ਹੈ ਕੈਪੀਟਲਿਸਟ ਤਰੱਕੀ, ਸਰਮਾਏਦਾਰੀ ਦੀ ਤਰੱਕੀ, ਜਿਹਦੇ ਵਿੱਚ ਯੂਰਪੀਅਨ ਮੁਲਕ, ਯੂਰਪ ਦੇ ਮੁਲਕ, ਜਿਵੇਂ ਮੈਂ ਕਿਹਾ ਕਿ ਉਹਨਾਂ ਨੇ ਉਸ ਵੇਲੇ ਜਿਹੜੇ ਕਮਿਊਨਿਸਟ ਲੀਡਰਾਂ ਦੇ ਨਾਲ ਸਮਝੌਤਾ ਕਰਕੇ ਵੈਲਫੇਅਰ ਸਟੇਟ ਦੇਤੀ, ਪਰ ਬੁਨਿਆਦੀ ਤੌਰ ਤੇ ਉਹ ਕੈਪੀਟਲਿਸਟ ਮੁਲਕ ਹੀ ਬਣੇ ਰਹੇ। ਸੋ ਇੱਕ ਹੁੰਦੀ ਹੈ ਸਮਾਜਵਾਦੀ ਜਾਂ ਸੋਸ਼ਲਿਸਟਿਕ ਤਰੱਕੀ, ਆਪਾਂ ਕਹਿੰਦੇ ਆ, ਜਿਹੜੀ ਮੈਂ ਦੋ ਐਗਜ਼ਾਮਪਲਾਂ ਤੁਹਾਨੂੰ ਚੀਨ ਔਰ ਰੂਸ ਦੀਆਂ ਦਿੱਤੀਆਂ ਨੇ। ਇੱਕ ਪਾਸੇ ਹੁੰਦੀ ਹੈ ਤਰੱਕੀ ਜਿਹੜੀ ਹੈਗੀ ਹੈ ਉਹ ਕੈਪੀਟਲਿਸਟ ਤਰੱਕੀ। ਹੁਣ ਤੁਸੀਂ ਐਗਜ਼ਾਮਪਲਾਂ, ਜਦੋਂ ਅਸੀਂ ਇਹਨੂੰ ਸਰਮਾਏਦਾਰਾਂ ਦੀ ਤਰੱਕੀ ਕਹਿੰਦੇ ਆ, ਹੁਣ ਤਰੱਕੀ ਤਾਂ ਇਸ ਵੇਲੇ ਅਡਾਨੀ ਅੰਬਾਨੀ ਵੀ ਕਰਨਾ ਚਾਹੁੰਦੇ ਨੇ। ਹੁਣ ਅਡਾਨੀ ਅੰਬਾਨੀ ਦੀ ਤਰੱਕੀ ਕਿੱਦਾਂ ਦੀ ਹੋਏਗੀ? ਜਾਂ ਹੁਣ ਸੜਕਾਂ, ਮੰਨ ਲਓ ਅਡਾਨੀ ਅੰਬਾਨੀ ਦੀਆਂ ਕੰਪਨੀਆਂ ਸੜਕਾਂ ਬਣਾਉਂਦੀਆਂ ਨੇ ਪੰਜਾਬ ਦੇ ਵਿੱਚ, ਤਾਂ ਉਹਨਾਂ ਦਾ ਮਕਸਦ ਕੀ ਹੈ ਕਿ ਲੋਕਾਂ ਦਾ ਭਲਾ ਕਰਨਾ ਜਾਂ ਉੱਥੋਂ ਆਪਣਾ ਮੁਨਾਫਾ ਲੈਣਾ? ਟੋਲ ਪਲਾਜ਼ੇ ਲਾ ਕੇ ਉੱਥੋਂ ਮਤਲਬ ਸਾਲਾਂ ਤੱਕ ਜਿਹੜਾ ਤੁਸੀਂ ਉੱਥੋਂ ਟੈਕਸ ਇਕੱਠਾ ਕਰ ਰਹੇ ਹੋ, ਉਹ ਮਕਸਦ ਹੈ, ਜਾਂ ਉਹ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਹੈ? ਇਹਦੇ ਪਿੱਛੇ ਮਨਸ਼ਾ ਕੀ ਹੈ? ਮਨਸ਼ਾ ਜਦੋਂ ਅਸੀਂ ਸੋਸ਼ਲਿਸਟਿਕ ਤਰੱਕੀ ਦੀ ਦੇਖਦੇ ਹਾਂ ਤਾਂ ਲਾਜ਼ਮੀ ਤੌਰ ਤੇ ਉਹ ਕੰਟਰੋਲ ਜਿਹੜਾ ਹੈਗਾ, ਮਾਰਕੀਟ ਨੂੰ ਕੰਟਰੋਲ ਕੌਣ ਕਰਦਾ ਹੈ? ਸਟੇਟ ਕਰਦੀ ਹੈ, ਸਰਕਾਰ ਕਰਦੀ ਹੈ। ਪਰ ਦੂਜੇ ਪਾਸੇ ਜਿਹੜੀ ਕੈਪੀਟਲਿਸਟ ਤਰੱਕੀ ਹੈ, ਇਹਨੂੰ ਕੌਣ ਕਰਦਾ ਹੈ ਕੰਟਰੋਲ? ਇਹਨੂੰ ਮਾਰਕੀਟ ਕੰਟਰੋਲ ਕਰਦੀ ਹੈ। ਜਦੋਂ ਮਾਰਕੀਟ ਕੰਟਰੋਲ ਕਰੇਗੀ ਤਰੱਕੀ ਨੂੰ, ਤਾਂ ਲਾਜ਼ਮੀ ਤੌਰ ਤੇ ਤਰੱਕੀ ਆਮ ਲੋਕਾਂ ਦੀ ਨਹੀਂ ਹੋਏਗੀ, ਉਹ ਕੁਝ ਖਾਸ ਗਿਣੇ ਚੁਣੇ ਲੋਕਾਂ ਦੀ ਹੋ ਜਾਏਗੀ। ਜਿਹਦੇ ਕਰਕੇ ਜਦੋਂ ਤੁਸੀਂ ਆਪਾਂ ਮੰਨ ਲਓ ਆਪਾਂ ਬੰਗਾਲ ਦੀ ਗੱਲ ਕਰੀਏ, ਬੰਗਾਲ ਦੀ ਉਸ ਵੇਲੇ ਦੀ ਲੈਫਟ ਗਵਰਨਮੈਂਟ ਨੂੰ ਕਿੱਥੇ ਸਮੱਸਿਆ ਆਈ? ਉਹਨਾਂ ਨੇ ਜਦੋਂ ਟਾਟਾ ਨੂੰ ਜਿਹੜਾ ਨੈਨੋ ਦਾ ਜਿਹੜਾ ਕਾਰਖਾਨਾ ਲਾਉਣ ਦੇ ਲਈ ਹਜ਼ਾਰਾਂ ਏਕੜ ਕਿਸਾਨਾਂ ਦੀ ਜ਼ਮੀਨ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਤੁਸੀਂ ਕਬਜ਼ਾ ਕਰ ਲਓ, ਇਹ ਤੁਹਾਨੂੰ ਅਸੀਂ ਸਟੇਟ ਨੂੰ ਦੇ ਰਹੇ ਹਾਂ।
ਨਤੀਜਾ ਕੀ ਨੰਦੀਗ੍ਰਾਮ ਦੀ ਨਿਕਲਿਆ? ਘਟਨਾ ਨੰਦੀਗ੍ਰਾਮ ਦੀ, ਹਾਂ, ਨਤੀਜਾ ਉਹਦਾ ਕੀ ਨਿਕਲਿਆ ਕਿ ਲੋਕਾਂ ਨੇ, ਬੇਸ਼ੱਕ ਉੱਥੇ ਸਟੇਟ ਜਿਹੜੀ ਸੀਗੀ ਲੈਫਟਾਂ ਦੀ ਸੀਗੀ, ਪਰ ਲੋਕਾਂ ਦੇ ਜਦੋਂ ਉਹਨਾਂ ਨੂੰ ਲੱਗਿਆ, ਕਿਸਾਨਾਂ ਨੂੰ, ਕਿ ਸਾਡੀਆਂ ਜ਼ਮੀਨਾਂ ਦੇ ਉੱਤੇ ਜਿਹੜਾ ਹੈਗਾ ਕਬਜ਼ਾ ਕੀਤਾ ਜਾ ਰਿਹਾ, ਉਹ ਆਪਣੀਆਂ ਜ਼ਮੀਨਾਂ ਬਚਾਉਣ ਲਈ ਅੱਗੇ ਆਏ ਔਰ ਨੰਦੀਗ੍ਰਾਮ ਦੀ ਘਟਨਾ ਵਾਪਰੀ, ਗੋਲੀ ਚੱਲੀ ਔਰ ਨਤੀਜਾ ਕੀ ਨਿਕਲਿਆ ਕਿ ਲੈਫਟ ਨੂੰ ਅੱਜ ਮੈਨੂੰ ਲੱਗਦਾ ਕਿ ਤਿੰਨ ਵਾਰੀਆਂ ਮਮਤਾ ਜੀ ਅੱਜ ਉੱਥੇ ਜਿਹੜੇ ਨੇ ਮੁੱਖ ਮੰਤਰੀ ਬਣੇ ਹੋਏ ਆ, ਸਿਰਫ ਉਸ ਨੰਦੀਗ੍ਰਾਮ ਕਰਕੇ। ਔਰ ਪਹਿਲੀ ਵਾਰੀ ਤੁਸੀਂ ਦੇਖਿਆ ਕਿ ਹੁਣ ਨੰਦੀਗ੍ਰਾਮ ਤੋਂ ਹੀ ਉਹ ਜਿੱਤੇ ਨੇ, ਕਿਉਂਕਿ ਉਹ ਪੁਰਾਣੀ ਹਿਸਟਰੀ ਉਹਨਾਂ ਦੇ ਕੋਲੇ ਸੀਗੀ। ਮੇਰਾ ਕਹਿਣ ਦਾ ਮਤਲਬ ਹੈ, ਐਗਜ਼ਾਮਪਲ ਮੈਂ ਤੁਹਾਨੂੰ ਇਸ ਲਈ ਦੇ ਰਿਹਾ ਕਿ ਤਰੱਕੀ ਨੂੰ ਤੁਹਾਨੂੰ ਡਿਫਾਈਨ ਕਰਨਾ ਪਏਗਾ। ਇੱਕ ਤਰੱਕੀ ਹੈ ਕਿ ਸੋਸ਼ਲਿਸਟਿਕ ਤਰੱਕੀ, ਜਿਹਦੇ ਵਿੱਚ ਆਮ ਲੋਕਾਂ ਦੀ ਤਰੱਕੀ ਹੋਏਗੀ ਔਰ ਆਮ ਲੋਕ ਥੱਲੇ ਤੱਕ ਉਹ ਤਰੱਕੀ ਜਾਏਗੀ। ਜਿਵੇਂ ਮਾਓ ਨੇ ਕਿਹਾ ਕਿ ਮੈਂ ਤੁਹਾਡੇ ਕੋਲੇ ਪਿੰਡ ਦੇ ਵਿੱਚ ਸਾਰੀਆਂ ਚੀਜ਼ਾਂ ਲੈ ਕੇ ਆਉਂਗਾ। ਜਦੋਂ ਤੁਹਾਡੀ ਇਹੀ ਤਰੱਕੀ, ਜੇ ਕੈਪੀਟਲਿਸਟ ਤਰੱਕੀ ਹੈ, ਇਹੀ ਤਾਂ ਹੁਣ ਅਡਾਨੀ ਅੰਬਾਨੀ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਪਿੰਡਾਂ ਦੇ ਵਿੱਚ ਹਰ ਚੀਜ਼ ਸਹੂਲਤ ਦੇਵਾਂਗੇ। ਕਿਹੜੀ ਸਹੂਲਤ ਦੇਵਾਂਗੇ? ਚਾਹੇ ਤੁਹਾਡੇ ਅਸੀਂ ਗੋਦਾਮ ਵੱਖਰੇ ਬਣਾ ਦਾਂਗੇ, ਸਾਡੇ ਗੋਦਾਮ ਬਣਨਗੇ, ਸਾਡੀਆਂ ਮੰਡੀਆਂ ਬਣਨਗੀਆਂ, ਅਸੀਂ ਤੁਹਾਨੂੰ ਏਸੀ ਮੰਡੀ ਦੇਵਾਂਗੇ, ਅਸੀਂ ਤੁਹਾਨੂੰ ਮੰਡੀ ਦੀਆਂ ਬਹੁਤ ਸਾਰੀਆਂ ਸਹੂਲਤਾਂ ਦੇ ਦਾਂਗੇ, ਤੁਸੀਂ ਚਿੰਤਾ ਨਾ ਕਰੋ। ਹੁਣ ਪਰ ਮਨਸ਼ਾ ਕੀ ਹੈ ਇਹਦੇ ਪਿੱਛੇ? ਸਵਾਲ ਇਹ ਹੈ, ਮਨਸ਼ਾ ਕੀ ਹੈ ਕਿ ਸਾਡੀਆਂ ਫਸਲਾਂ ਨੂੰ, ਸਾਡੀਆਂ ਨਸਲਾਂ ਨੂੰ ਕੰਟਰੋਲ ਕਰਨਾ, ਸਾਡੀਆਂ ਜ਼ਮੀਨਾਂ ਨੂੰ ਕੰਟਰੋਲ ਕਰਨਾ, ਕਿਸਾਨੀ ਨੂੰ ਕੰਟਰੋਲ ਕਰਨਾ ਔਰ ਉਹਦੇ ਵਿੱਚੋਂ ਮੁਨਾਫਾ ਔਰ ਅਰਬਾਂ ਖਰਬਾਂ ਦਾ ਮੁਨਾਫਾ ਜਿਹੜਾ ਹੈਗਾ ਉਹ ਸਾਡੀਆਂ ਜ਼ਮੀਨਾਂ ਦੇ, ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੇਚ ਕੇ ਜਾਂ ਖਰੀਦ ਕੇ, ਜਿਹੜਾ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਹ ਚਾਹੁੰਦੀਆਂ ਨੇ। ਸੋ ਇਸੇ ਕਰਕੇ ਤਾਂ ਅੱਜ ਸਾਡਾ ਕਿਸਾਨ ਜਿਹੜਾ ਹੈਗਾ ਸੜਕਾਂ ਦੇ ਉੱਤੇ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਇਹ ਜਿਹੜੀ ਤਰੱਕੀ ਸਾਡੀ ਚਾਹੁੰਦੇ ਨੇ, ਜਿਹੜੀ ਮੋਦੀ ਸਾਹਿਬ ਕਹਿੰਦੇ ਨੇ ਕਿ 22 ਦੇ ਵਿੱਚ ਅਸੀਂ ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ। ਆਮਦਨ ਦੁੱਗਣੀ ਕਿਹਨਾਂ ਦੀ ਹੋਏਗੀ? ਇਹਨਾਂ ਅਡਾਨੀਆਂ ਬਾਨੀਆਂ ਦੀ ਹੋਏਗੀ। ਸੋ ਮੇਰਾ ਕਹਿਣ ਦਾ, ਮੈਂ ਐਗਜ਼ਾਮਪਲਾਂ ਇਸ ਲਈ ਦੇ ਰਿਹਾ ਸਾਡੇ ਇੰਡੀਆ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ, ਕਿਉਂਕਿ ਤਰੱਕੀ ਨੂੰ ਜਦੋਂ ਅਸੀਂ ਡਿਫਾਈਨ ਕਰਦੇ ਹਾਂ ਕਿ ਤਰੱਕੀ ਅਡਾਨੀਆਂ ਬਾਨੀਆਂ ਦੀ ਚਾਹੁੰਦੇ ਆ ਜਾਂ ਆਮ ਲੋਕਾਂ ਦੀ ਚਾਹੁੰਦੇ ਆ। ਜੇ ਤਾਂ ਅਸੀਂ ਅਡਾਨੀਆਂ ਬਾਨੀਆਂ ਦੀ ਚਾਹੁੰਦੇ ਆ, ਫਿਰ ਤਾਂ ਉਹ ਗਲੋਬਲਾਈਜੇਸ਼ਨ ਦੇ ਰਾਹੀਂ ਆਏਗੀ, ਮੋਦੀ ਸਾਹਿਬ ਦੇ ਰਾਹੀਂ ਆਏਗੀ, ਜੋ ਕਾਂਗਰਸ ਦੀਆਂ ਪਾਲਿਸੀਆਂ ਨੇ 1990 ਤੋਂ ਬਾਅਦ ਦੀਆਂ ਉਹ ਰਹੀਆਂ ਨੇ, ਉਹਨਾਂ ਦੀਆਂ ਪਾਲਿਸੀਆਂ ਦੇ ਰਾਹੀਂ ਆਏਗੀ। ਜੇ ਅਸੀਂ ਲਾਜ਼ਮੀ ਤੌਰ ਤੇ ਕਿਸਾਨਾਂ ਦੀ ਤਰੱਕੀ ਚਾਹੁੰਦੇ ਆ, ਗਰੀਬਾਂ ਦੀ ਤਰੱਕੀ ਚਾਹੁੰਦੇ ਆ, ਮਜ਼ਦੂਰਾਂ ਦੀ ਤਰੱਕੀ ਚਾਹੁੰਦੇ ਆ, ਤਾਂ ਸਾਨੂੰ ਇਹਦੇ ਪੈਰਲਲ ਇੱਕ ਨਵੀਂ ਇਕਨੋਮਿਕ ਜਿਹੜਾ ਹੈਗਾ ਉਹ ਇਕਨੋਮੀ ਖੜੀ ਕਰਨੀ ਪਏਗੀ, ਜਿਹਦਾ ਨਾਮ ਹੋਏਗਾ ਸੋਸ਼ਲਿਸਟਿਕ ਓਰੀਐਂਟਡ ਆਟੋਨੋਮਸ ਇਕਨੋਮਿਕ ਡਿਵੈਲਪਮੈਂਟ। ਜੇ ਤੁਸੀਂ ਇਹ ਕਰੋਗੇ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਆਮ ਲੋਕ ਅੱਗੇ ਆ ਸਕਦੇ ਆ। ਜੀ ਅਮਰਿੰਦਰ ਜੀ ਡਾਕਟਰ ਸਾਹਿਬ, ਇੱਕ ਤੇ ਹੁਣ ਨੰਦੀਗ੍ਰਾਮ ਦੀ ਤੁਸੀਂ ਚਰਚਾ ਕਰ ਲਈ ਕਿ ਹੁਣ ਨੰਦੀਗ੍ਰਾਮ ਹੈ ਕਿ ਉਹਦੇ ਵਿੱਚ ਜੇ ਟਾਟਾ, ਤੁਹਾਡਾ ਪਰਸਨਲ ਕੀ ਵਿਊ ਹੈ ਕਿ ਜੇ ਉੱਥੇ ਟਾਟਾ ਜਾ ਕੇ ਹਜ਼ਾਰਾਂ ਏਕੜ ਜ਼ਮੀਨ ਬਾਏ ਕਰ ਲੈਂਦਾ, ਬਾਏ ਕਰਕੇ ਉਹਦਾ ਜਿਹੜਾ ਸਹੀ ਜੋ ਮੁਆਵਜ਼ਾ ਸੀ ਉਹ ਕਿਸਾਨਾਂ ਨੂੰ ਦੇ ਦਿੰਦਾ, ਜਾਂ ਉਹਨਾਂ ਵਿੱਚੋਂ ਕਿਸੇ ਨੂੰ ਕੁਝ ਨੌਕਰੀਆਂ ਵੀ ਅਵੇਲੇਬਲ ਕਰਾਉਂਦਾ, ਤੇ ਉਹਦੇ ਨਾਲ ਫਿਰ ਲੋਕਾਂ ਦਾ ਫਾਇਦਾ ਹੋਣਾ ਸੀ ਕਿ ਨੁਕਸਾਨ ਹੋਣਾ ਸੀ? ਕਿ ਸਾਡੇ ਲਈ ਆਈਡੀਓਲੋਜੀ ਜ਼ਿਆਦਾ ਇੰਪੋਰਟੈਂਟ ਆ ਕਿ ਪੂਰੀ ਦੁਨੀਆ 'ਚ ਕੀ ਹੋ ਰਿਹਾ, ਤੇ ਉਹ ਜ਼ਿਆਦਾ ਇੰਪੋਰਟੈਂਟ ਹੈ ਕਿ ਜਿਹੜੇ ਇੱਕ ਸਟੇਟ ਵਾਸਤੇ ਉਹਦੇ ਲੋਕਾਂ ਦੀ ਭਲਾਈ ਜ਼ਿਆਦਾ ਇੰਪੋਰਟੈਂਟ ਹੈ? ਅਮਰਿੰਦਰ ਜੀ ਦੇਖੋ, ਇਹੀ ਗੱਲ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇਕਰ ਤੁਸੀਂ ਉਹਨਾਂ ਨੂੰ ਟਾਟਿਆਂ ਨੂੰ, ਬਿਰਲਿਆਂ ਨੂੰ, ਅਡਾਨੀਆਂ ਨੂੰ, ਅੰਬਾਨੀਆਂ ਨੂੰ ਸਸਤੇ ਰੇਟਾਂ ਦੇ ਉੱਤੇ ਆਪਣੀਆਂ ਜ਼ਮੀਨਾਂ ਦਓਗੇ, ਹੁਣ ਵੀ ਅੰਬਾਨੀ ਕੀ ਸਸਤੇ ਨਹੀਂ, ਜੇ ਸਪੋਜ਼ ਕਰੋ ਕਿ ਗਵਰਨਮੈਂਟ ਫਿਕਸ ਕਰ ਦੇਵੇ ਕਿ 5 ਕਰੋੜ ਤੋਂ ਘੱਟ ਨਹੀਂ ਲੈਣਾ ਜਾਂ 4 ਕਰੋੜ ਤੋਂ ਘੱਟ ਨਹੀਂ ਲੈਣਾ ਹੈਗਾ, ਜੇ ਕਿਸੇ ਇੰਡਸਟਰੀਲਿਸਟ ਨੇ ਲੈਣੀ ਆ ਆਪਣੀ, ਤੇ ਫਿਰ ਤੁਹਾਡਾ ਕੀ ਖਿਆਲ ਹੋਊਗਾ ਕਿ ਜੇ ਚਲੋ ਜੀ 4 ਕਰੋੜ ਪਰ ਕਿੱਲਾ ਆ ਤੇ ਇਸ ਤੋਂ ਘੱਟ ਕੋਈ ਵੇਚ ਨਹੀਂ ਸਕਦਾ, ਨਹੀਂ ਕੋਈ ਬਾਏ ਨਹੀਂ ਕਰ ਸਕਦਾ ਹੈਗਾ, ਫਿਰ ਤੁਹਾਡਾ ਕੀ ਖਿਆਲ ਹੋਊਗਾ ਕਿ ਇਹ ਕਿੱਦਾਂ ਦੀ ਫੈਕਟਰੀਆਂ ਬਣਨੀਆਂ ਚਾਹੀਦੀਆਂ ਕਿ ਨਹੀਂ? ਜੀ ਬਹੁਤ ਅੱਛੀ ਗੱਲ ਹੈ, ਬਹੁਤ ਅੱਛਾ ਤੁਹਾਡਾ ਸਵਾਲ ਹੈ। ਮੈਂ ਪਹਿਲੀ ਗੱਲ ਤਾਂ ਇਹ ਕਹਿ ਰਿਹਾ ਕਿ ਜਿਹੜੀ ਨੰਦੀਗ੍ਰਾਮ ਦੇ ਵਿੱਚ ਜਿਹੜੀ ਉੱਥੇ ਜ਼ਮੀਨ ਦਿੱਤੀ ਗਈ ਸੀ, ਉਹ ਕੋਈ ਉਸ ਨੂੰ ਮਾਰਕੀਟ ਰੇਟ ਦੇ ਅਨੁਸਾਰ ਨਹੀਂ ਸੀ ਦਿੱਤੀ ਗਈ, ਉਹਨਾਂ ਨੂੰ ਬਹੁਤ ਸਸਤੇ ਰੇਟ ਦੇ ਉੱਤੇ ਦਿੱਤੀ ਗਈ ਸੀ। ਪਹਿਲੀ ਗੱਲ ਤਾਂ ਸਾਨੂੰ ਇਹ ਸਮਝਣੀ ਚਾਹੀਦੀ ਹੈ। ਦੂਸਰੀ ਗੱਲ, ਜੇ ਇਹ ਹੋ ਜਾਂਦੀ ਹੈ ਮੰਨ ਲਓ, ਤਾਂ ਕੀ ਹੋਏਗਾ ਕਿ ਤੁਸੀਂ ਸਾਡੇ ਕਿਸਾਨ ਜਿਹੜਾ ਹੈਗਾ, ਜਿਸ ਕਿਸਮ ਦੇ ਕਿਸਾਨਾਂ ਨੂੰ ਲੋੜ ਹੈ, ਮੰਨ ਲਓ ਅੱਜ ਸਾਡਾ ਜਿਹੜਾ 85% ਜਿਹੜਾ ਭਾਰਤ ਦਾ ਕਿਸਾਨ ਹੈ ਉਹ 5 ਏਕੜ ਤੋਂ ਥੱਲੇ ਵਾਲਾ ਕਿਸਾਨ ਹੈ, ਯਾਨੀ ਕਿ ਜਾਂ ਤਾਂ ਉਹ ਮਾਰਜਨਲ ਕਿਸਾਨ ਹੈ 2.5 ਏਕੜ ਤੋਂ ਥੱਲੇ, ਜਾਂ ਕੋਈ ਮੈਕਸਿਮਮ ਜਿਹੜੇ ਨੇ 35-40% ਜਿਹੜੇ ਨੇ ਉਹ 5 ਏਕੜ ਤੋਂ ਜਾਂ 2.5 ਏਕੜ ਤੋਂ ਵਾਲੇ ਕਿਸਾਨ ਨੇ। ਕੁੱਲ ਮਿਲਾ ਕੇ ਆਪਾਂ ਇਹਨਾਂ ਦੀ ਗਿਣਤੀ ਕਹਿ ਸਕਦੇ ਹਾਂ ਕਿ ਲਗਭਗ 85-86% ਬਣਦੀ ਹੈ, ਜਿਹੜੇ ਕਿ ਬਿਲਕੁਲ ਐਜ ਤੇ ਇਸ ਵੇਲੇ ਚੱਲ ਰਹੇ ਨੇ। ਸੋ ਜੇਕਰ ਇਹਨਾਂ ਦੀਆਂ ਜ਼ਮੀਨਾਂ ਤੁਸੀਂ ਲੈ ਲਓਗੇ, ਮੰਨ ਲਓ ਆਪਾਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਹੋਇਆ ਇਹ,
ਔਰ ਖਾਸ ਤੌਰ ਤੇ ਚੰਡੀਗੜ੍ਹ ਦਾ ਜਿਹੜਾ ਨੇੜਲਾ ਇਲਾਕਾ ਹੈ ਬਹੁਤ ਮਹਿੰਗੇ ਮੈਂ ਤੁਹਾਨੂੰ ਖਰੜ ਦੀ ਗੱਲ ਇੱਕ ਐਗਜ਼ਾਮਪਲ ਦੇ ਕੇ ਸਮਝਾਵਾਂਗਾ, ਕਿਉਂਕਿ ਖਰੜ ਚੰਡੀਗੜ੍ਹ ਦੇ ਨਾਲ ਲੱਗਿਆ ਹੋਇਆ। ਉੱਥੋਂ ਦੇ ਕਿਸਾਨਾਂ ਨੂੰ ਬਹੁਤ ਰੇਟਾਂ ਦੇ ਉੱਤੇ, ਇਕੱਲੇ ਸਰਕਾਰੀ ਰੇਟ ਨਹੀਂ ਮੈਂ ਕਹਿ ਰਿਹਾ, ਜੇ ਉਹ ਇੱਕ ਏਕੜ 1 ਕਰੋੜ ਰੁਪਏ ਦਾ ਵਿਕਿਆ, ਹਾਲਾਂਕਿ ਸਰਕਾਰੀ ਰੇਟ ਉਸ ਵੇਲੇ 20 ਤੋਂ 25 ਲੱਖ ਦੇ ਕਿੱਲੇ ਏਕੜ ਦਾ ਸੀਗਾ, ਉਹਨਾਂ ਨੂੰ ਕਿੰਨਾ ਮਿਲਿਆ 1 ਕਰੋੜ ਰੁਪਈਆ, ਔਰ ਵੱਧ ਵੀ ਮਿਲਿਆ ਹੋ ਸਕਦਾ ਹੈ। ਤਾਂ ਉਹਨਾਂ ਨੇ ਕੀ ਕੀਤਾ ਉਸ ਪੈਸੇ ਦਾ, ਉਹਨਾਂ ਦੇ ਨਾਲ, ਕਿਉਂਕਿ ਅੱਗੇ ਪੈਸੇ ਉਹਨਾਂ ਲਈ ਕੋਈ ਇੰਡਸਟਰੀ ਨਹੀਂ ਸੀਗਾ ਜਿੱਥੇ ਉਹ ਪੈਸੇ ਨੂੰ ਇੰਡਸਟਰੀ ਦੇ ਵਿੱਚ ਲਾ ਕੇ ਹੋਰ ਪੈਸੇ ਕਮਾ ਸਕਣ, ਰੋਜ਼ਗਾਰ ਦੇ ਸਕਣ। ਉਹਨਾਂ ਦਾ ਕੀ ਹੋ ਗਿਆ ਕਿ ਜਾਂ ਤਾਂ ਉਹਨਾਂ ਨੇ ਵੱਡੀਆਂ ਕਾਰਾਂ ਲੈ ਲਈਆਂ ਜਾਂ ਵੱਡੀਆਂ ਕੋਠੀਆਂ ਪਾ ਲਈਆਂ, ਔਰ ਉਹੀ ਪੈਸਾ ਸੀਗਾ ਉਹ ਵਿਦਿਨ 6 ਮੰਥ ਜਾਂ ਸਾਲ ਦੇ ਵਿੱਚ ਉਹ ਅੱਜ ਕੰਗਾਲ ਹੋ ਗਏ। ਅੱਜ ਉਹੀ ਬੰਦੇ ਜਿਹੜੇ ਕਰੋੜ ਦਾ ਕਿੱਲਾ ਵੇਚਿਆ ਸੀਗਾ, ਜਾਂ ਤਾਂ ਉਹਨਾਂ ਦੇ ਬੱਚੇ ਨਸ਼ਿਆਂ 'ਚ ਲੱਗ ਗਏ ਜਾਂ ਉਹ ਵਿਚਾਰੇ ਅੱਜ ਜ਼ੀਰੋ ਹੋ ਕੇ ਬੈਠ ਗਏ। ਸੋ ਇਹੀ ਗੱਲ ਕੀ ਹੋਏਗਾ ਕਿ ਜੇਕਰ ਤੁਸੀਂ ਕਿਸਾਨਾਂ ਨੂੰ ਰੋਜ਼ਗਾਰ ਨਹੀਂ ਦਿਓਗੇ। ਸਰ ਤੁਹਾਨੂੰ ਇਹ ਲੱਗਦਾ ਕਿ ਸਟੇਟ ਦੀ ਗਲਤੀ ਹੈ ਕਿ ਜਿਹਨਾਂ ਨੂੰ ਕਰੋੜ 2 5 ਕਰੋੜ ਰੁਪਏ ਮਿਲ ਗਿਆ, ਕਿ ਉਹਨਾਂ ਨੂੰ ਲੋਕਾਂ ਨੂੰ ਸਮਝਾਉਣਾ ਵੀ ਇਹ ਗੱਲ ਕਿ ਤੁਸੀਂ ਇੱਕ ਵਰਤਣੇ ਕਿੱਥੇ ਆ ਪੈਸੇ, ਫਿਰ ਤਾਂ ਸਟੇਟ ਕੰਟਰੋਲਡ ਜੀ ਪੂਰੀ ਤਰੀਕੇ ਦੀ ਮੈਂ ਅਮਰਿੰਦਰ ਜੀ ਇਹੀ ਗੱਲ ਕਹਿ ਰਿਹਾ ਕਿ ਜਿਹੜੀਆਂ ਸਰਮਾਏਦਾਰੀ ਸਰਕਾਰਾਂ ਹੁੰਦੀਆਂ ਨੇ, ਜਿਹੜੀਆਂ ਜਿਵੇਂ ਹੁਣ ਮੰਨ ਲਓ ਮੋਦੀ ਦੀ ਸਰਕਾਰ ਹੈ, ਇਹ ਕਿਹਨੂੰ ਰਿਪਰੈਜ਼ੈਂਟ ਕਰਦੀ ਹੈ? ਕੈਪੀਟਲਿਸਟ ਸਿਸਟਮ ਨੂੰ ਕਰਦੀ ਹੈ, ਕਾਰਪੋਰੇਟ ਸਿਸਟਮ ਨੂੰ ਕਰਦੀ ਹੈ। ਇਹ ਉਹਨਾਂ ਦੇ ਅੱਗੇ ਮਤਲਬ ਅੱਗੇ ਕਹਿ ਸਕਦੇ ਕਠਪੁਤਲੀਆਂ ਨੇ। ਕੌਣ ਸਰਕਾਰਾਂ ਚਲਾਉਂਦਾ ਕੌਣ ਹੈ? ਚਲਾਉਂਦਾ ਤਾਂ ਅਡਾਨੀ ਅੰਬਾਨੀ ਨੇ ਨਾ, ਜਿਨ੍ਹਾਂ ਨੇ ਅਰਬਾਂ ਖਰਬਾਂ ਰੁਪਈਆ ਇਹਨਾਂ ਸਰਕਾਰਾਂ ਦੇ ਉੱਤੇ ਲਾਇਆ ਹੋਇਆ। ਆਪਾਂ ਨੂੰ ਵੀ ਪਤਾ ਹੈ ਕਿ ਬੀਜੇਪੀ ਸਰਕਾਰ ਬਣੀ ਕਿਵੇਂ ਹੈ, ਔਰ ਅਰਬਾਂ ਖਰਬਾਂ ਰੁਪਈਆ ਲੱਗਿਆ ਹੋਇਆ ਇਹਨਾਂ ਦੇ, ਅਡਾਨੀ ਅੰਬਾਨੀਆਂ ਦਾ ਲੱਗਿਆ ਹੋਇਆ। ਸੋ ਇਸੇ ਤਰ੍ਹਾਂ ਉਹ ਕਾਨੂੰਨ ਬਣਾਉਂਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਕੈਪੀਟਲਿਸਟ ਸਰਕਾਰਾਂ ਇਹੀ ਸਮਝਾਉਣ ਲੱਗ ਜਾਣ ਕਿ ਤੁਸੀਂ ਆਪਣਾ ਪੈਸਾ ਖਰਚੋ ਨਾ, ਉਹ ਤਾਂ ਚਾਹੁੰਦੀਆਂ ਨੇ, ਉਹਨਾਂ ਦਾ ਮੀਡੀਆ ਇਹ ਚਾਹੁੰਦਾ, ਉਹਨਾਂ ਦੀਆਂ ਸਰਕਾਰਾਂ, ਉਹਨਾਂ ਦੀਆਂ ਪਾਲਿਸੀਆਂ ਇਹ ਚਾਹੁੰਦੀਆਂ ਨੇ ਕਿ ਭਾਈ ਤੁਸੀਂ ਵੱਧ ਤੋਂ ਵੱਧ ਪੈਸਾ ਖਰਚੋ, ਕਾਰਾਂ ਖਰੀਦੋ, ਟਰੈਕਟਰ ਖਰੀਦੋ, ਮਸ਼ੀਨਰੀ ਖਰੀਦੋ, ਖਾਦਾਂ ਖਰੀਦੋ, ਤਾਂ ਹੀ ਤੁਸੀਂ ਜਿਹੜਾ ਹੈਗਾ ਚੰਗੇ ਵਧੀਆ ਬਣ ਸਕਦੇ ਹੋ। ਤੁਸੀਂ ਇਹੀ ਮਾਰਕੀਟ ਦਾ ਲੌਜਿਕ ਕੀ ਹੁੰਦਾ ਹੈ? ਮਾਰਕੀਟ ਨੇ ਇਹਨਾਂ ਮਤਲਬ ਖਪਤਵਾਦੀ ਜਿਹੜੀਆਂ ਰੁਚੀਆਂ ਨੇ ਉਹਨਾਂ ਨੂੰ ਪੈਦਾ ਕਰਨਾ ਹੁੰਦਾ, ਔਰ ਉਹਨਾਂ ਦੇ ਉੱਤੋਂ ਮੁਨਾਫਾ ਜਿਹੜਾ ਹੈਗਾ ਲੈਣਾ ਹੁੰਦਾ। ਸੋ ਇਸ ਕਰਕੇ ਜਿਹੜੀਆਂ ਸਰਮਾਏਦਾਰੀ ਸਰਕਾਰਾਂ ਨੇ, ਇਹਨਾਂ ਤੋਂ ਕਦੇ ਵੀ ਅਸੀਂ ਤਵੱਕੋ ਨਹੀਂ ਕਰ ਸਕਦੇ ਕਿ ਇਹ ਕਿਸਾਨ ਨੂੰ ਸਮਝਾ ਕੇ ਉਹਨੂੰ ਚੰਗੇ ਪਾਸੇ ਲਾਉਣਗੀਆਂ। ਉਹ ਤਾਂ ਚਾਹੁੰਦੀਆਂ ਨੇ ਕਿ ਉਹਨਾਂ ਦੇ ਗਾਣੇ ਤੁਸੀਂ ਸੁਣ ਲਓ। ਆਪਾਂ ਅੱਜ ਜੇ ਕੈਪੀਟਲਿਸਟ ਸਿਸਟਮ ਦੇ ਜਿਹੜੇ ਗਾਣੇ ਸੁਣੀਏ, ਉਹ ਕੀ ਕਹਿੰਦੇ ਨੇ ਕਿ ਖਾਓ ਪੀਓ ਐਸ਼ ਕਰੋ ਮਿੱਤਰੋ। ਉਹ ਤਾਂ ਚਾਹੁੰਦੇ ਨੇ ਵੀ ਤੁਸੀਂ ਖਾਓ ਪੀਓ, ਆਨੰਦ ਲਓ, ਠੀਕ ਹੈ ਨਾ। ਇਸ ਕਰਕੇ ਤੁਸੀਂ ਇਹਨਾਂ ਚੱਕਰਾਂ 'ਚ ਨਾ ਪਾਓ, ਜੋੜਨ ਦੇ ਚੱਕਰਾਂ 'ਚ ਨਾ ਪਾਓ। ਤੁਹਾਨੂੰ ਯਾਨੀ ਕਿ ਇਦਾਂ ਹੀ ਤੁਹਾਨੂੰ ਜਿਹੜਾ ਹੈਗਾ ਇਦਾਂ ਹੀ ਜੀਵਨ ਹੁੰਦਾ ਇਹ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਇਹ ਸਰਕਾਰਾਂ, ਹਾਂ ਜੇ ਕੋਈ ਸੱਚੀ ਮੁੱਚੀ ਦੀਆਂ ਸਮਾਜਵਾਦੀ ਸਰਕਾਰਾਂ ਆਉਣਗੀਆਂ ਤਾਂ ਲਾਜ਼ਮੀ ਤੌਰ ਤੇ ਉਹ ਲੋਕਾਂ ਨੂੰ ਸਮਝਾ ਸਕਦੀਆਂ ਨੇ। ਲੋਕਾਂ ਨੂੰ ਪਹਿਲੀ ਗੱਲ ਤਾਂ ਉਹਨਾਂ ਨੂੰ ਜ਼ਮੀਨਾਂ ਵੇਚਣ ਦੀ ਲੋੜ ਹੀ ਨਹੀਂ ਪੈਣੀ। ਉਹਨਾਂ ਨੂੰ ਕੋਆਪਰੇਟਿਵ ਮਾਡਲ ਜਿਹੜਾ ਹੈਗਾ, ਜਿਹੜੇ ਮੈਂ ਗੱਲ ਕਰ ਰਿਹਾ, ਉਹ ਜਦੋਂ ਲਾਗੂ ਹੀ ਹੋ ਜਾਏਗਾ ਤੁਹਾਡਾ, ਜਦੋਂ ਤੁਸੀਂ ਕੋਆਪਰੇਟਿਵ ਸਿਸਟਮ ਦੇ ਵਿੱਚੋਂ ਹੀ ਬਹੁਤ ਸਾਰੇ ਤੁਹਾਨੂੰ ਜਿਹੜੇ ਨੇ ਫਾਇਦੇ ਹੋ ਜਾਣਗੇ, ਤਾਂ ਲਾਜ਼ਮੀ ਤੌਰ ਤੇ ਤੁਹਾਨੂੰ ਇਹਨਾਂ ਜ਼ਮੀਨਾਂ ਨੂੰ ਵੇਚਣ ਦੀ ਲੋੜ ਹੀ ਨਹੀਂ, ਨੌਬਤ ਹੀ ਨਹੀਂ ਆਏਗੀ ਕਿ ਤੁਸੀਂ ਆਪਣੀਆਂ ਜ਼ਮੀਨਾਂ ਵੇਚੋਗੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇਕਰ ਸਰਕਾਰਾਂ ਦੀ ਕੀ ਨੀਤੀ ਹੈ, ਇਹਦੇ ਉੱਤੇ ਬਹੁਤ ਮੁਨਸਰ ਕਰਦਾ ਕਿ ਕਿਹੜੀਆਂ ਸਰਕਾਰਾਂ ਉਹ ਲੋਕਾਂ ਦੇ ਭਲੇ ਲਈ ਬਣੀਆਂ ਹੋਈਆਂ ਨੇ ਜਾਂ ਉਹ ਅਡਾਨੀਆਂ ਅੰਬਾਨੀਆਂ ਦੇ ਭਲੇ ਲਈ ਬਣੀਆਂ ਹੋਈਆਂ ਨੇ। ਆਪਾਂ ਕਹਿਣ ਨੂੰ ਲੋਕਤੰਤਰ ਹੈ, ਆਪਾਂ ਕਹਿੰਦੇ ਕਿ ਸਾਡਾ ਡੈਮੋਕ੍ਰੇਸੀ, ਜਿਹੜੀ ਭਾਰਤ ਦੀ ਡੈਮੋਕ੍ਰੇਸੀ ਹੈ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਆਪਾਂ ਇੱਕ ਸਵਾਲ ਹੈ ਕਿ ਲੋਕਤੰਤਰ ਦੇ ਵਿੱਚ ਕੁੱਟੇ ਕੌਣ ਜਾ ਰਹੇ ਨੇ? ਸੜਕਾਂ ਤੇ ਕੌਣ ਬੈਠੇ ਨੇ? ਲੋਕ ਬੈਠੇ ਨੇ। ਜੇ ਲੋਕਾਂ ਦਾ ਰਾਜ ਹੈ, ਜੇ ਲੋਕਾਂ ਦਾ ਤੰਤਰ ਹੈ, ਤਾਂ ਲੋਕ ਤਾਂ ਵਿਚਾਰੇ ਰਾਜ ਕਰਨ, ਪਰ ਕੁੱਟੇ ਜਿਹੜੇ ਨੇ ਲੋਕ ਜਾ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਬਿਲਕੁਲ ਉਲਟ ਨੇ ਦਿਖਾਇਆ ਸਾਨੂੰ ਕੁਝ ਹੋਰ ਜਾਂਦਾ, ਹੁੰਦਾ ਕੁਝ ਹੋਰ ਹੈ, ਪਿੱਛੇ ਕੋਈ ਹੋਰ ਪਾਲਿਸੀਆਂ ਚੱਲ ਰਹੀਆਂ ਹੁੰਦੀਆਂ ਨੇ। ਔਰ ਤੁਸੀਂ ਦੇਖਿਆ ਹੀ ਹੋਏਗਾ ਕਿ ਕਿਸਾਨੀ ਦਾ ਸੰਘਰਸ਼ ਚੱਲ ਰਿਹਾ ਹੈ, ਇਹ ਦਿਖਾਇਆ ਇਹ ਜਾ ਰਿਹਾ ਵੀ ਕਿਸਾਨੀ ਦਾ ਇਹਦੇ ਨਾਲ ਫਾਇਦਾ ਹੀ ਬਹੁਤ ਹੋਣਾ ਹੈ, ਇਹਦੇ ਨਾਲ ਜਿਹੜਾ ਹੈਗਾ ਦੁੱਗਣੀ ਆਮਦਨ ਹੋ ਜਾਣੀ ਹੈ। ਪਰ ਹੈ ਕੀ ਹੈ, ਆਪਾਂ ਨੂੰ ਵੀ ਪਤਾ ਹੈ ਕਿ ਜਿਵੇਂ ਪੈਟਰੋਲ ਡੀਜ਼ਲ ਜਿਹੜੇ ਨੇ 100 ਤੋਂ ਉੱਪਰ ਤੱਕ ਚਲੇ ਜਾ ਰਹੇ ਨੇ, ਮਹਿੰਗਾਈ ਕਿਵੇਂ ਪੂਰੇ ਜ਼ੋਰਾਂ ਤੇ ਹੈ, ਔਰ ਬੇਰੁਜ਼ਗਾਰੀ ਪੂਰੇ ਜ਼ੋਰਾਂ ਤੇ ਹੈ। ਹਰ ਚੀਜ਼ ਤੁਸੀਂ ਦੇਖੋਗੇ ਕਿ ਇਸ ਵੇਲੇ ਤਰ੍ਹਾਂ ਕਰ ਰਹੇ ਨੇ। ਪੰਜਾਬ ਦੇ ਬੱਚੇ, ਪੰਜਾਬ ਦੇ ਨੌਜਵਾਨ ਇਸ ਵੇਲੇ ਆਪਣਾ ਮੁਲਕ ਛੱਡਣ ਦੇ ਲਈ ਮਜਬੂਰ ਨੇ, ਬਾਹਰ ਜਾਣ ਲਈ ਮਜਬੂਰ ਨੇ। ਕਿਉਂ? ਕਿਹਦਾ ਦਿਲ ਨਹੀਂ ਕਰਦਾ ਕਿ ਆਪਣੇ ਮੁਲਕ ਦੇ ਵਿੱਚ ਰਹੇ? ਜੇ ਸਾਡਾ ਮੁਲਕ ਹੀ ਵਧੀਆ ਬਣ ਜਾਏ ਤਾਂ ਕੀ ਸਾਡੇ ਨੌਜਵਾਨਾਂ ਦਾ ਦਿਲ ਨਹੀਂ ਕਰਦਾ ਕਿ ਆਪਣੇ ਪੇਰੈਂਟਸ ਕੋਲ ਰਵੇ, ਆਪਣੀ ਵਿਰਾਸਤ ਨੂੰ ਸੰਭਾਲੇ? ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ ਨੇ?
ਕਿਉਂਕਿ ਉਹਨਾਂ ਦੇ ਉੱਤੇ ਡਾਕਟਰ ਸਾਹਿਬ ਇਕਨੋਮਿਕ ਆਪਾਂ ਪ੍ਰੈਸ਼ਰ ਹੈ। ਜੀ 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 ਡਾਕਟਰ ਸਾਹਿਬ, ਇੱਕ ਗੱਲ ਇੱਥੇ ਹੋਰ ਹੈ ਕਿ ਤੁਸੀਂ ਜਿਵੇਂ ਨਾ, ਇੱਕ ਮੇਰੇ ਅਕਸਰ ਜਿਹੜੇ ਲੈਫਟ ਤੇ ਕੁਐਸਚਨ ਕਰਦੇ ਨੇ, ਉਹ ਅਕਸਰ ਇੱਕ ਗੱਲ ਕਹਿੰਦੇ ਨੇਗੇ ਕਿ ਜਦੋਂ ਅਸੀਂ ਸਭ ਕੁਝ ਸਰਕਾਰਾਂ ਦੇ ਕੋਲੇ ਹਵਾਲੇ ਕਰ ਦਿੰਦੇ ਹਾਂ, ਮਤਲਬ ਕਿ ਹਰ ਇੱਕ ਚੀਜ਼ ਦੇ ਮਲਕੀਅਤ ਸਰਕਾਰ ਕੋਲੇ ਹੁੰਦੀ ਹੈ, ਨੈਸ਼ਨਲਿਜ਼ਮ ਕਿ ਕਰਦੇ ਨੇ ਹਰ ਫੈਕਟਰੀ ਦਾ, ਉਹਦੇ ਨਾਲ ਨਵੇਂ ਆਈਡੀਆ ਬੰਦ ਹੋ ਜਾਂਦੇ ਆ। ਜਦੋਂ ਇੱਕ ਹਰ ਇੱਕ ਚੀਜ਼ ਨੂੰ ਸਮਾਜ ਦੇ ਨਾਲ ਜੋੜ ਕੇ, ਜਿਹੜੀ ਇੰਡੀਵਿਜੂਅਲ ਕਿਸੇ ਦੀ ਕੈਪੈਸਿਟੀ ਹੁੰਦੀ ਹੈ, ਕੋਈ ਕਿਸੇ ਦੇ ਸਕਿੱਲਸ ਜ਼ਿਆਦਾ ਹੁੰਦੇ ਹੈ, ਜਾਂ ਕੋਈ ਬਿਜ਼ਨਸ ਓਰੀਐਂਟਡ ਬੰਦਾ ਹੁੰਦਾ, ਜਾਂ ਕੋਈ ਕਿਸੇ ਦਾ ਵੱਖ ਤਰ੍ਹਾਂ ਦਾ ਸਕਿੱਲ ਹੁੰਦਾ, ਉਹ ਦੱਬਿਆ ਜਾਂਦਾ। ਇੱਕ ਨਵੀਂ ਇਨਵੈਂਸ਼ਨ ਜਿਹੜੀ ਹੋਣੀ ਹੁੰਦੀ ਹੈ, ਉਹ ਬੰਦ ਹੋ ਜਾਂਦੀ ਹੈ। ਇਹ ਜਾਣੀ ਕਿ ਕਮਿਊਨਿਸਟ ਜਿਹੜਾ ਸਿਸਟਮ ਆ ਉਹਦੇ ਅੰਦਰ, ਉਹਨੂੰ ਤੁਸੀਂ ਕਿੱਦਾਂ ਕਾਊਂਟਰ ਕਰੋਗੇ? ਅਮਰਿੰਦਰ ਜੀ ਦੇਖੋ, ਜੇਕਰ ਇਹ ਬੰਦ ਹੋਈ ਹੁੰਦੀ ਜਾਂ ਇਹ ਚਾਲੂ ਹੁੰਦੀ, ਮੰਨ ਲਓ ਆਪਾਂ ਕਹਿੰਦੇ ਹਾਂ ਕਿ ਕੈਪੀਟਲਿਜ਼ਮ ਦੇ ਵਿੱਚ ਇਹ ਚਾਲੂ ਹੁੰਦੀ ਹੈ, ਤਾਂ ਅੱਜ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਤਾਂ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਵਿਗਿਆਨੀ ਪੈਦਾ ਹੋ ਜਾਂਦੇ, ਬਹੁਤ ਸਾਰੇ ਸਾਇੰਸਦਾਨ ਪੈਦਾ ਹੋ ਚੁੱਕੇ ਹੁੰਦੇ, ਬਹੁਤ ਸਾਰੇ ਮਤਲਬ ਵਿਦਵਾਨ ਪੈਦਾ ਹੋ ਚੁੱਕੇ ਹੁੰਦੇ ਜੇ ਆਪਾਂ ਇਦਾਂ। ਪਰ ਹੋਇਆ ਕੀ ਹੈ, ਆਪਾਂ ਖੁੱਲੀ ਦਿੱਤੀ ਹੈ ਨਾ, ਆਪਾਂ ਕਹਿੰਦੇ ਕਿ ਭਾਰਤ ਜਿਹੜਾ ਹੈਗਾ ਬਿਲਕੁਲ ਲੋਕਤੰਤਰ ਹੈ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਫਿਰ ਤੁਹਾਡੇ ਜਿਹੜੇ ਇਹ ਲੋਕ ਕਹਿੰਦੇ ਨੇ ਇਦਾਂ ਦੇ ਸਵਾਲ, ਫਿਰ ਤਾਂ ਇੱਥੇ ਮਤਲਬ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਸਾਇੰਟਿਸਟ ਭਾਰਤ ਦੇ ਵਿੱਚ ਪੈਦਾ ਹੁੰਦਾ ਅੱਜ 75 ਸਾਲਾਂ 'ਚ, ਦੁਨੀਆ ਦਾ ਸਭ ਤੋਂ ਵੱਡਾ ਵਿਗਿਆਨੀ ਇੱਥੇ ਪੈਦਾ ਹੁੰਦਾ, ਦੁਨੀਆ ਦਾ ਸਭ ਤੋਂ ਵੱਡਾ ਵਿਦਵਾਨ ਇੱਥੇ ਪੈਦਾ ਹੁੰਦਾ, ਕਿਉਂਕਿ ਸਭ ਨੂੰ ਖੁੱਲ੍ਹ ਦਿੱਤੀ ਗਈ ਹੈ। ਪਰ ਹੋਇਆ ਕੀ ਹੈ, ਹੁੰਦਾ ਕੀ ਹੈ ਕਿ ਇਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਜਿਹੜੀ ਬੇਰੁਜ਼ਗਾਰੀ ਹੈ, ਇਹਦੀ ਬੁਨਿਆਦੀ ਸ਼ਰਤ ਹੈ। ਤੁਸੀਂ ਜਿਹੜੀ ਹੈਗੀ ਹੈ ਪੂੰਜੀਵਾਦ ਦੇ ਵਿੱਚ ਜਾਂ ਸਰਮਾਏਦਾਰੀ ਸਿਸਟਮ ਦੇ ਵਿੱਚ ਬੇਰੁਜ਼ਗਾਰੀ, ਤੁਸੀਂ ਆਪਾਂ 75 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਦੇਖਦੇ ਹਾਂ, ਬੇਰੁਜ਼ਗਾਰੀ ਵੱਧ ਰਹੀ ਹੈ ਜਾਂ ਘਟ ਰਹੀ ਹੈ? ਆ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਮੈਂ ਗੱਲ ਕਰਾਂ ਕਿ ਲਗਭਗ 1100 ਪੋਸਟਾਂ ਸੀ ਪਟਵਾਰੀ ਦੀਆਂ, 2.5 ਲੱਖ ਅਰਜ਼ੀਆਂ, ਲਗਭਗ 2.5 ਲੱਖ ਅਰਜ਼ੀਆਂ ਜਿਹੜੀਆਂ ਨੇ ਉਹ ਆਈਆਂ ਨੇ, PhD ਤੱਕ ਵਾਲਿਆਂ ਦੀਆਂ ਅਰਜ਼ੀਆਂ ਆਈਆਂ ਨੇ। ਇਹ ਗੱਲ ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਪੂਰੇ ਹਰ ਸੂਬੇ ਦੀ ਗੱਲ ਕਰ ਰਹੇ ਹਾਂ। ਤੁਸੀਂ ਜਦੋਂ ਵੀ ਸਰਕਾਰੀ ਜੌਬਸ ਨਿਕਲਣਗੀਆਂ, ਇਹ ਗੱਲ ਹਾਲਾਤ ਪੈਦਾ ਹੋ ਚੁੱਕੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜੇ ਆਪਾਂ ਸੋਸ਼ਲਿਜ਼ਮ ਦੇ ਵਿੱਚ, ਜੇ ਆਪਾਂ ਦੂਜੇ ਪਾਸੇ ਦੇਖਾਂਗੇ, ਤਾਂ ਜਦੋਂ ਤੁਹਾਨੂੰ ਹਰ ਬੰਦੇ ਨੂੰ ਰੁਜ਼ਗਾਰ ਮਿਲਣਾ ਹੈ, ਉਹਦੀ ਲੋੜ ਦੇ ਮੁਤਾਬਕ, ਉਹਦੀ ਸਮਰੱਥਾ ਦੇ ਮੁਤਾਬਕ ਜਦੋਂ ਤੁਸੀਂ ਕੰਮ ਕਰੋਗੇ, ਤਾਂ ਜਿੱਥੇ ਇੱਕ ਪਾਸੇ ਅੱਜ 100 ਬੰਦਾ ਕੰਮ ਕਰਦਾ ਹੈ, ਜੇ ਉਹਦੀ ਬਜਾਏ ਲੱਖਾਂ ਬੰਦਾ ਕੰਮ ਕਰੇਗਾ, ਲੱਖਾਂ ਨੂੰ ਤੁਹਾਨੂੰ ਰੁਜ਼ਗਾਰ ਤੁਸੀਂ ਦੇਵੋਗੇ, ਤਾਂ ਉਹਦੇ ਨਾਲ ਤੁਹਾਡੀ ਪ੍ਰਫੁੱਲਤਾ ਹੋਏਗੀ ਜਾਂ ਤੁਸੀਂ ਥੱਲੇ ਨੂੰ ਜਾਓਗੇ? ਆਪ ਸੋਚ ਕੇ ਦੇਖੋ। ਇੱਕ ਪਾਸੇ ਤੁਹਾਨੂੰ ਸਰਮਾਏਦਾਰੀ ਕਹਿੰਦੀ ਹੈ ਕਿ 100 ਬੰਦੇ ਦੀ ਲੋੜ ਹੈ, ਠੀਕ ਹੈ ਨਾ, ਕਿ ਤੁਹਾਨੂੰ ਸਾਡਾ 100 ਬੰਦੇ ਨਾਲ ਸਰਦਾ ਹੈ। ਇੱਕ ਪਾਸੇ ਸਮਾਜਵਾਦ ਇਹ ਕਹਿੰਦਾ ਵੀ ਜਿਹੜੇ ਵੀ ਲੋਕ ਇਸ ਕੰਮ ਦੇ ਕਾਬਲ ਨੇ, ਉਹਨਾਂ ਨੂੰ ਕੰਮ ਦੇ ਦਿਓ ਔਰ ਉਹਨਾਂ ਨੂੰ ਦੇ ਨਾਲ ਤੁਸੀਂ ਅੱਗੇ ਲੈ ਕੇ ਆਓ ਉਹਨੂੰ, ਸਗੋਂ ਉਹਨਾਂ ਦੇ ਵਿੱਚ ਜਿਹੜੀ ਸਮਰੱਥਾ ਹੈ ਉਹਨੂੰ ਆਉਣ ਦਿਓਗੇ। ਸੋ ਇੱਕ ਪਾਸੇ ਇਹ ਹੈ, ਤੁਸੀਂ ਦੇਖੋਗੇ ਕਿ ਮੰਨ ਲਓ ਆਪਾਂ ਸਪੋਰਟਸ ਦੀ ਗੱਲ ਕਰ ਲਓ, ਸਪੋਰਟਸ ਦੇ ਵਿੱਚ ਕੌਣ ਅੱਗੇ ਆ ਰਿਹਾ? ਚੀਨ ਅੱਗੇ ਆ ਰਿਹਾ। ਤੁਸੀਂ ਆ ਪਿਛਲੇ ਓਲੰਪਿਕਸ ਹੋ ਕੇ ਹਟੇ ਨੇ, ਚਾਈਨਾ ਨੰਬਰ 1 ਤੇ ਸੀਗਾ, ਔਰ ਕਿਊਬਾ ਵਰਗਾ ਮੁਲਕ, ਛੋਟਾ ਜਿਹਾ ਮੁਲਕ, ਇੱਕ ਟਾਪੂ ਹੈ, ਉਹਦੇ ਤੁਸੀਂ ਦੇਖੋਗੇ ਪੂਰਾ ਇਤਿਹਾਸ ਚੱਕ ਕੇ ਦੇਖ ਲਓ, ਗੋਲਡ ਮੈਡਲ ਤੇ ਗੋਲਡ ਮੈਡਲ। ਸਾਡਾ ਭਾਰਤ, ਅਸੀਂ 130-35 ਕਰੋੜ ਦੀ ਆਬਾਦੀ, ਇੱਕ ਮੈਡਲ ਨੂੰ, ਇੱਕ ਗੋਲਡ ਮੈਡਲ ਨੂੰ ਤਰਸ ਰਹੇ ਸੀਗੇ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਸਾਡੀ ਸਿਸਟਮ ਦੇ ਵਿੱਚ ਕੀ ਹਾਲਾਤ ਨੇ। ਔਰ ਮੇਰਾ ਇਹੀ ਕਹਿਣਾ ਹੈ ਕਿ ਇਹਦੇ ਵਿੱਚ ਕੀ ਹੈ ਕਿ ਜੇਕਰ ਤੁਸੀਂ ਭਾਰਤ ਦੇ ਨੌਜਵਾਨਾਂ ਨੂੰ, ਭਾਰਤ ਦੇ ਲੋਕਾਂ ਨੂੰ ਕੰਮ ਦਿਓਗੇ, ਰੁਜ਼ਗਾਰ ਦਿਓਗੇ, ਤਾਂ ਉਹਦੇ ਵਿੱਚੋਂ ਆਪਣੇ ਆਪ ਤਰੱਕੀ ਨਿਕਲੇਗੀ, ਆਪਣੇ ਆਪ ਉਹਦੇ ਵਿੱਚੋਂ ਚੰਗੇ ਸਾਇੰਟਿਸਟ ਨਿਕਲਣਗੇ, ਆਪਣੇ ਆਪ ਚੰਗੇ ਖਿਡਾਰੀ ਨਿਕਲਣਗੇ, ਆਪਣੇ ਆਪ ਚੰਗੇ ਜਿਹੜੇ ਨੇ ਵਿਗਿਆਨੀ ਨਿਕਲਣਗੇ, ਚੰਗੇ ਲੋਕ ਪੈਦਾ ਹੋਣਗੇ। ਉਹ ਤਾਂ ਹੀ ਹੋਣਗੇ ਜੇ ਲੋਕਾਂ ਨੂੰ ਰੋਜ਼ੀ ਰੋਟੀ ਮਿਲੇਗੀ ਖਾਣ ਨੂੰ। ਤੁਸੀਂ ਇਹ ਦੇਖੋਗੇ ਇਸ ਵੇਲੇ ਜਿਹੜੀਆਂ ਅੰਕੜੇ ਨੇ, ਉਹ ਕਹਿ ਰਹੇ ਨੇ ਕਿ 80% ਲੋਕ ਤਾਂ ਉਹ ਨੇ ਜਿਹੜੇ 20 ਰੁਪਏ ਤੇ ਗੁਜ਼ਾਰਾ ਕਰ ਰਹੇ ਨੇ। ਤੁਸੀਂ ਜੇ 20 ਰੁਪਏ ਤੇ ਗੁਜ਼ਾਰਾ ਇਸ ਸਿਸਟਮ ਦੇ ਵਿੱਚ ਹੋ ਰਿਹਾ ਹੈ, ਤਾਂ ਉਹਦੇ ਵਿੱਚੋਂ ਕਿਹੜੇ ਵਿਗਿਆਨੀ ਨਿਕਲ ਸਕਦੇ ਆ, ਕਿਹੜੇ ਮਤਲਬ ਵੱਡੇ ਲੋਕ ਨਿਕਲ ਸਕਦੇ ਆ ਜਿਹੜਾ 20 ਰੁਪਏ ਤੇ ਗੁਜ਼ਾਰਾ ਕਰ ਰਿਹਾ? 80-85 ਕਰੋੜ ਲੋਕ ਤੁਹਾਡੇ ਜਿਹੜੇ ਨੇ, ਉਹਨਾਂ ਚੋਂ ਤੁਸੀਂ ਕਿੱਦਾਂ ਦੇ ਬੰਦੇ ਕੱਢੋਗੇ? ਆਪਾਂ ਨੂੰ ਪਤਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜੇਕਰ ਉਹਨਾਂ 80 ਕਰੋੜ ਲੋਕਾਂ ਨੂੰ ਤੁਸੀਂ ਉਹਨਾਂ ਨੂੰ ਬੇਰੁਜ਼ਗਾਰੀ ਚੋਂ ਕੱਢੋਗੇ, ਉਹਨਾਂ ਨੂੰ ਭੁੱਖਮਰੀ ਚੋਂ ਕੱਢ ਦੋਗੇ, ਤਾਂ ਲਾਜ਼ਮੀ ਤੌਰ ਤੇ ਉਹ ਵੀ ਕਹਿਣਗੇ ਸਾਡਾ, ਅਸੀਂ ਇਸ ਧਰਤੀ ਤੇ ਆਏ ਹਾਂ, ਅਸੀਂ ਮਨੁੱਖ ਦੇ ਤੌਰ ਤੇ, ਮਨੁੱਖ ਦੀ ਜੂਨੀ ਚ ਆਏ ਹਾਂ, ਤਾਂ ਲਾਜ਼ਮੀ ਤੌਰ ਤੇ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਮੁਲਕ ਲਈ, ਆਪਣੀ ਧਰਤੀ ਲਈ ਕੁਝ ਕਰਕੇ ਦਿਖਾਈਏ। ਸੋ ਉਹ ਤਾਂ ਹੋਏਗਾ ਜੇ ਉਹਨਾਂ ਨੂੰ ਰੋਜ਼ੀ ਰੋਟੀ ਮਿਲੇਗੀ। ਸੋ ਸਵਾਲ ਇਹੀ ਹੈ ਕਿ ਰੋਜ਼ੀ ਰੋਟੀ ਉਹਨਾਂ ਨੂੰ ਕੌਣ ਦੇਗਾ? ਰੋਜ਼ੀ ਰੋਟੀ ਉਹਨਾਂ ਨੂੰ 75 ਸਾਲਾਂ ਦੀਆਂ ਜਿਹੜੀਆਂ ਸਰਕਾਰਾਂ ਆਈਆਂ ਨੇ ਉਹ ਨਹੀਂ ਦੇਣਗੀਆਂ,
ਉਹਨਾਂ ਨੂੰ ਜਿਹੜੀਆਂ ਸੋਸ਼ਲਿਸਟਿਕ ਸਰਕਾਰਾਂ ਜਿਹੜੀਆਂ ਨੇ ਜੇ ਆਉਣਗੀਆਂ ਤਾਂ ਉਹ ਦੇ ਸਕਦੀਆਂ ਨੇ, ਨਾ ਕਿ ਇਹ ਜਿਹੜੀਆਂ ਅਡਾਨੀਆਂ ਬਾਨੀਆਂ ਦੇ ਨਾਲ ਬਣਾਈਆਂ ਹੋਈਆਂ ਜਿਹੜੀਆਂ ਸਰਕਾਰਾਂ ਨੇ ਉਹ ਉਹਨਾਂ ਨੂੰ ਭੁੱਖਾ ਰੱਖਣਾ ਚਾਹੁੰਦੀਆਂ ਨੇ। ਸਗੋਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਤੁਸੀਂ ਦੇਖੋਗੇ ਕਿ ਇਹ ਜੇ ਕਾਲੇ ਕਾਨੂੰਨ ਲਾਗੂ ਹੁੰਦੇ ਆ ਤਾਂ ਸਾਡਾ ਜਿਹੜਾ ਕਿਸਾਨ ਹੈ ਇਹ ਵੀ ਵਿਚਾਰਾ ਹੋਰ ਮਜ਼ਦੂਰ ਬਣੇਗਾ ਔਰ ਹੋਰ ਭੁੱਖਮਰੀ ਵੱਲ ਜਾਏਗਾ। ਸੋ ਗਿਣਤੀ ਜਿਹੜੀ ਹੈਗੀ ਆ ਹੋਰ ਜ਼ਿਆਦਾ ਵੱਧ ਜਾਏਗੀ। ਡਾਕਟਰ ਸਾਹਿਬ ਇੱਕ ਗੱਲ ਹੋਰ ਹੈ ਕਿ ਇੱਕ ਕਾਊਂਟਰ ਆਉਂਦਾ ਹੁੰਦਾ ਹੈ ਕਿ ਚਾਈਨਾ ਹੈ, ਜਿਵੇਂ ਕਹਿੰਦੇ ਜਦੋਂ ਅਸੀਂ ਲੈਫਟ ਦਾ ਨਾਮ ਲੈਂਦੇ ਆ ਤਾਂ ਫਰੀडम ਆਫ ਸਪੀਚ, ਫਰੀडम ਆਫ ਐਕਸਪ੍ਰੈਸ਼ਨ ਜਾਂ ਫਰੀडम ਆਫ ਐਕਸੈਸ ਕਿਸੇ ਵੀ ਚੀਜ਼ ਦਾ ਉਹ ਬੰਦ ਹੋ ਜਾਂਦਾ ਹੈ। ਕਿ ਜਿਵੇਂ ਹੁਣ ਚਾਈਨਾ ਦੀ ਐਗਜ਼ਾਮਪਲ ਹੈ, ਪਰਫੈਕਟ ਐਗਜ਼ਾਮਪਲ ਹੈ। ਜਦੋਂ ਮੈਂ ਇੱਕ ਵਾਰ ਮੈਨੂੰ ਜਾਣ ਦਾ ਮੌਕਾ ਮਿਲਿਆ, ਉੱਥੇ ਜਾਂਦਿਆਂ ਹੀ ਤੁਹਾਡਾ ਇੰਟਰਨੈਟ ਜਿਹੜਾ ਆ ਉਹ ਉਹਨਾਂ ਦਾ ਇੰਟਰਨੈਟ ਚੱਲੇਗਾ ਜਿਹਦੇ ਵਿੱਚ ਗੂਗਲ ਜਾਂ ਟਵਿੱਟਰ ਜਾਂ ਫੇਸਬੁੱਕ ਕੋਈ ਵੀ ਜਿਹੜਾ ਐਸੀ ਚੀਜ਼ ਆ ਜਿਹੜੀ ਕਿ ਬਾਹਰ ਕਿਸੇ ਚੀਜ਼ ਨਾਲ ਜੁੜੀ ਹੋਈ ਹੈ ਉਹ ਬੰਦ ਹੋ ਜਾਂਦੀ ਹੈ। ਉਹ ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਤਰੀਕੇ ਦਾ ਸਿਸਟਮ ਬਣਾਇਆ ਹੋਇਆ ਹੈ ਕਿ ਕੁਛ ਜਿਹੜੇ ਉਹਨਾਂ ਦੀ ਜਿਹੜੀ ਪੋਲਿਟ ਬਿਊਰੋ ਹੈ ਉਹ ਹੀ ਸਾਰੇ ਦੇ ਸਾਰੇ ਦੇਸ਼ ਨੂੰ ਓਨ ਕਰ ਰਹੀ ਹੈ, ਤੇ ਜਿਸ ਦੇ ਕਰਕੇ ਉੱਥੋਂ ਦੇ ਲੋਕ ਜਿਹੜੇ ਨੇ ਉਹ ਇੱਕ ਤਰੀਕੇ ਦੀ ਘੁਟਨ ਮਹਿਸੂਸ ਕਰਦੇ ਨੇ ਕਿ ਜਿਹਦੀ ਉਹਨਾਂ ਨੂੰ ਫਰੀडम ਆਫ ਸਪੀਚ ਵਰਗੇ ਇਹ ਬਾਈ ਪ੍ਰੋਡਕਟ ਜਿਹੜੇ ਕੈਪੀਟਲਿਜ਼ਮ ਦੇ ਆ ਉਹ ਕਮਿਊਨਿਜ਼ਮ ਦੇ ਨਹੀਂ ਹੈਗੇ। ਉਸ ਈਵਨ ਕਿ ਰਸ਼ੀਆ ਵਿੱਚ ਵੀ ਜਾਂ ਨਾਰਥ ਕੋਰੀਆ ਦੇ ਵਿੱਚ ਵੀ ਉਹਨੂੰ ਤੁਸੀਂ ਕਿਵੇਂ ਕਾਊਂਟਰ ਕਰਦੇ? ਜੀ ਬਹੁਤ ਇੰਪੋਰਟੈਂਟ ਸਵਾਲ ਹੈ ਅਮਰਿੰਦਰ ਜੀ। ਮੈਂ ਕਹਾਂਗਾ ਕਿ ਅੱਜ ਦੇ ਸਮੇਂ ਦਾ ਸਭ ਤੋਂ ਇੰਪੋਰਟੈਂਟ ਸਵਾਲ ਹੈ ਇਹ। ਹੁਣ ਸਵਾਲ ਪੈਦਾ ਹੁੰਦਾ ਕਿ ਇਹ ਜਿਵੇਂ ਮੈਂ ਕਿਹਾ ਸੀਗਾ, ਜਦੋਂ ਇਤਿਹਾਸ ਦੀ ਅਸੀਂ ਗੱਲ ਕਰਦੇ ਹਾਂ, ਮਨੁੱਖੀ ਇਤਿਹਾਸ ਦੀ, ਤਾਂ ਮਨੁੱਖੀ ਇਤਿਹਾਸ ਦੇ ਵਿੱਚ ਸਮਾਜਵਾਦ ਜਿਹੜਾ ਹੈਗਾ ਉਹ ਉਹਨਾਂ ਮੁਲਕਾਂ ਦੇ ਵਿੱਚ ਆਇਆ, ਇਹ ਇਨਕਲਾਬ ਉਹਨਾਂ ਮੁਲਕਾਂ ਦੇ ਵਿੱਚ ਆਇਆ ਜਿਹੜੇ ਬਿਲਕੁਲ ਪਛੜੇ ਹੋਏ ਮੁਲਕ ਸੀਗੇ। ਜਿਵੇਂ ਮੈਂ ਰੂਸ ਦੀ ਗੱਲ ਕੀਤੀ ਹੈ, ਚਾਈਨਾ ਪਛੜਿਆ ਹੋਇਆ ਮੁਲਕ ਸੀਗਾ, ਕਿਊਬਾ ਦੀ ਗੱਲ ਕਰਦੇ ਹਾਂ, ਜਾਂ ਹੋਰ ਜਿਹੜੇ ਪਛੜੇ ਹੋਏ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਆਇਆ। ਜਿਵੇਂ ਤੁਸੀਂ ਕੋਰੀਆ ਦੀ ਗੱਲ ਕੀਤੀ ਹੈ, ਆਪਣਾ ਨਾਰਥ ਕੋਰੀਆ ਦੀ, ਬਿਲਕੁਲ। ਸੋ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਜਦੋਂ ਕਿਸੇ ਇੱਕ ਖਾਸ ਮੁਲਕ ਦੇ ਵਿੱਚ ਇਨਕਲਾਬ ਆਉਂਦਾ ਹੈ, ਸਮਾਜਵਾਦੀ ਵਿਵਸਥਾ ਆਉਂਦੀ ਹੈ, ਤਾਂ ਉਹਦੇ ਜਿਹੜੇ ਆਲਾ ਦੁਆਲਾ ਹੈ, ਉਹਦੀ ਪੈਰੀਫੇਰੀ ਹੈ, ਬਾਕੀ ਮੁਲਕ ਕੌਣ ਨੇ? ਉਹ ਸਾਮਰਾਜੀ ਮੁਲਕ ਨੇ। ਜਿਵੇਂ ਆਪਾਂ ਆਲੇ ਦੁਆਲੇ ਵਾਲੇ ਮੁਲਕ ਦੇਖੋ, ਜਾਪਾਨ ਕੌਣ ਹੈ? ਜਾਪਾਨ ਬਿਲਕੁਲ ਸਾਮਰਾਜੀ ਮੁਲਕ ਹੈ ਔਰ ਬਿਲਕੁਲ ਚਾਈਨਾ ਦੇ ਨਾਲ ਹੈ। ਜਾਂ ਹੋਰ ਜਿਹੜੇ ਨੇੜੇ ਵਾਲੇ, ਜਾਂ ਈਵਨ ਅੱਜ ਕੱਲ੍ਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਗਲੋਬਲਾਈਜੇਸ਼ਨ ਦੇ ਜਾਂ ਇਹ ਸਾਰਾ ਟੈਕਨੋਲੋਜੀ ਦੇ ਵਧਣ ਦੇ ਕਰਕੇ ਬਹੁਤ ਸਾਰੇ ਜਿਹੜੇ ਨੇ ਮੁਲਕ ਨੇੜੇ ਹੋ ਗਏ ਨੇ। ਹੁਣ ਕੀ ਹੈ ਕਿ ਜੇਕਰ ਤੁਹਾਡਾ ਇੱਕ ਮੁਲਕ ਦੇ ਵਿੱਚ ਤੁਸੀਂ ਸਮਾਜਵਾਦੀ ਕ੍ਰਾਂਤੀ ਕਰਦੇ ਹੋ ਤਾਂ ਉਹਦੇ ਨਾਲ ਖਤਰਾ ਕੀ ਬਣਦਾ ਹੈ? ਉਹਦੇ ਨਾਲ ਜਿਹੜੀਆਂ ਦੂਜੀਆਂ ਵਿਰੋਧੀ ਧਿਰਾਂ ਨੇ, ਸਾਮਰਾਜੀ ਮੁਲਕ ਨੇ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਇਸ ਢਾਂਚੇ ਨੂੰ ਤੋੜਿਆ ਜਾਏ। ਔਰ ਤੁਸੀਂ ਰਸ਼ੀਆ ਦੀ ਐਗਜ਼ਾਮਪਲ ਪਹਿਲਾਂ ਆਪਾਂ ਲਵਾਂਗੇ ਕਿ ਰਸ਼ੀਆ ਨੂੰ ਤੋੜਨ ਦੇ ਵਿੱਚ ਅਮਰੀਕਨ ਸਾਮਰਾਜਵਾਦ ਦਾ ਪੂਰੇ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਸ਼ੁਰੂ ਤੋਂ ਲੈ ਕੇ। ਇੱਕ ਦਿਨ ਵੀ 70 ਸਾਲਾਂ ਦੀ ਆਜ਼ਾਦੀ ਤੋਂ ਬਾਅਦ, 70 ਸਾਲਾਂ ਦੀ ਜਿਹੜੀ ਆਪਾਂ ਇਨਕਲਾਬ ਤੋਂ ਬਾਅਦ ਆਪਾਂ ਜਿਹੜਾ ਗੱਲ ਕਰਾਂਗੇ, ਤਾਂ ਇੱਕ ਵੀ ਦਿਨ ਐਸਾ ਨਹੀਂ ਸੀਗਾ ਕਿ ਜਾਂ ਤਾਂ ਲੜਾਈ ਹੋਵੇ ਜਾਂ ਲੜਾਈ ਦੀ ਤਿਆਰੀ ਸੀਗੀ। ਕੋਲਡ ਵਾਰ ਵੀ ਉਹਨਾਂ ਨੂੰ ਕਹਿ ਦਿੱਤਾ, ਜਿਹੜਾ ਕਿ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਕੋਲਡ ਵਾਰ, ਕਿੰਨੇ ਯਾਨੀ ਕਿ ਜਿਹੜੀਆਂ ਵਿਰੋਧੀ ਸ਼ਕਤੀਆਂ ਸੀਗੀਆਂ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਕਿ ਕਿਵੇਂ ਨਾ ਕਿਵੇਂ, ਚਾਹੇ ਉਹ ਪ੍ਰੋਪੇਗੰਡੇ ਦੇ ਰਾਹੀਂ, ਚਾਹੇ ਸਿੱਧੇ ਤੌਰ ਤੇ ਦਖਲਅੰਦਾਜ਼ੀ ਕਰਕੇ, ਚਾਹੇ ਅਸਿੱਧੇ ਤੌਰ ਤੇ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਮੁਲਕਾਂ ਦੇ ਵਿੱਚੋਂ ਸਮਾਜਵਾਦੀ ਢਾਂਚੇ ਨੂੰ ਉਖੇੜਿਆ ਜਾਏ। ਔਰ ਰੂਸ ਦੇ ਵਿੱਚ ਤਾਂ ਉਹ ਕਾਮਯਾਬ ਵੀ ਹੋ ਗਏ। ਔਰ ਚਾਈਨਾ ਜਿਹੜਾ ਸੀਗਾ, ਚਾਈਨਾ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਬਚ ਸਕਦੇ ਹਾਂ ਤਾਂ ਲਾਜ਼ਮੀ ਤੌਰ ਤੇ ਜੇਕਰ ਉਹ ਪ੍ਰੋਪੇਗੰਡਾ ਕਰਨਗੇ, ਜੇ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਮੰਨ ਲਓ ਬਾਕੀ ਜਿਹੜੀਆਂ ਸਾਮਰਾਜੀ ਮੁਲਕਾਂ ਦੇ ਮੀਡੀਏ ਨੂੰ, ਤਾਂ ਲਾਜ਼ਮੀ ਤੌਰ ਤੇ ਉਹ ਆਪਣਾ ਪ੍ਰੋਪੇਗੰਡਾ ਕਰਨਗੇ। ਤਾਂ ਇਸ ਤੋਂ ਬਚਣ ਦੇ ਲਈ ਉਹਨਾਂ ਨੇ ਇਹ ਜਿਹੜਾ ਇੱਕ ਚੀਜ਼ ਅਪਣਾਈ ਕਿ ਭਾਈ ਹੁਣ ਜਿਹੜਾ ਸਾਡਾ ਆਪਣਾ ਇੰਟਰਨਲ ਸਾਰੀ ਜਿਹੜੀ ਹੋਏਗੀ ਇਨਫੋਰਮੇਸ਼ਨ ਦੀ ਟੈਕਨੋਲੋਜੀ ਦੀ ਵਰਤੋਂ ਹੋਏਗੀ, ਉਹ ਅਸੀਂ ਆਪਣੇ ਤੌਰ ਤੇ ਹੀ ਕਰਾਂਗੇ, ਸਾਡੀ ਜਿਹੜੀ ਹੈਗੀ ਸਟੇਟ ਦੇ ਰਾਹੀਂ ਹੀ ਹੋਏਗਾ। ਪਰ ਇਹਦੇ ਵਿੱਚ ਦੇਖੋ ਕਿ ਜੇਕਰ ਉੱਥੇ ਲੋਕਾਂ ਨੂੰ ਲੋਕਤੰਤਰੀ ਸਿਸਟਮ ਨਾ ਹੁੰਦਾ, ਆਪਾਂ ਭਾਰਤ ਦੇ ਚਾਈਨਾ ਦੀ ਗੱਲ ਕਰਿਓ, ਸਾਡੇ ਤੋਂ 2 ਸਾਲ ਬਾਅਦ ਆਜ਼ਾਦ ਹੋਇਆ। ਅੱਜ ਚਾਈਨਾ ਕਿੱਥੇ ਹੈ ਆਪਾਂ ਸਾਰੇ ਜਾਣਦੇ। ਤੁਸੀਂ ਖੁਦ ਕਹਿ ਰਹੇ ਹੋ ਕਿ ਮੈਂ ਦੇਖ ਕੇ ਆਇਆ ਚਾਈਨਾ, ਜੋ ਕਿਸ ਕਿਸਮ ਦੀ ਤਰੱਕੀ ਕਾਹਦੇ ਲਈ ਕਰ ਰਿਹਾ? ਇਸ ਲਈ ਕਰ ਰਿਹਾ ਕਿ ਉੱਥੇ ਪਲੈਨਡ ਇਕੋਨਮੀ ਹੈ, ਪਲੈਨਡ ਇਕੋਨਮੀ ਨੂੰ ਉਹ ਬਚਾਉਣਾ ਚਾਹੁੰਦਾ ਆਪਣੀ ਨੂੰ। ਔਰ ਬਾਕੀ ਜਿਹੜੀਆਂ ਨੇ, ਇਹ ਤਾਂ ਸਾਡੇ ਕੀ ਹੋ ਰਿਹਾ? ਸਾਡੇ ਆਜ਼ਾਦੀ ਦੇ ਨਾਂ ਦੇ ਉੱਤੇ ਤੁਹਾਡੇ ਸਾਹਮਣੇ ਹੈ ਜਿਹੜੇ ਪਿਛਲੇ ਦਿਨਾਂ ਦੇ ਵਿੱਚ
ਇੱਕ ਮਤਲਬ ਹਰਿਆਣੇ ਦਾ ਐਸਡੀਐਮ ਸ਼ਰੇਆਮ ਕਹਿ ਰਿਹਾ ਹੈ ਕਿ ਕਿਸਾਨਾਂ ਦੇ ਸਿਰਾਂ ਤੇ ਟਾਂਗਾ ਮਾਰੋ। ਇਹ ਕਿਹੜੀ ਆਜ਼ਾਦੀ ਹੈ? ਸੋ ਇਸ ਕਰਕੇ ਤੁਸੀਂ ਇੱਕ ਪਾਸੇ ਭਾਰਤੀ ਆਜ਼ਾਦੀ ਹੈ, ਆਜ਼ਾਦੀ ਦੇ ਨਾਂ ਦੇ ਉੱਤੇ ਆਪਾਂ ਨੂੰ ਵੀ ਪਤਾ ਹੈ ਕਿਸ ਕਿਸਮ ਦੇ ਤਸ਼ੱਦਦ ਹੋ ਰਹੇ ਨੇ। ਦੂਸਰੇ ਪਾਸੇ ਤੁਸੀਂ ਚਾਈਨਾ ਦਾ ਗੱਲ ਕਰਦੇ ਆ ਤਾਂ ਚਾਈਨਾ ਨੇ ਆਪਣੇ ਆਪ ਨੂੰ ਇਸ ਲਈ ਬਚਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਅਸੀਂ ਖੁੱਲ੍ਹ ਦੇਵਾਂਗੇ ਤਾਂ ਲਾਜ਼ਮੀ ਤੌਰ ਤੇ ਜਿਹੜੇ ਸਾਮਰਾਜੀ ਮੁਲਕ ਨੇ, ਅਮਰੀਕਾ, ਜਾਪਾਨ, ਇੰਗਲੈਂਡ ਜਾਂ ਹੋਰ ਜਿਹੜੇ ਉਹਨਾਂ ਦੇ ਵਿਰੋਧੀ ਖੇਮੇ ਦੇ ਲੋਕ ਨੇ, ਉਹ ਉੱਥੇ ਆ ਕੇ ਕੋਈ ਨਾ ਕੋਈ ਗੜਬੜ ਕਰ ਸਕਦੇ ਆ। ਸੋ ਇਸ ਕਰਕੇ ਇਸ ਚੀਜ਼ ਤੋਂ ਬਚਾਉਣ ਦੇ ਲਈ ਉਹਨਾਂ ਨੇ ਆਪਣੇ ਆਪ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ਹਾਂ, ਜਦੋਂ ਸਮਾਜਵਾਦ ਬਾਕੀ ਮੁਲਕਾਂ 'ਚ ਫੈਲ ਜਾਏਗਾ, ਬਾਕੀ ਵੱਡੇ ਹਿੱਸੇ 'ਚ ਆ ਜਾਏਗਾ, ਤਾਂ ਲਾਜ਼ਮੀ ਤੌਰ ਤੇ ਉਨਾ ਹੀ ਖੁੱਲਾਂ ਜਿਹੜੀਆਂ ਨੇ, ਜੋ ਖੁੱਲਾਂ ਮਾਰਕਸ ਨੇ ਕਿਹਾ ਸੀਗਾ ਕਿ ਅਸਲੀ ਡੈਮੋਕ੍ਰੇਸੀ ਉਹੀ ਹੈ ਕਿ ਤੁਸੀਂ ਜਦੋਂ ਮਨੁੱਖ ਨੂੰ ਬਿਲਕੁਲ ਆਜ਼ਾਦ ਛੱਡਣਾ ਹੈ। ਮਾਰਕਸ ਦੀ ਜਿਹੜਾ ਕਨਸੈਪਟ ਹੈ ਆਜ਼ਾਦੀ ਦਾ, ਉਹ ਇਹੀ ਹੈ ਕਿ ਤੁਸੀਂ ਬੰਦੇ ਨੂੰ, ਮਨੁੱਖ ਨੂੰ ਜਿਹੜਾ ਹੈਗਾ ਬਿਲਕੁਲ ਉਹਦੀਆਂ ਸੋਚਾਂ ਦੇ ਮੁਤਾਬਕ, ਉਹਦੀਆਂ ਕਲਾਵਾਂ ਦੇ ਮੁਤਾਬਕ ਉਹਨੂੰ ਜੀਣ ਦੀ ਬਿਲਕੁਲ ਇਜਾਜ਼ਤ ਦੇਣੀ। ਉਹ ਜੋ ਚਾਹੇ, ਜੋ ਕਰਨਾ ਚਾਹੇ, ਜੋ ਕਲਾਵਾਂ ਦੇ ਵਿੱਚ ਆਉਣਾ ਚਾਹੇ, ਜਿਸ ਕਿਸਮ ਦਾ ਬੰਦਾ ਬਣਨਾ ਚਾਹੇ, ਉਹਨੂੰ ਪੂਰੀ ਖੁੱਲ੍ਹ ਦੇ ਕੇ ਇੱਕ ਚੰਗਾ ਮਨੁੱਖ ਬਣਾਉਣਾ ਹੀ ਮਾਰਕਸ ਦਾ ਸੁਪਨਾ ਸੀਗਾ। ਔਰ ਉਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਅਮਰਿੰਦਰ ਜੀ, ਡਾਕਟਰ ਭੀਮਿੰਦਰ ਜੀ, ਇੱਕ ਹੋਰ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਜਿਵੇਂ ਰਸ਼ੀਆ ਸੀ, ਉੱਥੇ ਨਾ ਆਰਥੋਡਾਕਸ ਜਿਹੜੇ ਚਰਚ ਸੀਗੇ ਉਹ ਉਸ ਹਕੂਮਤ, ਜੋ ਸੋਵੀਅਤ ਹਕੂਮਤ ਸੀ, ਉਸ ਵੇਲੇ ਬੰਦ ਕਰ ਦਿੱਤੇ ਗਏ। ਤੇ ਇਵੇਂ ਚਾਈਨਾ ਦੇ ਵਿੱਚ ਅੱਜ ਕੱਲ੍ਹ ਸ਼ੇਨਯੋਂਗ ਸੂਬੇ ਦੇ ਵਿੱਚ ਜਿਹੜੇ ਇੱਕ ਭਾਈਚਾਰਾ, ਮੁਸਲਿਮ ਭਾਈਚਾਰਾ, ਉਹਦੇ ਉੱਤੇ ਬੰਦਿਸ਼ਾਂ ਲਾਈਆਂ ਜਾ ਰਹੀਆਂ ਨੇ। ਕਿ ਤੁਸੀਂ ਉਸ ਨੂੰ ਵੀ ਕਿਸੇ ਤਰੀਕੇ ਨਾਲ ਜਸਟੀਫਾਈ ਕਰ ਸਕਦੇ ਹੋ ਜਾਂ ਸਮਝਦੇ ਹੋ ਕਿ ਇਹ ਗਲਤ ਹੈ? ਦੇਖੋ, ਜਦੋਂ ਅਸੀਂ ਮਾਰਕਸ ਦੀ ਫਿਲਾਸਫੀ ਦੇਖਦੇ ਹਾਂ ਧਰਮ ਦੇ ਬਾਰੇ, ਤਾਂ ਧਰਮ ਦੇ ਬਾਰੇ ਕਦੇ ਵੀ ਮਾਰਕਸ ਨੇ ਉਹ ਨਹੀਂ ਕਿਹਾ ਕਿ ਜਿਹੜੀਆਂ ਸਾਡੇ ਉੱਤੇ ਥੋਪਿਆ ਕਿ ਧਰਮ ਤਾਂ ਅਫੀਮ ਹੁੰਦਾ ਜੀ, ਧਰਮ ਦੇ ਨਾਲ ਨਹੀਂ ਆਉਣਾ। ਤਾਂ ਉਹਨਾਂ ਦੀ ਬਹੁਤ ਖੂਬਸੂਰਤ ਲਾਈਨ ਹੈ, ਮੈਂ ਉਹ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਰਿਲੀਜਨ ਦੇ ਬਾਰੇ। ਉਹਨਾਂ ਨੇ ਕਿਹਾ ਕਿ ਰਿਲੀਜਨ ਇਜ਼ ਦ ਹਾਰਟ ਆਫ ਹਾਰਟਲੈਸ ਵਰਡ, ਰਿਲੀਜਨ ਇਜ਼ ਦ ਸੋਲ ਆਫ ਸੋਲਲੈਸ ਸਰਕਮਸਟੈਂਸਿਸ। ਯਾਨੀ ਕਿ ਧਰਮ ਉਹ ਦਿਲ ਹੈ ਜਿਹੜਾ ਦਿਲ ਸਾਡੇ ਤੋਂ ਖੋਹ ਲਿਆ ਗਿਆ ਹੈ। ਧਰਮ ਉਹ ਆਤਮਾ ਹੈ ਜਿਹੜੀ ਸਾਡੇ ਤੋਂ ਖੋਹ ਲਈ ਗਈ ਹੈ। ਉਹਨਾਂ ਨੇ ਕਿਹਾ ਕਿ ਮਾਰਕਸਵਾਦੀਆਂ ਦਾ ਮਕਸਦ ਕੀ ਹੋਣਾ ਚਾਹੀਦਾ ਹੈ? ਉਹਨਾਂ ਨੇ ਕਿਹਾ ਕਿ ਮਨੁੱਖ ਦੀ ਇਹ ਫਿਤਰਤ ਹੈ ਕਿ ਬੰਦਾ ਜਿਹੜਾ ਹੈਗਾ ਆਪਣੀ ਗੁਲਾਮੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਆਪਣੀਆਂ ਜੰਜ਼ੀਰਾਂ ਨੂੰ ਫੁੱਲਾਂ ਨਾਲ ਢੱਕਣ ਦੀ ਕੋਸ਼ਿਸ਼ ਕਰਦਾ ਹੈ। ਇਹ ਧਰਮ ਜਿਹੜਾ ਹੈਗਾ, ਮਨੁੱਖ ਜਿਹੜਾ ਹੈਗਾ, ਮਨੁੱਖ ਨੇ ਆਪਣੀਆਂ ਜੰਜ਼ੀਰਾਂ ਨੂੰ ਫੁੱਲਾਂ ਨਾਲ ਢੱਕਣ ਦੀ ਕੋਸ਼ਿਸ਼ ਕੀਤੀ ਹੈ। ਪਰ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਕੀ ਹੋਣਾ ਚਾਹੀਦਾ ਹੈ? ਸਾਡਾ ਮਕਸਦ ਉਹਨਾਂ ਤੋਂ ਫੁੱਲ ਉਠਾਉਣਾ ਨਹੀਂ ਹੈ, ਸਗੋਂ ਸਾਡਾ ਮਕਸਦ ਜੰਜ਼ੀਰਾਂ ਨੂੰ ਤੋੜਨਾ ਹੋਣਾ ਚਾਹੀਦਾ ਹੈ। ਜੀ ਅਮਰਿੰਦਰ ਜੀ, ਅਮਰਿੰਦਰ ਜੀ, ਮਾਰਕਸ ਨੇ ਇਹ ਬਹੁਤ ਹੀ ਖੂਬਸੂਰਤ ਲਾਈਨਾਂ ਉਸੇ ਪੈਰੇ ਦੇ ਵਿੱਚ ਦਿੱਤੀਆਂ ਨੇ ਕਿ ਧਰਮ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੁੰਦਾ ਹੈ, ਮਨੁੱਖ ਦੇ ਲਈ ਇੰਪੋਰਟੈਂਟ ਹੈ। ਔਰ ਇਹਦਾ ਇਨਕਲਾਬੀ ਖਾਸਾ ਹੁਣ ਤੱਕ ਦੀਆਂ ਜਿੰਨੀਆਂ ਵੀ ਧਾਰਮਿਕ ਲਹਿਰਾਂ ਚੱਲੀਆਂ ਨੇ, ਉਹ ਸਮਾਜਿਕ ਲੋਕਾਂ ਨੂੰ ਸਮਾਜਿਕ ਲੋੜਾਂ ਦੇ ਵਿੱਚੋਂ ਪੈਦਾ ਹੋ ਰਹੀਆਂ ਸਮਾਜ ਦੀਆਂ ਜਿਹੜੀਆਂ ਨੇ ਉਹ ਮੂਵਮੈਂਟਸ ਰਹੀਆਂ ਨੇ। ਸੋ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਧਰਮ ਨੂੰ ਏਦਾਂ ਉਹਨਾਂ ਨੂੰ ਕਹਿਣਾ ਕਿ ਇਹ ਤਾਂ ਅਫੀਮ ਹੈ ਜੀ, ਇਹਦੇ ਨਾਲ ਤੁਸੀਂ ਉਹਨਾਂ ਦੇ ਮੰਦਿਰਾਂ ਨੂੰ ਤੋੜ ਦਿਓ, ਉਹਨਾਂ ਦੇ ਜਿਹੜੀਆਂ ਨੇ ਮਸਜਿਦਾਂ ਨੂੰ ਤੋੜੋ। ਔਰ ਇਹ ਇੱਕ ਬਹੁਤ ਵੱਡੀ ਇੱਕ ਘਿਨਾਉਣੀ ਗੱਲ ਜਿਹੜੀ ਹੈਗੀ ਹੈ, ਇੱਕ ਗਲਤੀ ਜਿਹੜੀ ਹੈਗੀ ਹੈ, ਮੈਂ ਸਮਝਦਾ ਰੂਸ ਨੇ ਵੀ ਕੀਤੀ ਹੈ ਔਰ ਚਾਈਨਾ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਨੂੰ ਤੁਹਾਨੂੰ ਸਗੋਂ ਇਹਦੇ ਜਿਹੜਾ ਕਿਸੇ ਵੀ ਧਰਮ ਦੇ ਜਿਹੜੇ ਇਨਕਲਾਬੀ ਪੱਖ ਨੇ, ਉਹਨਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ। ਔਰ ਜੇਕਰ ਅਸੀਂ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਇਦਾਂ ਦਾ ਸਮਾਜ ਅਸੀਂ ਬਣਾ ਦਾਂਗੇ ਕਿ ਜਿਹਦੇ ਵਿੱਚ ਬੰਦਾ ਧਰਮ ਵਾਲੇ ਪਾਸੇ ਕਿਉਂ ਜਾਂਦਾ ਹੈ? ਉਹ ਉਦੋਂ ਜਾਂਦਾ ਹੈ ਜਦੋਂ ਉਹਨਾਂ ਨੂੰ ਸਿਸਟਮ ਜਿਹੜਾ ਹੈਗਾ ਉਹ ਮਜਬੂਰ ਕਰਦਾ ਹੈ। ਔਰ ਇਸ ਕਰਕੇ ਸਿਸਟਮ ਅਸੀਂ ਇਦਾਂ ਦਾ ਬਣਾ ਦਈਏ, ਸਮਾਜ ਹੀ ਇੰਨਾ ਵਧੀਆ ਬਣਾ ਦਈਏ ਕਿ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਪਵੇ। ਅੱਜ ਮੈਂ ਪਿਛਲੇ ਦਿਨਾਂ ਦੇ ਵਿੱਚ ਕੁਝ ਅੰਕੜੇ ਪੜ੍ਹ ਰਿਹਾ ਸੀਗਾ, ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਆਬਾਦੀ ਜਿਹੜੀ ਉਹਨਾਂ ਨਾਸਤਿਕਾਂ ਦੀ ਹੈ, ਯਾਨੀ ਕਿ ਉਹ ਯੂਰਪੀਅਨ ਲੋਕਾਂ ਦੀ ਹੈ। ਯੂਰਪ ਦੇ ਵਿੱਚ ਉਹਨਾਂ ਨੇ ਸਿਸਟਮ ਹੀ ਇਦਾਂ ਦਾ ਬਣਾਤਾ ਕਿ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਕਿਉਂ? ਉਹ ਕਹਿੰਦੇ ਇੱਥੇ ਹੀ ਸਵਰਗ ਬਣਾ ਦਿਓ, ਧਰਤੀ ਦੇ ਉੱਤੇ ਹੀ ਸਵਰਗ ਹੋਵੇ। ਕਿਉਂ ਅਸੀਂ ਬਾਅਦ ਦੇ ਵਿੱਚ ਇਹ ਸੋਚੀਏ ਕਿ ਮਰ ਕੇ ਅਸੀਂ ਸਵਰਗ 'ਚ ਜਾਣਾ? ਤੁਸੀਂ ਜੇ ਅਸੀਂ ਸਮਾਜ ਨੂੰ ਜਾਂ ਆਪਣੇ ਨੂੰ ਚੰਗਾ ਬਣਾ ਦਾਂਗੇ, ਸਵਰਗ ਬਣਾ ਦਾਂਗੇ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਜਿਹੜੀ ਧਰਮ ਦੀ ਦਖਲ ਅੰਦਾਜ਼ੀ ਹੈ ਉਹ ਘਟ ਸਕਦੀ ਹੈ। ਪਰ ਇਹਦੇ ਮਤਲਬ ਇਹ ਨਹੀਂ ਹੈ ਕਿ ਜਿਹੜੇ ਧਾਰਮਿਕ ਲੋਕ ਨੇ
ਉਹਨਾਂ ਨੂੰ ਤੁਸੀਂ ਧੱਕੇ ਨਾਲ ਦਬਾ ਕੇ ਜਿਹੜਾ ਹੈਗਾ ਉਹਨਾਂ ਦੇ ਚਰਚਸ ਨੂੰ, ਉਹਨਾਂ ਦੀਆਂ ਮਸਜਿਦਾਂ ਨੂੰ, ਜਾਂ ਉਹਨਾਂ ਦੇ ਜੋ ਵੀ ਸਿੰਬਲਸ ਨੇ ਉਹਨਾਂ ਨੂੰ ਤੁਸੀਂ ਨਸ਼ਟ ਕਰਨਾ, ਇਹ ਕੋਈ ਇਹਦੇ ਲਈ ਨਾ ਤਾਂ ਮਾਰਕਸ ਨੇ ਕਿਹਾ, ਨਾ ਮੈਨੂੰ ਲੱਗਦਾ ਹੈ ਕਿ ਸਾਨੂੰ ਕਰਨਾ ਚਾਹੀਦਾ ਹੈ। ਇਦਾਂ ਦਾ ਨਹੀਂ ਹੋਣਾ ਚਾਹੀਦਾ। ਜਿਹੜੀਆਂ ਗਲਤੀਆਂ ਰੂਸ ਦੇ ਵਿੱਚ ਹੋਈਆਂ ਨੇ ਉਹਨਾਂ ਗਲਤੀਆਂ ਤੋਂ ਸਿੱਖਣਾ ਚਾਹੀਦਾ ਹੈ, ਸਗੋਂ ਅੱਗੇ ਵਧਣਾ ਚਾਹੀਦਾ ਆਪਣੀਆਂ ਗਲਤੀਆਂ ਤੋਂ ਸਿੱਖ ਕੇ। ਇਸ ਕਰਕੇ ਚਾਈਨਾ ਨੂੰ ਵੀ ਜਿਹੜਾ ਹੈਗਾ ਇਦਾਂ ਦੇ ਕਿਸੇ ਵੀ ਧਾਰਮਿਕ ਦਖਲ ਅੰਦਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੀ ਡਾਕਟਰ ਅਮਰਿੰਦਰ ਜੀ, ਇੱਕ ਹੁਣ ਜਿਵੇਂ ਆਪਾਂ ਹੁਣ ਇੰਡੀਆ ਦੀ ਗੱਲ ਕਰੀਏ ਕਿ ਇੰਡੀਆ ਦੇ ਵਿੱਚ ਕੀ ਜਿਹੜਾ ਮਾਰਕਸਿਜ਼ਮ ਆ, ਮੈਨੂੰ ਇਹ ਲੱਗਦਾ ਹੈ ਕਿ ਆਮ ਲੋਕਾਂ ਤੱਕ ਮਾਰਕਸਿਜ਼ਮ ਨਾ ਪਹੁੰਚਣ ਦਾ ਕਾਰਨ ਇਹ ਹੈ ਕਿ ਜਿਹੜੇ ਮਾਰਕਸਿਜ਼ਮ ਦੇ ਜਿਹੜੇ ਮੇਨ ਆਈਡੀਅਲ ਨੇ ਜਾਂ ਉਹਨਾਂ ਦੇ ਜੋ ਜਿਹੜੇ ਬੰਦੇ ਨੇ ਫੇਸਿਸ ਨੇ, ਉਹ ਜਿਹੜੇ ਤੁਸੀਂ ਲੋਕਲ ਲੋਕ ਹੁੰਦੇ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਨਹੀਂ ਪਾਉਂਦੇ। ਹੁਣ ਜਦੋਂ ਤੁਸੀਂ ਮਾਰਕਸ ਬਹੁਤ ਵੱਡੇ ਸ਼ਖਸ ਨੇ, ਇਹ 'ਚ ਤਾਂ ਕੋਈ ਸ਼ੱਕ ਨਹੀਂ ਹੈਗਾ, ਜਾਂ ਲੈਲਿਨ ਜਾਂ ਉਸ ਤੋਂ ਬਾਅਦ ਹੋਰਾਂ ਦੇ ਨਾਮ ਵੀ ਆਉਂਦੇ ਨੇਗੇ। ਜਿਹੜੇ ਲੋਕਲ ਸਮਾਜ ਹੁੰਦਾ ਹੈ ਉਹ ਆਪਣੇ ਵਿੱਚੋਂ ਕਿਸੇ ਲੀਡਰ ਨੂੰ ਦੇਖਣਾ ਚਾਹੁੰਦਾ ਹੁੰਦਾ, ਉਹਦਾ ਲੋਕਲ ਜਿਹੜੇ ਆਪਣੇ ਰੋਲ ਮਾਡਲ ਆਪਣੇ ਹੀ ਬੰਦਿਆਂ ਚੋਂ ਦੇਖਣਾ ਚਾਹੁੰਦਾ ਹੁੰਦਾ। ਉਹ ਲੈਫਟ ਕਿਤੇ ਨਾ ਕਿਤੇ ਜੇ ਉਹੋ ਜਿਹਾ ਕੋਈ ਰੋਲ ਮਾਡਲ ਪੇਸ਼ ਕਰਨ ਦੇ ਵਿੱਚ ਨਾਕਾਮਯਾਬ ਹੈ, ਤੁਹਾਨੂੰ ਲੱਗਦਾ ਕਦੇ ਐਵੇਂ? ਬਿਲਕੁਲ ਬਿਲਕੁਲ, ਇਹ 'ਚ ਕੋਈ ਦੋਹਰਾਵਾ ਨਹੀਂ ਕਿ ਲੈਫਟ ਨੇ, ਕਿਉਂਕਿ ਜਿਹੜਾ ਭਾਰਤੀ ਲੈਫਟ ਹੈ ਜਾਂ ਪੰਜਾਬ ਦਾ ਲੈਫਟ ਹੈ, ਉਹਨੇ ਹਮੇਸ਼ਾ ਹੀ ਜਾਂ ਤਾਂ ਰੂਸ ਤੋਂ ਆਪਣਾ ਵਿਚਾਰਧਾਰਾ ਨੂੰ ਉਧਾਰੀ ਲਈ ਹੈ ਜਾਂ ਉਹਨੇ ਚੀਨ ਤੋਂ ਉਧਾਰੀ ਲਈ ਹੈ। ਪਰ ਜਿਹੜਾ ਮਾਰਕਸ ਦਾ ਮਾਰਕਸਿਜ਼ਮ ਹੈ ਜਾਂ ਮਾਰਕਸ ਦਾ ਮਾਰਕਸਵਾਦ ਹੈ, ਉਹਨੂੰ ਸਮਝਣ ਦੀ, ਉਹਨੇ ਉੱਤੇ ਚੱਲਣ ਦੀ ਜਿਹੜੀ ਹੈਗੀ ਕੋਸ਼ਿਸ਼ ਨਹੀਂ ਕੀਤੀ। ਔਰ ਨਤੀਜਾ ਕੀ ਨਿਕਲਿਆ ਕਿ ਜਦੋਂ ਅਸੀਂ ਆਪਣੇ ਕਿਸੇ ਹੋਰ ਸਟੇਟ ਦੇ ਵਿੱਚੋਂ ਆਪਣੇ ਇਨਕਲਾਬ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਾਂਗੇ, ਜਦੋਂ ਅਸੀਂ ਰਸ਼ੀਆ ਦੇ ਇਨਕਲਾਬ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਾਂਗੇ, ਚੀਨ ਦੇ ਇਨਕਲਾਬ ਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਉਹ ਕਾਪੀ ਤਾਂ ਹੋ ਸਕਦੀ ਹੈ ਪਰ ਓਰੀਜਨਲ ਨਹੀਂ ਹੋ ਸਕਦਾ, ਕਿਉਂਕਿ ਕੋਈ ਵੀ ਕਿਸੇ ਵੀ ਮੁਲਕ ਦਾ ਇਨਕਲਾਬ ਉਸ ਮੁਲਕ ਦੀ ਮਿੱਟੀ ਚੋਂ ਪੈਦਾ ਹੁੰਦਾ ਹੈ, ਉਸ ਖਸਲਤ ਚੋਂ ਪੈਦਾ ਹੁੰਦਾ ਹੈ। ਪੰਜਾਬ ਦਾ ਇਨਕਲਾਬ ਜਾਂ ਭਾਰਤ ਦਾ ਇਨਕਲਾਬ ਭਾਰਤ ਦੀ ਮਿੱਟੀ ਚੋਂ ਪੈਦਾ ਹੋਏਗਾ, ਭਾਰਤ ਦੇ ਕਲਚਰ ਚੋਂ ਪੈਦਾ ਹੋਏਗਾ, ਭਾਰਤ ਦੀ ਸੱਭਿਅਤਾ ਦੇ ਵਿੱਚੋਂ ਪੈਦਾ ਹੋਏਗਾ। ਜਿੰਨੀ ਦੇਰ ਅਸੀਂ ਇੱਥੋਂ ਦੇ ਰਿਲੀਜਨ ਨੂੰ, ਇੱਥੋਂ ਦੇ ਕਲਚਰ ਨੂੰ, ਇੱਥੋਂ ਦੇ ਜਾਤ ਪਾਤੀ ਸਿਸਟਮ ਨੂੰ, ਸਾਰੀਆਂ ਚੀਜ਼ਾਂ ਨੂੰ ਜੋੜ ਕੇ ਨਹੀਂ ਸਮਝਾਂਗੇ, ਜੇ ਅਸੀਂ ਉਹਦੇ ਤੋਂ ਦੂਰੀ ਬਣਾ ਕੇ ਰੱਖਾਂਗੇ ਤਾਂ ਸਾਡਾ ਉਹੀ ਹਾਲ ਹੋਏਗਾ ਜਿਵੇਂ ਹੁਣ ਤੱਕ ਦਾ ਹੋਇਆ। ਸੋ ਇਸ ਕਰਕੇ ਜਿਹੜੇ ਮੈਂ ਇਹੀ ਕਹਿਣਾ ਚਾਹੁੰਦਾ ਮਾਰਕਸਵਾਦੀਆਂ ਨੂੰ ਕਿ ਜੇਕਰ ਉਹ ਕਾਪੀ ਨਾ ਕਰਨ ਦੀ ਬਜਾਏ ਉਹ ਸਾਡੀ ਆਪਣੀ ਮਿੱਟੀ ਨੂੰ ਪਛਾਣਨ, ਆਪਣੇ ਕਲਚਰ ਨੂੰ ਸਮਝਣ, ਉਹਦੇ ਉੱਤੇ ਕੰਮ ਕਰਨ ਔਰ ਇਹਦੇ ਵਿੱਚੋਂ ਲੀਡਰ ਪੈਦਾ ਹੋਣ। ਨਾ ਕਿ ਤੁਸੀਂ ਬਾਹਰਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਤੁਸੀਂ ਜਦੋਂ ਅੱਗੇ ਲਿਆਉਣ ਦੀ ਕੋਸ਼ਿਸ਼ ਕਰੋਗੇ ਕਿ ਸਾਡਾ ਲੈਨਨ ਇਦਾਂ ਦਾ ਸੀਗਾ, ਮਾਓ ਇਦਾਂ ਦਾ ਸੀਗਾ, ਤੁਸੀਂ ਕਹੋਗੇ ਸਾਡਾ ਗੁਰੂ ਨਾਨਕ ਸਾਹਿਬ ਇਦਾਂ ਦੇ ਸੀਗੇ, ਸਾਡੇ ਗੁਰੂ ਗੋਬਿੰਦ ਸਿੰਘ ਇਦਾਂ ਦੇ ਸੀਗੇ, ਸਾਡੇ ਸ਼ਹੀਦੇ ਆਜ਼ਮ ਭਗਤ ਸਿੰਘ ਇਦਾਂ ਦੇ ਸੀਗੇ, ਸਾਡੇ ਊਧਮ ਸਿੰਘ ਇਦਾਂ ਦੇ। ਸਾਡੇ ਕੋਲੇ ਆਪਣੇ ਬਹੁਤ ਸਾਰੇ ਚਿਹਰੇ ਨੇ, ਆਪਣੇ ਬਹੁਤ ਸਾਰੇ ਲੀਡਰ ਨੇ ਜਿਹੜੇ ਅਸੀਂ ਉਹਨਾਂ ਦੀ ਐਗਜ਼ਾਮਪਲਾਂ ਦੇ ਸਕਦੇ ਹਾਂ। ਸਾਡੇ ਕੋਲੇ ਸ਼ਹੀਦੇ ਆਜ਼ਮ ਭਗਤ ਸਿੰਘ ਹੈ, ਬਹੁਤ ਵੱਡਾ ਕ੍ਰਾਂਤੀਕਾਰੀ ਹੋਇਆ, ਉਹਦੀ ਐਗਜ਼ਾਮਪਲਾਂ ਸਾਨੂੰ ਲੈਣੀਆਂ ਚਾਹੀਦੀਆਂ ਨੇ। ਸਾਡੇ ਕੋਲੇ ਬੰਦਾ ਸਿੰਘ ਬਹਾਦਰ ਹੈ ਜਿਹਨੇ ਕਿ ਪਹਿਲੀ ਵਾਰੀ ਕਿਰਤੀਆਂ ਨੂੰ ਜ਼ਮੀਨਾਂ ਵੰਡੀਆਂ। ਸਾਡੇ ਕੋਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰਾਸਤ ਹੈ, ਸਾਡੇ ਕੋਲੇ ਛੋਟੇ ਸਾਹਿਬਜ਼ਾਦਿਆਂ ਦੀ ਵਿਰਾਸਤ ਹੈ। ਅਸੀਂ ਇਹਨਾਂ ਵਿਰਾਸਤਾਂ ਨੂੰ ਲੈ ਕੇ ਹੀ ਸਾਨੂੰ ਅੱਗੇ ਵਧਣਾ ਪਏਗਾ। ਜੇ ਅਸੀਂ ਉਧਾਰੇ ਮਾਡਲ ਲਵਾਂਗੇ ਤਾਂ ਲਾਜ਼ਮੀ ਤੌਰ ਤੇ ਉਹਦਾ ਨੁਕਸਾਨ ਜਿਵੇਂ ਪਹਿਲਾਂ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ। ਸੋ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਾਡੇ ਆਪਣੀ ਮਿੱਟੀ 'ਚ ਪੈਦਾ ਹੋਏ ਲੀਡਰ, ਉਹਨਾਂ ਨੂੰ ਅੱਗੇ ਲਿਆ ਕੇ ਉਹਨਾਂ ਦੀਆਂ ਵਿਚਾਰਧਾਰਾਵਾਂ ਨੂੰ ਸਮਝ ਕੇ, ਯਾਨੀ ਕਿ ਮਾਰਕਸ ਦੀ ਜਿਹੜੀ ਅਸਲੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਸਮਝ ਕੇ ਹੀ ਅਸੀਂ ਕੋਈ ਬਦਲਾਅ ਕਰ ਸਕਦੇ ਹਾਂ, ਨਹੀਂ ਤਾਂ ਜਿਹੜੀ ਹੈਗੀ ਹੈ ਇਦਾਂ ਹੀ ਕੰਮ ਚੱਲਦਾ ਹੀ ਰਹੇਗਾ। ਅਮਰਿੰਦਰ ਜੀ, ਡਾਕਟਰ ਸਾਹਿਬ ਦੇਖੋ, ਇੱਕ ਕੁਐਸਚਨ ਹੋਰ ਹੈ ਜੀ ਕਿ ਮੈਨੂੰ ਐਕਚੁਅਲੀ ਇਹ ਕੁਐਸਚਨ ਕਿਸੇ ਨੇ ਪੁੱਛਣ ਨੂੰ ਕਿਹਾ, ਉਹ ਵੀ ਲੈਫਟਿਸਟ ਨੇ ਜੀ। ਉਹ ਕਹਿੰਦੇ ਨੇ ਕਿ ਜਿਹੜਾ ਮਾਰਕਸਿਜ਼ਮ ਆ ਉਹ ਜਿਹੜੇ ਅੱਜ ਕੱਲ੍ਹ ਮਾਡਰਨ ਫਾਈਨੈਂਸ਼ੀਅਲ ਕ੍ਰਾਈਸਿਸ ਆ ਦੁਨੀਆ ਤੇ ਨਾ, ਕਦੇ ਕਿਸੇ ਰੂਪ ਚ ਆ ਜਾਂਦਾ, ਕਦੇ ਕਿਸੇ, ਹੁਣ ਜਿਵੇਂ ਕਰੋਨਾ ਦੇ ਬਾਅਦ ਲੋਕਡਾਊਨ ਵਗੈਰਾ ਲੱਗੇ ਆ, ਉਹਦੇ ਵਿੱਚ ਵੀ ਇੱਕ ਫਾਈਨੈਂਸ਼ੀਅਲ ਕ੍ਰਾਈਸਿਸ ਦੁਨੀਆ ਦੇ ਵਿੱਚ ਆਉਣ ਦੇ ਖਾਦਸ਼ੇ ਨੇ, ਪਹਿਲਾਂ ਆਲਰੇਡੀ ਆ ਵੀ ਚੁੱਕਾ 2008 ਦੇ ਵਿੱਚ, ਤੇ ਉਹ ਮਾਰਕਸਿਜ਼ਮ ਦੇ ਵਿੱਚ ਉਹਦਾ ਕੋਈ ਸੋਲੂਸ਼ਨ ਹੈ? ਅਮਰਿੰਦਰ ਜੀ ਦੇਖੋ, 1823 ਤੋਂ ਬਾਅਦ ਹਰ 10 ਸਾਲਾਂ ਬਾਅਦ ਜਿਹੜੀ ਪੂੰਜੀਵਾਦੀ ਇਕੋਨਮੀ ਹੈ ਉਹਦੇ ਵਿੱਚ ਸੰਕਟ ਆਇਆ, ਔਰ ਉਹ ਸੰਕਟ ਦੇ ਫਿਰ ਉਹਦੇ ਵਿੱਚੋਂ ਕਿਵੇਂ ਨਾ ਕਿਵੇਂ ਪੂੰਜੀਵਾਦੀ ਸਿਸਟਮ ਨਿਕਲਦਾ ਰਿਹਾ, ਨਵੇਂ ਰਾਹ ਤਲਾਸ਼ਦਾ ਰਿਹਾ। ਔਰ ਇੱਕ ਵੇਲੇ ਐਸਾ ਆਇਆ ਜਿਹਨੂੰ ਮਹਾ ਸੰਕਟ ਕਿਹਾ ਗਿਆ, ਜਿਹਨੂੰ ਗ੍ਰੇਟ ਡਿਪਰੈਸ਼ਨ ਕਿਹਾ ਗਿਆ ਉਸ ਵੇਲੇ 1929 ਦੇ ਵਿੱਚ।
ਔਰ ਜੀ ਉਹਦਾ ਨਤੀਜਾ ਕੀ ਨਿਕਲਿਆ? ਉਹਦਾ ਨਤੀਜਾ ਅਸੀਂ ਦੇਖਿਆ ਕਿ ਫਾਸ਼ਿਜ਼ਮ ਦੇ ਵਿੱਚ ਨਿਕਲਿਆ, ਸੈਕੰਡ ਵਰਲਡ ਵਾਰ ਲੱਗੀ ਔਰ ਕਰੋੜਾਂ ਲੋਕ ਉਸ ਵਰਲਡ ਵਾਰ ਦੇ ਵਿੱਚ ਮਾਰੇ ਗਏ। ਉਹ ਵੀ ਜਿਹੜਾ ਹੈਗਾ ਉਸ ਸੰਕਟ ਦਾ ਨਤੀਜਾ ਸੀਗਾ। ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਜਿਹੜੇ ਅਗਲੇ ਸੰਕਟ ਵੱਧਦੇ ਵੱਧਦੇ 2008 ਦੇ ਵਿੱਚ ਆਇਆ ਔਰ 2008 ਦੇ ਵਿੱਚ ਆਉਣ ਤੋਂ ਬਾਅਦ ਲਗਾਤਾਰ ਤੁਸੀਂ ਦੇਖੋਗੇ ਕਿ ਜਿਹੜਾ ਕਰੋਨਾ ਦਾ ਦੌਰ ਵੀ ਆਇਆ, ਇਹ ਉਸ 2008 ਦੇ ਸੰਕਟ ਦੇ ਵਿੱਚੋਂ ਪੈਦਾ ਹੋਇਆ। ਸੋ ਇਸ ਕਰਕੇ ਜਿਹੜਾ ਜੇ ਆਪਾਂ ਕਹੀਏ ਕਿ ਨਿਕਲਣ ਦਾ ਤਰੀਕਾ ਉਹ ਇਹੀ ਹੈ ਕਿ ਜਾਂ ਤਾਂ ਸਾਨੂੰ ਸਮਾਜਵਾਦੀ ਹੋਣਾ ਪਏਗਾ ਜਾਂ ਅਸੀਂ ਬਰਬਰਤਾਵਾਦ ਵੱਲ ਵਧਾਂਗੇ, ਜਾਂ ਤਾਂ ਸਾਨੂੰ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਸਮਾਜਵਾਦੀ ਜਿਹੜਾ ਹੈਗਾ ਯਾਨੀ ਕਿ ਪਲੈਨਡ ਇਕਨੋਮੀ ਵੱਲ ਲੈ ਕੇ ਜਾ ਸਕਦੀ ਹੈ ਕਿਸੇ ਵੀ ਮੁਲਕ ਦੀ। ਇਹ ਨਹੀਂ ਕਿ ਇਕੱਲੇ ਮੈਂ ਪੰਜਾਬ ਜਾਂ ਭਾਰਤ ਦੀ ਗੱਲ ਕਰ ਰਿਹਾ, ਜਿਹੜੀ ਵੀ ਮੁਲਕ ਦੇ ਵਿੱਚ ਇਦਾਂ ਦੀਆਂ ਜਿਹੜੇ ਸੰਘਰਸ਼ ਚੱਲ ਰਹੇ ਨੇ, ਸਟਰਗਲਸ ਚੱਲ ਰਹੀਆਂ ਨੇ, ਉਹਦੇ ਵਿੱਚੋਂ ਨਵੀਆਂ ਸੰਭਾਵਨਾਵਾਂ ਵੀ ਪੈਦਾ ਹੋ ਰਹੀਆਂ ਨੇ। ਖਾਸ ਤੌਰ ਤੇ ਪੰਜਾਬ ਦੀ ਜਾਂ ਭਾਰਤ ਦੇ ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚੋਂ ਵੀ ਕਾਫੀ ਆਪਾਂ ਦੇਖ ਸਕਦੇ ਹਾਂ ਕਿ ਆਉਣ ਵਾਲੇ ਭਵਿੱਖ ਦੀਆਂ ਜਿਹੜੀਆਂ ਨੇ ਨਿਸ਼ਾਨਦੇਹੀ ਤੁਸੀਂ ਕਰ ਸਕਦੇ ਹੋ। ਸੋ ਇਸ ਕਰਕੇ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਸੰਕਟ ਤਾਂ ਆਉਂਦੇ ਰਹਿੰਦੇ ਨੇ, ਸੰਕਟ ਤਾਂ ਹਰ 10 ਸਾਲਾਂ ਬਾਅਦ ਬਹੁਤ ਗੰਭੀਰ ਸੰਕਟ ਆਉਂਦੇ ਨੇ, ਪਰ ਉਹਨਾਂ ਵਿੱਚੋਂ ਸੰਕਟ ਦੇ ਵਿੱਚੋਂ ਅਸੀਂ ਤਾਂ ਹੀ ਨਿਕਲ ਸਕਦੇ ਹਾਂ ਜੇਕਰ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਮਾਰਕਸਿਜ਼ਮ ਨੂੰ ਸਮਝ ਕੇ ਇੱਕ ਨਵਾਂ ਪਲੈਨਡ ਇਕਨੋਮਿਕ ਸਟਰਕਚਰ ਜਿਹੜਾ ਹੈਗਾ, ਜਿਹੜਾ ਮੈਂ ਕਹਿ ਰਿਹਾ ਕਿ ਸੋਸ਼ਲਿਸਟਿਕ ਓਰੀਐਂਟਡ ਆਟੋਨੋਮਸ ਇਕਨੋਮਿਕ ਡਿਵੈਲਪਮੈਂਟ ਵਾਲਾ ਜਿਹੜਾ ਮਾਡਲ ਹੈ, ਜਿੰਨੀ ਦੇਰ ਉਹ ਨਹੀਂ ਆਏਗਾ ਉਨੀ ਦੇਰ ਜਿਹੜਾ ਹੈਗਾ ਇਹ ਮਸਲੇ ਹੱਲ ਨਹੀਂ ਹੋਣਗੇ। ਇਦਾਂ ਹੀ ਸੰਕਟ ਆਉਂਦੇ ਰਹਿਣਗੇ, ਨਵੀਆਂ ਬਿਮਾਰੀਆਂ ਪੈਦਾ ਹੁੰਦੀਆਂ ਰਹਿਣਗੀਆਂ, ਨਵੀਆਂ ਤੋਂ ਨਵੀਆਂ ਚੀਜ਼ਾਂ ਪੈਦਾ ਹੁੰਦੀਆਂ ਰਹਿਣਗੀਆਂ ਔਰ ਇਹਦੇ ਵਿੱਚੋਂ ਕੋਸ਼ਿਸ਼ ਜਿਹੜਾ ਹੈਗਾ ਸਾਮਰਾਜਵਾਦ ਇਹੀ ਕਰਦਾ ਕਿ ਅਸੀਂ ਇਹਦੇ ਵਿੱਚੋਂ ਨਿਕਲ ਸਕੀਏ। ਪਰ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਕਟ ਇੰਨਾ ਗੰਭੀਰ ਹੈ ਕਿ ਬਿਨਾਂ ਕਿਸੇ ਮਹਾ ਵਿਨਾਸ਼ ਤੋਂ ਇਹ ਕੋਈ ਨਿਕਲ ਸਕਦਾ ਹੈ, ਕਿਉਂਕਿ ਵਿਨਾਸ਼ ਇਸ ਵੇਲੇ ਆਪਾਂ ਦੇਖ ਰਹੇ ਹਾਂ ਕਿ ਹਰ ਮੁਲਕ, ਛੋਟੇ ਤੋਂ ਛੋਟੇ ਮੁਲਕ ਕੋਲੇ ਵੀ ਵੱਡੇ ਤੋਂ ਵੱਡੇ ਬੰਬ ਨੇ ਔਰ ਨਿਊਕਲੀਅਰ ਬੰਬ ਬਣ ਚੁੱਕੇ ਨੇ। ਉਹ ਥਰਡ ਵਰਲਡ ਜਿਹੜਾ ਹੈਗਾ, ਥਰਡ ਵਾਰ ਜਿਹੜਾ ਹੈਗਾ, ਉਹ ਲੜਾਈ ਵੀ ਸਾਨੂੰ ਸੰਭਾਵਨਾ ਨਜ਼ਰ ਨਹੀਂ ਆਉਂਦੀ। ਔਰ ਹੁਣ ਕੀ ਨਤੀਜਾ ਨਿਕਲ ਸਕਦਾ ਹੈ? ਇਸੇ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੇ ਪੈਦਾ ਹੋਣ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਇਹ ਸਾਰੀਆਂ ਚੀਜ਼ਾਂ ਉਧਰ ਸੰਕੇਤ ਕਰਦੀਆਂ ਨੇ। ਸੋ ਨਿਕਲ ਸਕਦਾ ਹੈ, ਪਰ ਉਹ ਨਿਕਲ ਤਾਂ ਸਕੇਗਾ ਜੇਕਰ ਉਸ ਕਿਸਮ ਦੀ ਲੀਡਰਸ਼ਿਪ ਜਿਹੜੀ ਹੈਗੀ ਹੈ ਪੈਦਾ ਹੋਏਗੀ ਔਰ ਉਹ ਆਪਣਾ ਮਾਡਲ ਲੈ ਕੇ ਆਏਗੀ, ਪਲੈਨਡ ਮਾਡਲ ਲੈ ਕੇ ਆਏਗੀ। ਲੋਕ ਉਹਨਾਂ ਦੇ ਨਾਲ ਜੁੜਨਗੇ ਔਰ ਉਹਨਾਂ ਨੂੰ ਸਵੀਕਾਰ ਕਰਨਗੇ ਔਰ ਉਹਨਾਂ ਦੇ ਅਨੁਸਾਰ ਇੱਕ ਨਵਾਂ ਸਿਸਟਮ ਲੈ ਕੇ ਆਉਣਗੇ, ਤਾਂ ਇਹ ਸੰਭਵ ਹੈ, ਨਹੀਂ ਤਾਂ ਇਦਾਂ ਹੀ ਚੱਲਦਾ ਰਹੇਗਾ। ਅਮਰਿੰਦਰ ਜੀ, ਡਾਕਟਰ ਸਾਹਿਬ ਦੇਖੋ, ਇੱਕ ਗੱਲ ਹੋ ਰਿਹਾ ਕਿ ਜਿਵੇਂ ਹੁਣ ਜਦੋਂ ਸੋਵੀਅਤ ਸੰਘ ਟੁੱਟਿਆ, ਤੁਹਾਨੂੰ ਲੱਗਦਾ ਹੈ ਕਿ ਇਹ ਮਾਰਕਸਿਜ਼ਮ ਦਾ ਇੱਕ ਫੇਲੀਅਰ ਸੀ? ਤੇ ਦੂਜਾ ਕੁਐਸਚਨ ਇਹਦੇ ਜਿਵੇਂ ਨਾਲ ਹੀ ਹੈ ਕਿ ਜਿਹੜੀ ਵੀ ਵਿਚਾਰਧਾਰਾ ਪਸਾਰਵਾਦੀ ਹੁੰਦੀ ਹੈ, ਕਿ ਜਿਹੜੀ ਚਾਹੁੰਦੀ ਹੈ ਕਿ ਹੋਰ ਦੇਸ਼ ਵੀ ਸਾਡੇ ਅੰਡਰ ਆਉਣ, ਕਿ ਉਹ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਹਿਸਾਬ ਦੇ ਨਾਲ ਕਿ ਉਹ ਖਤਰਨਾਕ ਹੈ ਸਾਡੇ ਸਮਾਜ ਦੇ ਲਈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਰੂਸ, ਆਪਾਂ ਨੂੰ ਵੀ ਪਤਾ ਹੈ ਕਿ 70 ਸਾਲਾਂ ਤੋਂ ਬਾਅਦ ਟੁੱਟਿਆ ਔਰ ਇਸੇ ਤਰ੍ਹਾਂ ਕਿਊਬਾ ਦਾ ਇਸ ਵੇਲੇ ਬਹੁਤ ਬੁਰਾ ਹਾਲ ਹੈ। ਚੀਨ ਜਿਹੜਾ ਹੈਗਾ ਉਹ ਮਾਓ ਦੀਆਂ ਪਾਲਿਸੀਆਂ ਨੂੰ ਛੱਡ ਚੁੱਕਿਆ ਹੈ। ਇਸੇ ਤਰ੍ਹਾਂ ਉੱਤਰੀ ਕੋਰੀਆ ਬਹੁਤ ਵੱਡੇ ਸੰਕਟ 'ਚ ਪੈਦਾ ਹੋ ਚੁੱਕਿਆ ਹੈ ਔਰ ਬਹੁਤ ਸਾਰੇ ਇਸੇ ਤਰ੍ਹਾਂ ਵੈਨਜ਼ੂਏਲਾ ਦਾ ਬਹੁਤ ਵੱਡਾ ਇਕਨੋਮਿਕ ਸੰਕਟ ਹੈ। ਯਾਨੀ ਕਿ ਕਹਿਣ ਤੋਂ ਭਾਵ ਹੈ ਕਿ ਇਹ ਸੰਕਟ ਇਸ ਲਈ ਨੇ ਕਿਉਂਕਿ ਆਲੇ ਦੁਆਲੇ ਤੁਹਾਡੇ ਸਾਮਰਾਜੀ ਮੁਲਕ ਨੇ, ਉਹ ਵੱਡੇ ਵੱਡੇ ਸ਼ੇਰ ਬੈਠੇ ਨੇ, ਉਹ ਤੁਹਾਨੂੰ ਖਾਣ ਨੂੰ ਹਮੇਸ਼ਾ ਤਿਆਰ ਬੈਠੇ ਨੇ ਕਿ ਕਦੇ ਨਾ ਕਦੇ ਅਸੀਂ ਇਹਨਾਂ ਨੂੰ ਖਾ ਜਾਈਏ। ਸੋ ਕਹਿਣ ਦਾ ਮਤਲਬ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਇਹ ਹੌਲੀ ਹੌਲੀ ਅੱਗੇ ਆ ਕੇ ਆਏਗਾ। ਔਰ ਜੇ ਆਪਾਂ ਦੁਨੀਆ ਦੇ ਇਤਿਹਾਸ ਦੀ ਗੱਲ ਕਰੀਏ, ਪੂੰਜੀਵਾਦ ਵੀ ਜਦੋਂ ਅੱਜ ਤੋਂ 500 ਸਾਲ ਪਹਿਲਾਂ ਉੱਭਰ ਰਿਹਾ ਸੀਗਾ ਫਿਊਡਲਿਜ਼ਮ ਨੂੰ ਹਰਾ ਕੇ, ਤਾਂ ਉਸ ਵੇਲੇ ਲਗਭਗ 200 ਸਾਲ, ਮੈਂ ਪੂਰਾ ਇੱਥੇ ਯਾਦ ਤੁਹਾਨੂੰ ਦੱਸਣਾ ਚਾਹਣਾ ਇਤਿਹਾਸ ਦੇ ਵਿੱਚ ਯੂਰਪ ਦਾ ਲਗਭਗ 200 ਸਾਲ ਦਾ ਇਤਿਹਾਸ ਹੈ, ਜਿਹਦੇ ਵਿੱਚ ਜਗੀਰਦਾਰਾਂ ਨੇ ਪੂੰਜੀਪਤੀਆਂ ਨੂੰ ਹਰਾ ਕੇ ਜਿਹੜਾ ਸੀਗਾ ਉਹਨਾਂ ਨੇ ਲਗਾਤਾਰ ਉਹਨਾਂ ਨੂੰ ਕੁਚਲਿਆ ਸੀਗਾ ਔਰ ਇਸ ਸਿਸਟਮ ਨੂੰ ਦਬਾ ਦਿੱਤਾ ਗਿਆ ਸੀਗਾ। ਉਹ 200 ਸਾਲ ਦਾ ਪੀਰੀਅਡ ਹੈ। ਅਜੇ ਤਾਂ ਮੈਂ ਮੇਰਾ ਕਹਿਣ ਦਾ ਮਤਲਬ ਹੈ ਕਿ ਜਦੋਂ ਨਵਾਂ ਸਿਸਟਮ ਆਉਂਦਾ ਤਾਂ ਉਹਦੇ ਵਿੱਚ ਪ੍ਰਯੋਗ ਹੁੰਦੇ ਨੇ, ਐਕਸਪੈਰੀਮੈਂਟਸ ਹੁੰਦੇ ਨੇ। ਉਹ ਪਹਿਲਾ ਐਕਸਪੈਰੀਮੈਂਟ ਹੋਇਆ ਰੂਸ ਦਾ, ਦੂਸਰਾ ਚਾਈਨਾ ਨੇ ਉਸ ਤੋਂ ਡਿਵੈਲਪ ਕੀਤਾ, ਫਿਰ ਉਸ ਤੋਂ ਬਹੁਤ ਕੁਝ ਕਿਊਬਾ ਨੇ ਸਿੱਖਿਆ, ਇਸੇ ਤਰ੍ਹਾਂ ਵੈਨਜ਼ੂਏਲਾ ਨੇ ਬਹੁਤ ਕੁਝ ਨਵਾਂ ਸਿੱਖਿਆ, ਨਵਾਂ ਕਰਨ ਦੀ ਕੋਸ਼ਿਸ਼ ਕੀਤੀ। ਸੋ ਮੈਂ ਇਹ ਕਹਿਣਾ ਚਾਹੁੰਦਾ
ਕਿ ਇਹ ਨਵੇਂ ਤਜਰਬੇ ਨੇ। ਮੈਂ ਇੱਕ ਗੱਲ ਬਿਲਕੁਲ ਇਹ ਬਹੁਤ ਜ਼ੋਰ ਨਾਲ ਦੇ ਕੇ ਕਹਿਣਾ ਚਾਹੁੰਦਾ ਕਿ ਜੇਕਰ ਦੁਨੀਆ ਬਚੇਗੀ ਤਾਂ ਉਹ ਮਾਰਕਸਵਾਦੀ ਹੋ ਕੇ ਬਚੇਗੀ, ਨਹੀਂ ਤਾਂ ਦੁਨੀਆ ਖਤਮ ਹੋਏਗੀ। ਇਹ ਪਹਿਲੀ ਗੱਲ ਤਾਂ ਇਹਨੂੰ ਸਮਝ ਲੈਣਾ ਚਾਹੀਦਾ। ਜੇਕਰ ਦੁਨੀਆ ਦੇ ਉੱਤੇ ਵੱਖ-ਵੱਖ ਮੁਲਕਾਂ ਦੇ ਵਿੱਚ ਮਾਰਕਸਵਾਦ ਨਹੀਂ ਆਉਂਦਾ, ਮਾਰਕਸਵਾਦ ਦਾ ਮਤਲਬ ਹੈ ਕਿ ਪਲੈਨਡ ਇਕੋਨਮੀਆਂ ਨਹੀਂ ਬਣਦੀਆਂ, ਤਾਂ ਇਹ ਜਿਹੜਾ ਹੈਗਾ ਇਸ ਸਾਮਰਾਜਵਾਦ ਨੇ, ਇਸ ਗਲੋਬਲਾਈਜੇਸ਼ਨ ਨੇ ਵੱਖ-ਵੱਖ ਸਪੀਸ਼ੀਜ਼ ਦਾ ਨੁਕਸਾਨ ਕਰਨਾ ਹੈ, ਮਨੁੱਖਤਾ ਦਾ ਨੁਕਸਾਨ ਕਰਨਾ ਹੈ, ਕੁਦਰਤ ਨੂੰ ਤਬਾਹ ਕਰਨਾ ਹੈ। ਔਰ ਸਾਡੀ ਜਿਹੜੀ ਅੱਜ ਗਲੋਬਲ ਵਾਰਮਿੰਗ ਹੈ, ਇਹ ਕੋਈ ਆਪਣੇ ਆਪ ਨਹੀਂ ਆ ਰਹੀ, ਇਹ 500 ਸਾਲਾਂ ਦੇ ਇਤਿਹਾਸ ਦਾ ਨਤੀਜਾ ਇਹ ਕਿ ਅੱਜ ਜਿਹੜੀ ਗਲੋਬਲ ਵਾਰਮਿੰਗ, ਅੱਜ ਅੱਗਾਂ ਲੱਗ ਰਹੀਆਂ ਨੇ, ਅੱਜ ਹੜ੍ਹ ਆ ਰਹੇ ਨੇ, ਅੱਜ ਜਿਹੜੀ ਹੈਗੀ ਹੈ ਤਬਾਹੀ ਮਚ ਰਹੀ ਹੈ, ਛੋਟੇ ਛੋਟੇ ਜਿਹੜੇ ਆਈਲੈਂਡਸ ਨੇ ਉਹ ਖਤਮ ਹੋ ਰਹੇ ਨੇ। ਇਹ ਕੋਈ ਆਪਣੇ ਆਪ ਨਹੀਂ ਹੋ ਰਹੇ, ਇਹ ਉਸ ਕਾਰਪੋਰੇਟ ਇਕਨੋਮਿਕ ਮਾਡਲ ਕਰਕੇ ਹੋ ਰਹੇ ਨੇ। ਸੋ ਜੇਕਰ ਇਹਨੂੰ ਨਹੀਂ ਰੋਕਿਆ ਗਿਆ, ਮਾਰਕਸ ਨੇ ਕਿਹਾ ਸੀਗਾ, ਤਾਂ ਇਹ ਦੁਨੀਆ ਲਈ ਨਹੀਂ, ਕੱਲਾ ਮਨੁੱਖ ਲਈ ਨਹੀਂ, ਕੁਦਰਤ ਲਈ ਵੀ ਖਤਰੇ ਖੜੇ ਹੋ ਸਕਦੇ ਆ। ਔਰ ਅੱਜ ਸਾਇੰਟਿਸਟ ਇਸ ਗੱਲ ਨੂੰ ਬਹੁਤ ਜ਼ੋਰ ਦੇ ਕੇ ਕਹਿ ਰਹੇ ਨੇ ਕਿ 5 ਵਾਰੀ ਦੁਨੀਆ ਦਾ ਜਿਹੜਾ ਹੈਗਾ ਇਹ ਆਪਣੇ ਆਪ ਤਬਾਹ ਹੋਈ ਹੈ, ਔਰ 6ਵੇਂ ਵਾਰੀ ਇਸ ਕਾਰਪੋਰੇਟ ਮਾਡਲ ਕਰਕੇ ਦੁਨੀਆ ਤਬਾਹ ਹੋਏਗੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਦੁਨੀਆ ਜੇ ਬਚੇਗੀ ਮਾਰਕਸਵਾਦੀ ਹੋ ਕੇ ਬਚੇਗੀ। ਇਹਦਾ ਮਤਲਬ ਇਹ ਨਹੀਂ ਕਿ ਰੂਸ ਦਾ ਮਾਡਲ ਅਸੀਂ ਲਾਗੂ ਕਰਾਂਗੇ, ਚੀਨ ਦਾ ਮਾਡਲ। ਹਰ ਮੁਲਕ ਨੇ ਆਪਣਾ ਮਾਡਲ ਤੈਅ ਕਰਨਾ ਹੈ, ਔਰ ਮਾਡਲ ਤੈਅ ਹੋਏਗਾ ਮਾਰਕਸਵਾਦੀ ਨੀਤੀਆਂ ਦੇ ਮੁਤਾਬਕ, ਆਪਣੀਆਂ ਲੋੜਾਂ ਦੇ ਮੁਤਾਬਕ। ਔਰ ਉਹ ਲੋੜਾਂ ਕਿਹੜੀਆਂ ਨੇ? ਉਹ ਪਲੈਨਡ ਇਕੋਨਮੀ ਦੇ ਰਾਹੀਂ ਹੋ ਸਕਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿੰਨੀ ਦੇਰ ਅਸੀਂ ਪਲੈਨਡ ਇਕੋਨਮੀ ਦੁਨੀਆ ਤੇ ਨਹੀਂ ਲੈ ਕੇ ਆਵਾਂਗੇ, ਉਨੀ ਦੇਰ ਜਿਹੜਾ ਸਾਮਰਾਜੀ ਜਿਹੜਾ ਮਾਡਲ ਹੈ ਹੁਣ ਤੱਕ ਦਾ, ਉਹਨੇ ਸਾਰੀਆਂ ਚੀਜ਼ਾਂ ਤਬਾਹ ਕਰ ਦੇਣੀਆਂ ਨੇ, ਔਰ ਅਖੀਰ ਨੂੰ ਮਨੁੱਖ ਨੇ ਵੀ ਤਬਾਹ ਹੋਣਾ ਹੈ, ਕੁਦਰਤ ਨੇ ਵੀ ਤਬਾਹ ਹੋਣਾ ਹੈ। ਜੀ ਡਾਕਟਰ ਸਾਹਿਬ, ਇੱਥੇ ਆਪਣਾ ਇੱਕ ਗੱਲ ਕੀ ਲੈਫਟ ਦੇ ਵਿੱਚ ਨੇਸ਼ਨ ਸਟੇਟ ਦਾ ਕੋਈ ਆਈਡੀਆ ਹੈ? ਨੇਸ਼ਨ ਸਟੇਟ ਦਾ ਕੋਈ ਕਨਸੈਪਟ ਹੈ? ਬਿਲਕੁਲ, ਦੇਖੋ ਨੇਸ਼ਨ ਸਟੇਟ ਪਹਿਲਾਂ ਵੀ ਇੰਪੋਰਟੈਂਟ ਰਿਹਾ ਹੈ, ਜਾਂ ਜੇ ਆਪਾਂ ਕਹੀਏ ਕਿ ਜਿਹੜਾ ਰਾਸ਼ਟਰਵਾਦ ਹੈ, ਜੇ ਆਪਾਂ ਸਾਡੇ ਮੁਲਕ ਦੇ ਵਿੱਚ ਮਹਾਤਮਾ ਗਾਂਧੀ ਦਾ ਮੈਂ ਜ਼ਿਕਰ ਕੀਤਾ ਹੈ, ਜਵਾਹਰ ਲਾਲ ਨਹਿਰੂ ਦਾ ਜ਼ਿਕਰ ਕੀਤਾ ਹੈ, ਭਗਤ ਸਿੰਘ ਦਾ ਜ਼ਿਕਰ ਕੀਤਾ ਹੈ, ਇਹ ਕਿਹਦੇ ਲਈ ਲੜ ਰਹੇ ਸੀ? ਇਹ ਨੇਸ਼ਨ ਸਟੇਟ ਦੇ ਲਈ ਲੜ ਰਹੇ ਸੀ, ਕਿਉਂਕਿ ਕੈਪੀਟਲਿਜ਼ਮ ਦੇ ਵਿੱਚ ਸਰਮਾਏਦਾਰੀ ਪ੍ਰਬੰਧ ਨੂੰ ਚਲਾਉਣ ਦੇ ਲਈ ਨੇਸ਼ਨ ਸਟੇਟ ਦਾ ਬਹੁਤ ਮਹੱਤਵ ਹੈ। ਜੇ ਅੱਜ ਸਾਮਰਾਜੀ ਸਿਸਟਮ 500 ਸਾਲਾਂ ਦੇ ਇਤਿਹਾਸ 'ਚ ਇੱਥੇ ਪਹੁੰਚਿਆ ਹੈ, ਉਹਦੇ ਵਿੱਚ ਨੇਸ਼ਨ ਸਟੇਟ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਸੋ ਇਸ ਕਰਕੇ ਸਾਡੇ ਚੇਤਨ ਲੋਕਾਂ ਦੇ ਚੇਤਨ ਦੇ ਨਾਲ ਔਰ ਅਵਚੇਤਨ ਦੇ ਨਾਲ ਉਹ ਜਿਹੜਾ ਨੇਸ਼ਨ ਸਟੇਟ ਹੁੰਦਾ ਉਹ ਬਹੁਤ ਨੇੜਿਓਂ ਜੁੜਿਆ ਹੁੰਦਾ। ਸੋ ਇਸ ਕਰਕੇ ਉਹਦਾ ਲਾਭ ਜਿਹੜਾ ਸੀਗਾ ਹੁੰਦਾ। ਪਰ ਜੇ ਆਪਾਂ ਕਹੀਏ ਕਿ ਜਿਹੜੇ ਅੱਜ ਦਾ ਜੇ ਆਪਾਂ ਬੀਜੇਪੀ ਦਾ ਨੇਸ਼ਨ ਸਟੇਟ ਕਹੀਏ, ਜਿਹੜੇ ਉਹ ਰਾਸ਼ਟਰਵਾਦ ਹੈ, ਉਹ ਬਿਲਕੁਲ ਇੱਕ ਵੱਖਰੀ ਤਰ੍ਹਾਂ ਦਾ ਰਾਸ਼ਟਰਵਾਦ ਹੈ। ਜੀ ਨੇਸ਼ਨ ਸਟੇਟ ਜਿਹੜਾ ਹੈ, ਫਿਰ ਉਹਦੇ ਕਿਹੜੇ ਮੇਨ ਯਾਨੀ ਕਿ ਕਾਰਨ ਹੋਣੇ ਚਾਹੀਦੇ ਨੇ, ਜਾਂ ਨੇਸ਼ਨ ਸਟੇਟ ਵਾਸਤੇ ਕਿਹੜੇ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਜਿਹੜੀ ਇੱਕ ਉਸ ਨੂੰ ਕੰਸੀਡਰ ਕਰੇ ਕਿ ਇਹ ਇੱਕ ਨੇਸ਼ਨ ਆ? ਕਿ ਉਹ ਭਾਸ਼ਾ ਦੇ ਆਧਾਰਿਤ ਹੋਵੇ, ਧਰਮ ਦੇ ਆਧਾਰਿਤ ਹੋਵੇ, ਇਕੋਨਮੀ ਦੇ ਆਧਾਰਿਤ ਹੋਵੇ, ਇਹਨਾਂ ਹੋਰ ਕਈ ਐਗਜ਼ਾਮਪਲਸ ਨੇਗੀਆਂ। ਤੁਸੀਂ ਵੀ ਲੈਫਟ ਦੇ ਨਜ਼ਰੀਏ ਨਾਲ ਕੀ ਦੱਸ ਸਕਦੇ ਹੋ ਕਿ ਕਿਹਦਾ ਆਧਾਰ ਕੀ ਹੋਵੇ ਉਸ ਨੇਸ਼ਨ ਦਾ? ਜੇ ਆਪਾਂ ਦੇਖੋ, ਇਹਦੇ ਵਿੱਚ ਇਹ ਹੁੰਦਾ ਕਿ ਖਾਸ ਤੌਰ ਤੇ ਰੂਸ ਦੇ ਵਿੱਚ ਵੀ ਇਹ ਸਮੱਸਿਆਵਾਂ ਆਈਆਂ, ਕਿਉਂਕਿ ਉੱਥੇ ਬਹੁਤ ਸਾਰੀਆਂ ਕੌਮਾਂ ਦਾ ਜਿਹੜਾ ਸੀਗਾ ਬੋਲਬਾਲਾ ਸੀਗਾ, ਬਹੁਤ ਸਾਰੀਆਂ ਭਾਸ਼ਾਵਾਂ ਉੱਥੇ ਬੋਲੀਆਂ ਜਾਂਦੀਆਂ ਸੀਗੀਆਂ। ਉਹਨਾਂ ਨੇ ਇਹੀ ਕਿਹਾ ਕਿ ਅਸੀਂ ਇੱਕ ਭਾਸ਼ਾ ਨੂੰ ਇੱਥੇ ਲਾਗੂ ਨਹੀਂ ਕਰ ਸਕਦੇ। ਇਸੇ ਤਰ੍ਹਾਂ ਭਾਰਤ ਦੇ ਵਿੱਚ ਜਦੋਂ ਅਸੀਂ ਕਰਾਂਗੇ, ਜਿਹੜੀ ਹਿੰਦੁਸਤਾਨ ਬਣਾਉਣ ਦੀ ਕੋਸ਼ਿਸ਼ RSS ਦੇ ਰਾਹੀਂ ਕੀਤੀ ਜਾਂਦੀ ਹੈ, ਉਹਦੇ ਪੈਰਲਲ ਤੁਹਾਨੂੰ ਉਹੀ ਰੱਖਣਾ ਪਏਗਾ ਕਿ ਹਰ ਸਟੇਟ ਦੀ ਭਾਸ਼ਾ ਨੂੰ, ਹਰ ਕਲਚਰ ਨੂੰ ਤੁਹਾਨੂੰ ਬਰਾਬਰ ਦਾ ਸਥਾਨ ਦੇਣਾ ਪਏਗਾ। ਜੇਕਰ ਅਸੀਂ ਪੰਜਾਬ ਜਾਂ ਹਿੰਦੁਸਤਾਨ ਦੀ ਗੱਲ ਕਰਦੇ ਹਾਂ, ਜਿੰਨੀ ਦੇਰ ਅਸੀਂ ਉਹਨੂੰ ਬਰਾਬਰੀ ਤੇ ਨਹੀਂ ਲੈ ਕੇ ਆਵਾਂਗੇ, ਚਾਹੇ ਛੋਟੀ ਹੈ, ਚਾਹੇ ਛੋਟੀ ਗਿਣਤੀ ਦੇ ਵਿੱਚ ਲੋਕ ਨੇ ਉਸ ਕਲਚਰ ਨੂੰ ਬੋਲਣ ਵਾਲੇ, ਉਸ ਭਾਸ਼ਾ ਨੂੰ ਬੋਲਣ ਵਾਲੇ ਔਰ ਉਸ ਕਲਚਰ ਦੇ ਵਿੱਚ ਰਹਿਣ ਵਾਲੇ, ਚਾਹੇ ਵੱਡੀ ਗਿਣਤੀ ਦੇ ਵਿੱਚ ਨੇ, ਉਹਨਾਂ ਨੂੰ ਤੁਸੀਂ ਬਰਾਬਰ ਦੀ ਮਾਨਤਾ ਦੇਣੀ ਹੋਏਗੀ। ਔਰ ਉਹਦੇ ਵਿੱਚ ਜੇ ਅਸੀਂ ਬਰਾਬਰ ਦੀ ਮਾਨਤਾ ਦਿੰਦੇ ਹਾਂ, ਤਾਂ ਹੀ ਜਿਹੜਾ ਹੈਗਾ ਇਹ ਪ੍ਰਫੁੱਲਤ ਹੋ ਸਕਦੀਆਂ ਨੇ, ਚਾਹੇ ਉਹ ਘੱਟ ਗਿਣਤੀਆਂ ਹੋਣ, ਚਾਹੇ ਘੱਟ ਗਿਣਤੀਆਂ ਦੇ ਸੱਭਿਆਚਾਰ ਹੋਣ, ਚਾਹੇ ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਹੋਣ। ਜੇਕਰ ਅਸੀਂ ਉਹਨਾਂ ਨੂੰ ਬਚਾਉਣਾ ਚਾਹੁੰਦੇ ਹਾਂ, ਉਹਨਾਂ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਹਾਂ, ਤਾਂ ਉਹਦੇ ਵਿੱਚ ਬਰਾਬਰੀ ਦਾ ਜਿਹੜਾ ਹੈਗਾ ਉਹ ਤੁਹਾਨੂੰ ਸਾਰੀਆਂ ਭਾਸ਼ਾਵਾਂ ਨੂੰ ਬਰਾਬਰਤਾ ਦੇਣੀ ਹੋਏਗੀ। ਇੱਕ ਭਾਸ਼ਾ ਨੂੰ ਨਹੀਂ ਥੋਪਿਆ ਜਾ ਸਕਦਾ। ਜੇਕਰ ਆਪਾਂ ਇਹਨੂੰ ਅੱਜ ਕਹਾਂਗੇ ਕਿ ਹਿੰਦੀ ਦੇ ਨਾਂ ਦੇ ਉੱਤੇ ਇਹ ਨੇਸ਼ਨ ਸਟੇਟ ਜਿਹੜਾ ਰਾਸ਼ਟਰਵਾਦ ਬਣਾਉਣਾ ਚਾਹੁੰਦੀ ਹੈ ਬੀਜੇਪੀ, ਔਰ ਇਹ ਕੱਲ ਵੀ ਉਹਨਾਂ ਦਾ ਬਿਆਨ ਆਇਆ ਸੀਗਾ ਭਾਰਗਵ, ਉਹਨਾਂ ਦੇ ਪ੍ਰਧਾਨ ਦਾ RSS ਦੇ, ਕਿ ਸਾਰੇ ਹਿੰਦੂ ਹੀ ਨੇ, ਔਰ ਸਾਰੇ ਹਿੰਦੂ ਨਹੀਂ ਹੈਗੇ।
ਸਾਰੀਆਂ ਵੱਖ-ਵੱਖ ਕਮਿਊਨਿਟੀਜ਼ ਇੱਥੇ ਵਸਦੀਆਂ ਨੇ, ਵੱਖ-ਵੱਖ ਕੌਮਾਂ ਵਸਦੀਆਂ ਨੇ, ਵੱਖ-ਵੱਖ ਧਰਮ ਵਸਦੇ ਨੇ, ਸਾਰਿਆਂ ਨੂੰ ਤੁਹਾਨੂੰ ਪ੍ਰਫੁੱਲਤ ਕਰਕੇ ਉਹਨਾਂ ਨੂੰ ਅੱਗੇ ਲਿਆਉਣਾ ਪਏਗਾ ਔਰ ਉਹਨਾਂ ਦੇ ਵਿੱਚੋਂ ਡਾਕਟਰ ਸਾਹਿਬ ਫਿਰ ਲੈਫਟ ਦੇ ਵਿੱਚ ਆਧਾਰ ਕੀ ਆ? ਮਤਲਬ ਕਿ ਹੁਣ ਆਪਾਂ ਇਹ ਤਾਂ ਚਲੋ ਉਹਨਾਂ ਦਾ ਆਪਾਂ ਇਹ ਮੰਨ ਲਿਆ ਕਿ ਹਿੰਦੂ ਇਹ ਆਧਾਰ ਨਹੀਂ, ਤੇ ਪਰ ਲੈਫਟ ਦੇ ਨਜ਼ਰੀਏ ਦੇ ਨਾਲ ਆਧਾਰ ਕੀ ਹੋ ਸਕਦਾ ਹੈ? ਆਧਾਰ ਅਮਰਿੰਦਰ ਜੀ ਬਰਾਬਰੀ ਦਾ ਆਧਾਰ ਬਣਾਉਣਾ ਪਏਗਾ ਕਿ ਜਿਹੜੀਆਂ ਵੀ ਇੱਥੇ ਘੱਟ ਗਿਣਤੀਆਂ ਵਸਦੀਆਂ ਨੇ ਉਹਨਾਂ ਨੂੰ ਬਹੁ ਗਿਣਤੀ ਦੇ ਅੰਡਰ ਨਹੀਂ ਉਹ ਚੱਲ ਸਕਦੀਆਂ, ਔਰ ਜਿਹੜੀਆਂ ਵੀ ਆਪਾਂ ਕਹੀਏ ਕਿ ਜੇ ਅੱਜ ਉਹ ਕਹਿੰਦੇ ਨੇ ਕਿ ਅਸੀਂ ਤਾਂ 80% ਤੋਂ ਵੱਧ ਹਿੰਦੂ ਆ ਔਰ ਬਾਕੀ ਸਾਰੇ ਸਾਡੇ ਅੰਡਰ ਰਹਿਣਗੇ, ਇਹ ਨਹੀਂ ਹੋਏਗਾ। ਇੱਥੇ ਚਾਹੇ ਛੋਟੀਆਂ ਘੱਟ ਗਿਣਤੀਆਂ ਨੇ, ਚਾਹੇ ਛੋਟੀਆਂ ਭਾਸ਼ਾਵਾਂ ਜਿਹੜੀਆਂ ਨੇ ਬੋਲਣ ਵਾਲੇ ਲੋਕ ਨੇ, ਤੁਹਾਨੂੰ ਬਰਾਬਰੀ ਦੇ ਆਧਾਰ ਤੇ ਹੀ ਉਹਨਾਂ ਨੂੰ ਪ੍ਰਫੁੱਲਤ ਕਰਨਾ ਪਏਗਾ, ਨਾ ਕਿ ਜਿਹੜਾ ਦੂਜੇ ਪਾਸੇ ਜਿਵੇਂ ਬੀਜੇਪੀ ਕਰ ਰਹੀ ਆ ਕਿ ਇੱਕ ਭਾਸ਼ਾ, ਇੱਕ ਨੇਸ਼ਨ, ਇੱਕ ਮੰਡੀ, ਇੱਕ ਸਾਰਾ ਕੁਝ ਕਰਕੇ ਉਹਨਾਂ ਦੇ ਉੱਤੇ ਥੋਪ ਦਿਓ। ਇਹ ਚੀਜ਼ਾਂ ਨਹੀਂ ਥੋਪੀਆਂ ਜਾਣੀਆਂ ਚਾਹੀਦੀਆਂ। ਇਹਦੀ ਬਜਾਏ ਜਿਹੜੇ ਵੀ ਲੋਕ ਇੱਥੇ ਰਹਿੰਦੇ ਨੇ, ਲੈਫਟ ਇਹ ਕਹਿੰਦਾ, ਮਾਰਕਸ ਇਹ ਕਹਿੰਦਾ ਕਿ ਜਿੰਨੇ ਵੀ ਕਲਚਰ ਵਾਲੇ ਲੋਕ, ਜਿੰਨੇ ਵੀ ਭਾਸ਼ਾਵਾਂ ਵਾਲੇ ਲੋਕ, ਜਿੰਨੇ ਵੀ ਖੇਤਰਾਂ ਵਾਲੇ ਲੋਕ ਇੱਥੇ ਵਸਦੇ ਨੇ, ਚਾਹੇ ਉਹ ਛੋਟੇ ਨੇ, ਅਮੀਰ ਨੇ, ਗਰੀਬ ਨੇ, ਉਹਨਾਂ ਨੂੰ ਬਰਾਬਰੀ ਦੇ ਆਧਾਰ ਤੇ ਮੌਕੇ, ਰੁਜ਼ਗਾਰ ਦੇ ਮੌਕੇ ਵੀ ਮਿਲਣੇ ਚਾਹੀਦੇ ਨੇ, ਉਹਨਾਂ ਨੂੰ ਐਜੂਕੇਸ਼ਨ ਦੇ ਮੌਕੇ ਵੀ ਮਿਲਣੇ ਚਾਹੀਦੇ ਨੇ, ਉਹਨਾਂ ਨੂੰ ਹੈਲਥ ਦੇ ਮੌਕੇ ਵੀ ਮਿਲਣੇ ਚਾਹੀਦੇ ਨੇ, ਉਹਨਾਂ ਦੇ ਜ਼ਮੀਨਾਂ ਦੇ ਉੱਤੇ ਜੋ ਉਹਨਾਂ ਦੀ ਹੱਕ ਬਣਦਾ ਹੈ ਉਹ ਜ਼ਮੀਨਾਂ ਦੇ ਉੱਤੇ ਉਹਨਾਂ ਦਾ ਹੱਕ ਬਣਨਾ ਚਾਹੀਦਾ ਹੈ, ਉਹ ਵੀ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਰੁਜ਼ਗਾਰ ਦੇ ਸਾਧਨ ਨੇ ਉਹ ਵੀ ਉਹਨਾਂ ਦੀ ਬਰਾਬਰੀ ਦੇ ਆਧਾਰ ਤੇ ਵੰਡੇ ਜਾਣ, ਨਾ ਕਿ ਉਹਨਾਂ ਨੂੰ ਕਿ ਇਹ ਕਹਿ ਕੇ ਕਿ ਇਹ ਤਾਂ ਮੁਸਲਮਾਨ ਨੇ, ਇਹ ਤਾਂ ਸਿੱਖ ਨੇ, ਈਸਾਈ ਨੇ, ਇਹ ਤਾਂ ਛੋਟੇ ਨੇ, ਵੱਡੇ ਨੇ। ਇਦਾਂ ਦੇ ਆਧਾਰ ਤੇ ਜਿਹੜੀ ਹੈਗੀ ਹੈ ਤੁਹਾਡੀ ਇਕਨੋਮੀ ਨਹੀਂ ਚੱਲਣੀ ਚਾਹੀਦੀ। ਸਾਡੀ ਇਕਨੋਮੀ ਬਰਾਬਰੀ ਦੇ ਆਧਾਰ ਤੇ ਸਾਰਿਆਂ ਨੂੰ ਬਰਾਬਰ ਲੈ ਕੇ ਹੀ ਜਿਹੜਾ ਹੈਗਾ ਅੱਗੇ ਵੱਧ ਸਕਦੀ ਹੈ, ਨਾ ਕਿ ਹਿੰਦੁਸਤਾਨ ਦੇ ਨਾਂ ਦੇ ਉੱਤੇ। ਜੀ ਅਮਰਿੰਦਰ, ਆਪਾਂ ਲਾਸਟ ਕੁਐਸਚਨ ਆ ਕਿ ਹੁਣ ਲਾਸਟ ਤੇ ਆ ਚੁੱਕੇ ਆ ਕਿ ਜਿਵੇਂ ਹੁਣ ਕੋਈ ਕ੍ਰਾਂਤੀ ਦੀ ਗੱਲ ਹੈ, ਤੁਹਾਨੂੰ ਲੱਗਦਾ ਹੈ ਕਿ 21st ਸੈਂਚਰੀ ਦੇ ਵਿੱਚ ਕੀ ਹਥਿਆਰਬੰਦ ਜਿਹੜੀ ਕ੍ਰਾਂਤੀ ਆ ਉਹਦੀ ਕੋਈ ਗੁੰਜਾਇਸ਼ ਹੈ ਜਾਂ ਉਹਨੂੰ ਤੁਸੀਂ ਜਸਟੀਫਾਈ ਕਰਦੇ ਹੋ? ਅਮਰਿੰਦਰ ਜੀ, ਮਾਰਕਸ ਨੇ ਕਦੇ ਵੀ ਇਹ ਗੱਲ ਕਦੇ ਵੀ ਲਿਖੀ ਨਹੀਂ ਕਿ ਹਥਿਆਰਬੰਦ ਰਾਹੀਂ ਹੀ ਕ੍ਰਾਂਤੀ ਆਉਣੀਆਂ ਨੇ, ਔਰ ਨਾ ਹੀ ਆਈਆਂ ਨੇ। ਇਹ ਵੀ ਗੱਲ ਹੈ ਕਿ ਤੁਸੀਂ ਸਾਡੇ ਕੋਲੇ ਬਹੁਤ ਸਾਰੇ ਮੁਲਕ ਨੇ ਜਿੱਥੇ ਆਪਾਂ ਰੂਸ ਦੀ ਗੱਲ ਕੀਤੀ ਹੈ, ਰੂਸ ਦਾ ਜਿਹੜੀ ਕ੍ਰਾਂਤੀ ਹੈ ਸ਼ੁਰੂ ਦੇ ਦੌਰ ਦੇ ਵਿੱਚ ਉਹ ਕੋਈ ਹਥਿਆਰਬੰਦ ਕ੍ਰਾਂਤੀ ਨਹੀਂ ਸੀ। ਹਾਂ, ਬਾਅਦ ਦੇ ਵਿੱਚ ਜਦੋਂ ਉੱਥੇ ਹਾਲਾਤ ਵਿਗੜ ਗਏ ਤਾਂ ਕਮਿਊਨਿਸਟਾਂ ਨੂੰ ਹਥਿਆਰਬੰਦ ਦੇ ਨਾਲ ਉਹਨਾਂ ਨੂੰ ਉਸ ਕੰਟਰੋਲ ਕਰਨਾ ਪਿਆ, ਇੱਕ ਵੱਖਰੀ ਗੱਲ ਹੈ। ਪਰ ਕ੍ਰਾਂਤੀ ਉੱਥੇ ਬਿਲਕੁਲ ਡੈਮੋਕ੍ਰੇਸੀ ਦੇ ਨਾਲ ਆਈ ਸੀਗੀ। ਸੋ ਕਹਿਣ ਦਾ ਮਤਲਬ ਇਹ ਹੈ, ਮੈਂ ਸਮਝਾਉਣਾ ਇਹ ਚਾਹੁੰਦਾ ਕਿ ਕਦੇ ਵੀ ਇਹ ਹਾਰਡ ਐਂਡ ਫਾਸਟ ਰੂਲ ਨਹੀਂ ਹੈ। ਔਰ ਐਂਗਲਸ ਨੇ ਇੱਕ ਗੱਲ ਕਹੀ ਸੀਗੀ ਕਿ ਹਿਸਟਰੀ ਇਜ਼ ਦਾ ਮੋਸਟ ਇਮੈਜੀਨੇਟਿਵ ਦੈਨ ਮੈਨ। ਇਹ ਜਿਹੜੀ ਮਨੁੱਖ ਨਾਲੋਂ, ਮਨੁੱਖੀ ਲੀਡਰਾਂ ਨਾਲੋਂ ਜਿਹੜੀ ਹੈ ਵੱਧ ਇਮੈਜੀਨੇਟ ਹੁੰਦੀ ਹੈ, ਕਲਪਨਾਸ਼ੀਲ ਹੁੰਦੀ ਹੈ ਇਤਿਹਾਸ। ਸੋ ਇਸ ਕਰਕੇ ਇਤਿਹਾਸ ਦੇ ਵਿੱਚ ਕਿਹੜੀ ਚੀਜ਼, ਦੋਨੋਂ ਚੀਜ਼ਾਂ ਹੋ ਸਕਦੀਆਂ ਨੇ, ਲੋੜ ਪੈ ਵੀ ਸਕਦੀ ਹੈ, ਨਹੀਂ ਵੀ ਪੈ ਸਕਦੀ। ਇਹ ਹਾਲਾਤ ਪੈਦਾ ਕਰਦੇ ਨੇ, ਹਾਲਾਤ ਦੇ ਵਿੱਚੋਂ ਹੀ ਚੀਜ਼ਾਂ ਨਿਕਲ ਸਕਦੀਆਂ ਨੇ। ਜੇ ਮੈਂ ਕਹਾਂ ਕਿ ਨਹੀਂ ਪੈਦਾ ਹੋਈ, ਕੱਲ ਨੂੰ ਇਹ ਹੋ ਸਕਦਾ ਕਿ ਲੋੜ ਪੈਦਾ ਹੋ ਸਕਦੀ ਹੈ, ਠੀਕ ਹੈ ਨਾ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਾਂ ਇੱਥੋਂ ਤੱਕ ਕਹਿਤਾ ਸੀਗਾ ਕਿ ਜਦੋਂ ਚੂੰ ਕਰ ਅਜ਼ ਹਮਾ ਹਈਲ ਤੇ ਦਰਗੁਜ਼ਸ ਹਲਾਲ ਅਸਤ ਬਰਦਨ ਬ ਸ਼ਮਸ਼ੀਰ ਦਸ। ਉਹਨਾਂ ਨੇ ਕਿਹਾ ਸੀਗਾ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤਾਂ ਤਲਵਾਰ ਚੱਕਣੀ ਜਾਇਜ਼ ਹੈ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਗੱਲਾਂ ਲੋੜ ਦੇ ਵਿੱਚੋਂ ਪੈਦਾ ਹੁੰਦੀਆਂ ਨੇ। ਹਥਿਆਰਬੰਦ ਲੜਾਈ ਲੜੀ ਜਾਏਗੀ, ਨਾ ਤਾਂ ਕੋਈ ਇਹਦੇ ਬਾਰੇ ਕੋਈ ਪੱਕਾ ਰੂਲ ਹੈ। ਹਥਿਆਰਬੰਦ ਲੜਾਈ ਨਹੀਂ ਲੜੀ ਜਾਏਗੀ, ਨਾ ਇਹਦੇ ਬਾਰੇ ਕੋਈ ਜਿਹੜਾ ਪੱਕਾ ਰੂਲ ਹੈ। ਹਾਂ, ਲੋੜ ਕੀ ਹੈ, ਤੁਹਾਡੀ ਉਸ ਸਮੇਂ ਦੀ ਲੋੜ ਦੇ ਵਿੱਚੋਂ ਸਾਰੀਆਂ ਚੀਜ਼ਾਂ ਡਿਵੈਲਪ ਹੋਣੀਆਂ ਨੇ। ਸੋ ਉਸ ਕਰਕੇ ਮੈਂ ਜੇ ਅੱਜ ਦੀ ਗੱਲ ਕਰਾਂ, ਜਿਵੇਂ ਆਪਾਂ ਕਿਸਾਨੀ ਸੰਘਰਸ਼ ਕਰ ਰਹੇ ਹਾਂ, ਤਾਂ ਕਿਸਾਨੀ ਸੰਘਰਸ਼ ਨੂੰ ਜੇਕਰ ਇਹ ਹਥਿਆਰਬੰਦ ਵੱਲ ਜਾਏਗਾ ਤਾਂ ਲਾਜ਼ਮੀ ਤੌਰ ਤੇ ਇਹਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਸੋ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਹੈਗਾ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਇਹ ਸੰਘਰਸ਼ ਜਿਹੜਾ ਹੈਗਾ ਜਿੱਤਿਆ ਜਾ ਸਕਦਾ ਹੈ। ਸੋ ਇਸੇ ਕਰਕੇ ਆਇਆ ਹੈ। ਆਪਾਂ ਦੇਖ ਰਹੇ ਹਾਂ ਕਿ ਜੇਕਰ ਇਹ ਲੋਕਾਂ ਦੇ ਵਿੱਚ ਫੈਲਿਆ ਤਾਂ ਸ਼ਾਂਤਮਈ ਤਰੀਕੇ ਦੇ ਕਰਕੇ ਫੈਲਿਆ ਹੈ। ਸੋ ਕਹਿਣ ਦਾ ਮਤਲਬ ਹੈ ਕਿ ਲੋੜਾਂ ਨੇ ਪੈਦਾ ਕਰਨੀਆਂ ਕਿ ਸਮੇਂ ਦੀ ਉਸ ਵੇਲੇ ਕੀ ਲੋੜ ਹੋਏਗੀ, ਉਸ ਨੇ ਚੀਜ਼ਾਂ ਨਿਰਧਾਰਿਤ ਕਰਨੀਆਂ ਨੇ, ਨਾ ਕਿ ਪਹਿਲਾਂ ਹੀ ਮੈਂ ਕਹਿੰਦਾ ਕਿ ਇੱਕ ਨਿਯਮ ਬਣਾ ਕੇ ਜਾਂ ਇੱਕ ਫਿਲਾਸਫੀ ਦੇ ਤੌਰ ਤੇ। ਇਹ ਕਦੇ ਨਾ ਤਾਂ ਮਾਰਕਸ ਨੇ ਵੀ ਇਹ ਗੱਲ ਕਦੇ ਵੀ ਨਹੀਂ ਸੀ ਕਹੀ, ਨਾ ਕਦੇ ਉਹਨਾਂ ਨੇ ਆਪਾਂ ਨੇ ਬਾਅਦ ਦੇ ਵਿੱਚ ਬਾਅਦ ਵਾਲੇ ਲੀਡਰਾਂ ਨੇ ਕਹੀ ਹੈ। ਪਰ ਇਹਦੀਆਂ ਲੋੜਾਂ ਜਿਹੜੀਆਂ ਨੇ, ਉਹ ਲੋੜਾਂ ਜ਼ਰੂਰ ਜਿਹੜੀਆਂ ਨੇ ਉਹਦੇ ਵਿੱਚੋਂ ਚੀਜ਼ਾਂ ਪੈਦਾ ਹੋਣਗੀਆਂ। ਇਹੀ ਮੇਰਾ ਅਮਰਿੰਦਰ ਜੀ ਕਹਿਣ ਦਾ ਤਰੀਕਾ ਹੈ। ਜੀ ਡਾਕਟਰ ਭੀਮਿੰਦਰ ਸਿੰਘ ਜੀ,
ਤੁਸੀਂ ਆਪਣਾ ਸਮਾਂ ਦਿੱਤਾ, ਸਮੇਂ ਦੇ ਵਿੱਚ ਜਿਹੜੇ ਤੁਸੀਂ ਆਪਣੇ ਵਿਚਾਰ ਸ਼ੇਅਰ ਕੀਤੇ, ਉਹ ਵੀ ਐਸੇ ਕੁਐਸਚਨਾਂ ਦੇ ਆਨਸਰ ਬੜੇ ਸਹਿਜ ਹੋ ਕੇ ਦਿੱਤੇ। ਮੈਨੂੰ ਲੱਗਦਾ ਕਿ ਜਿਹੜੇ ਵਿਊਅਰ ਸੁਣਨਗੇ ਇਹਨਾਂ ਗੱਲਾਂ ਨੂੰ ਈਜ਼ੀ ਤਰੀਕੇ ਨਾਲ ਸਮਝ ਸਕਦੇ ਹੋ, ਤੇ ਤੁਸੀਂ ਹਰ ਇੱਕ ਕੁਐਸਚਨ ਦਾ ਜਿਹੜਾ ਜਵਾਬ ਦਿੱਤਾ, ਤੇ ਉਸ ਨੂੰ ਅੱਛੇ ਤਰੀਕੇ ਦੇ ਨਾਲ ਜਿਹੜੇ ਅਕਸਰ ਲੈਫਟ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਉਹਨਾਂ ਦੇ ਆਨਸਰ ਵੀ ਤੁਸੀਂ ਇੱਕ ਵਧੀਆ ਅੰਦਾਜ਼ ਦੇ ਵਿੱਚ ਦਿੱਤੇ। ਡਾਕਟਰ ਭੀਮਇੰਦਰ ਸਿੰਘ ਜੀ, ਤੁਹਾਡਾ ਦੀ ਡਾਇਲੋਗ ਟਾਈਮ ਤੇ ਆਉਣ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਬਹੁਤ ਸ਼ੁਕਰੀਆ ਅਮਰਿੰਦਰ ਜੀ, ਤੁਸੀਂ ਮੈਨੂੰ ਇਹ ਮੌਕਾ ਦਿੱਤਾ, ਔਰ ਮੈਂ ਉਮੀਦ ਕਰਦਾ ਕਿ ਮੇਰੇ ਇਸ ਮਾੜੇ ਮੋਟੇ ਜਿੰਨਾ ਕਿ ਮੈਨੂੰ ਥੋੜਾ ਬਹੁਤ ਗਿਆਨ ਸੀਗਾ ਉਹ ਮੈਂ ਜ਼ਰੂਰ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਹ ਨਹੀਂ ਹੈ, ਨਾ ਮਾਰਕਸ ਨੇ ਵੀ ਕਦੇ ਨਹੀਂ ਕਿਹਾ ਕਿ ਸਾਡੇ ਕੋਲੇ ਸਾਰੇ ਸਵਾਲਾਂ ਦੇ ਜਵਾਬ ਨੇ। ਸਾਡੇ ਕੋਲ ਕਦੇ ਵੀ ਕਿਸੇ ਵੀ ਨਾ ਥਿਊਰੀ ਕੋਲ ਨਾ ਮਨੁੱਖ ਕੋਲ ਇਦਾਂ ਦੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਆ ਸਕਦੇ, ਔਰ ਨਾ ਤਾਂ ਸਮਾਜ ਦੀ ਸਮਝ ਮਾਰਕਸ ਤੋਂ ਸ਼ੁਰੂ ਹੁੰਦੀ ਹੈ, ਨਾ ਮਾਰਕਸ ਤੇ ਆ ਕੇ ਖਤਮ ਹੁੰਦੀ ਹੈ। ਸੋ ਇੱਕ ਕੋਸ਼ਿਸ਼ ਹੈ ਸਾਡੀ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਜਾਂ ਜਿਹੜਾ ਮੌਜੂਦਾ ਦੌਰ ਹੈ ਉਹਨੂੰ ਕੁਝ ਨਾ ਕੁਝ ਪੁਰਾਣੇ ਫਿਲਾਸਫਰਾਂ ਤੋਂ ਸਿੱਖ ਕੇ ਉਹਨੂੰ ਅੱਗੇ ਵਧਾਇਆ ਜਾਵੇ, ਇੰਨੀ ਕੁ ਮੇਰੀ ਕੋਸ਼ਿਸ਼ ਹੁੰਦੀ ਹੈ। ਸੋ ਤੁਸੀਂ ਇੰਨੇ ਧਿਆਨ ਨਾਲ ਮੇਰੇ ਜਵਾਬਾਂ ਨੂੰ ਸੁਣਿਆ, ਮੇਰੀਆਂ ਗੱਲਾਂ ਨੂੰ ਸੁਣਿਆ, ਤੁਹਾਡਾ ਸਾਰਿਆਂ ਦਾ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ।